ਟੈਸਟ ਟਿਊਬ ਬੇਬੀ ਮੀਨਸ ਉਪਰਾ ਬੱਚਾ, ਉਹ ਨਹੀਂ ਅਸੈਪਟ ਕਰਦੇ ਸੀ। ਮਤਲਬ ਇੱਕ ਟਾਈਮ ਐਸੀ ਪੇਸ਼ੈਂਟ ਨੂੰ ਆਪਾਂ ਕਹਿੰਦੇ ਸੀ ਕਿ ਤੁਸੀਂ IVF ਕਰਾ ਲਓ, ਪੇਸ਼ੈਂਟ ਕਹਿੰਦਾ ਨਾ ਨਾ ਨਾ। ਅੱਜ ਦੀ ਡੇਟ ਵਿੱਚ ਪੇਸ਼ੈਂਟ ਆਉਂਦਾ ਹੈ, ਸਾਲ ਮੈਰਿਜ ਨੂੰ ਹੁੰਦਾ, ਮੈਂ ਉਹਨਾਂ ਨੂੰ ਕਹਿੰਦੀ ਹਾਂ ਤੁਸੀਂ ਨੈਚੁਰਲ ਟਰਾਈ ਕਰੋ, ਛੋਟੀ ਟੈਕਨੀਕਸ ਨਹੀਂ, ਅਸੀਂ ਤਾਂ IVF ਕਰਾਉਣਾ ਹੈ। ਪਿੰਡਾਂ ਦੇ ਵਿੱਚ ਲੋਕ ਇਹ ਕਹਿੰਦੇ ਆ ਕਿ ਜੀ ਇਹ ਪਤਾ ਨਹੀਂ ਬੱਚਾ ਕਿਸ ਦਾ ਇਹ, ਔਰ ਐਕਸੈਪਟ ਕਰ ਲੈਂਦੇ ਆ ਲੋਕ ਈਜ਼ੀਲੀ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਐਡਵਰਟੀਜ਼ਮੈਂਟ ਇਹੋ ਜਿਹੀਆਂ ਵੀ ਆਉਂਦੀਆਂ, ਜੇ ਕੋਈ ਸਪਰਮ ਦੇਣਾ ਚਾਹਵੇ ਤਾਂ ਜੀ ਇੰਨੇ ਪੈਸੇ। ਸਪਰਮ ਕੋਈ ਡੋਨੇਟ ਕਰਨਾ ਚਾਹੇ, ਕੋਈ ਪੇਡ ਨਹੀਂ ਹੁੰਦਾ, ਇਹ ਵੋਲੰਟਰੀ ਹੁੰਦਾ ਹੈ। ਮॉल ਵਿੱਚ ਚੱਲ ਰਹੇ ਸੀ, ਘੁੰਮ ਰਹੇ ਸੀ, ਇੱਕ ਪੇਸ਼ੈਂਟ ਮਤਲਬ ਆਇਆ ਬੰਦਾ, ਉਹ ਬੱਚਾ ਫੜਾ ਦਿੱਤਾ, ਤੁਹਾਡਾ ਬੱਚਾ ਹੈ। ਮੈਂ 2 ਮਿੰਟ ਦੇਖਾ ਕੀ ਹੋ ਗਿਆ, ਬੀਬੀ ਦੇ ਤਾਂ ਬੱਚਾ ਨਹੀਂ ਹੋ ਰਿਹਾ, ਇਹਦੇ ਵੱਲ ਪ੍ਰੋਬਲਮ ਹੋਣੀ ਹੈ। ਪਰ ਜਦੋਂ ਤੋਂ ਟੈਕਨੀਕ ਆਈ ਔਰ ਉਸ ਤੋਂ ਬਾਅਦ ਫਿਰ ਲੋਕ ਅਵੇਅਰ ਹੋਏ, ਫਿਰ ਪਤਾ ਲੱਗਿਆ ਕਿ ਔਰਤ ਤਾਂ ਸ਼ਾਇਦ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ, ਪ੍ਰੋਬਲਮ ਬੰਦੇ ਦੇ ਵਿੱਚ ਵੀ ਹੈਗੀ ਹੈ। ਇਹ ਪ੍ਰੋਬਲਮਸ ਕਦੋਂ ਤੋਂ ਸ਼ੁਰੂ ਹੋਈਆਂ ਔਰ ਕਿਹੜੀ ਇਹੋ ਜਿਹੀ ਵਜ੍ਹਾ ਜਿਹਦੇ ਕਰਕੇ ਬਾਂਝਪਨ ਦੀ ਸਮੱਸਿਆ ਸ਼ੁਰੂ ਹੁੰਦੀ ਹੈ? ਕਿਸੇ ਨੂੰ ਕਹੋ ਕਿ ਤੁਸੀਂ 1 ਮਹੀਨਾ ਵੀ ਵੇਟ ਕਰ ਲਓ, ਕੋਈ ਵੇਟ ਨਹੀਂ ਕਰਕੇ। ਮਤਲਬ ਮੈਂ ਦੇਖਿਆ ਪੇਸ਼ੈਂਟਸ 6 ਮਹੀਨੇ ਬਾਅਦ ਅਸੀਂ IVF ਕਰਾਉਣਾ ਹੈ, ਮਤਲਬ ਅਨਹਰਡ ਥਿੰਗਸ ਹੋ ਗਈ ਹੈ। ਵਿਆਹ ਤੋਂ 6 ਮਹੀਨੇ ਬਾਅਦ? ਹਾਂ, ਕਿ ਕਰਾਉਣਾ ਹੈ, ਨਹੀਂ ਜੀ ਫੈਮਿਲੀ ਪ੍ਰੈਸ਼ਰ ਹੈ, ਲੇਟ ਮੈਰਿਜ ਹੋਈ ਹੈ, ਹੁਣੇ ਚਾਹੀਦਾ ਹੈ ਬੱਚਾ। ਕਿਸੇ ਨੂੰ ਹੁੰਦਾ ਕਿ ਨਹੀਂ ਮੈਂ ਬਾਹਰ ਜਾਣਾ, ਮੇਰਾ ਵੀਜ਼ਾ ਲੱਗ ਗਿਆ, ਹੁਣ ਮੈਂ ਪ੍ਰੈਗਨੈਂਸੀ ਲੈ ਕੇ ਜਾਣਾ, ਪਤਾ ਨਹੀਂ ਹਸਬੈਂਡ ਕਦ ਆਉਣਗੇ, ਹਸਬੈਂਡ ਬਾਹਰ ਜਾ ਰਹੇ, ਪਤਾ ਨਹੀਂ 2-2.5 ਸਾਲ ਆਉਣਗੇ ਨਹੀਂ, ਤੇ ਬੇਬੀ ਚਾਹੀਦਾ ਹੈ। ਸੋ ਬਹੁਤ ਸਾਰੇ ਚੇਂਜਸ ਆ ਗਏ ਹੈ। 23 ਸਾਲ ਤੋਂ ਲੈ ਕੇ 27 ਸਾਲ ਤੱਕ ਵੱਡੀ ਉਮਰ ਹੋ ਜਾਂਦੀ ਸੀ ਕਿ ਮੈਰਿਜ ਹੋ ਜਾਣੀ ਚਾਹੀਦੀ ਹੈ, ਮਤਲਬ 25 ਸਾਲਾਂ ਵਿੱਚ ਬੱਚਾ ਹੋ ਜਾਣਾ ਚਾਹੀਦਾ ਹੈ। ਹੁਣ ਅੱਜ ਕੱਲ੍ਹ ਮੈਰਿਜ ਹੀ 30 ਵਿੱਚ ਹੁੰਦੀ ਹੈ। ਦੇਖੋ ਹੁਣ ਗਰਲਸ ਦੀ, ਲੇਡੀਜ਼ ਦੀ ਐਗ ਬਣਨ ਦੀ ਕਪੈਸਿਟੀ, ਮੈਨੋਪੌਜ਼ ਇੰਨੀ ਛੇਤੀ ਹੋਣ ਲੱਗਿਆ ਹੈ। ਹਰ ਸ਼ਹਿਰ ਦੇ ਵਿੱਚ IVF ਸੈਂਟਰ ਇੰਨੇ ਜ਼ਿਆਦਾ ਖੁੱਲ ਰਹੇ ਹੈ ਕਿ ਇੰਨੀ ਜ਼ਿਆਦਾ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ। ਜੇ ਕੋਈ ਚਾਹੇ ਕਿ ਬੱਚੇ ਦੀਆਂ ਅੱਖਾਂ ਇਹੋ ਜਿਹੀਆਂ ਹੋਣ, ਕਲਰ ਇਹੋ ਜਿਹਾ ਹੋਵੇ, ਫੇਸ ਇਹੋ ਜਿਹਾ ਹੋਵੇ, ਲਿਪਸ ਇਹੋ ਜਿਹੇ ਹੋਣ, IVF ਦੇ ਥਰੂ ਪੋਸੀਬਲ ਹੈਗਾ ਇਹ? ਬਹੁਤ ਜ਼ਿਆਦਾ ਸਟ੍ਰੈਸ ਹੋਣ ਕਰਕੇ ਲੋਕਾਂ ਦੇ ਬੱਚੇ ਨਹੀਂ ਹੋ ਪਾ ਰਹੇ। ਮੈਨੂੰ ਲੱਗਦਾ ਸਭ ਤੋਂ ਵੱਧ ਸਟ੍ਰੈਸ ਤਾਂ ਡਾਕਟਰਾਂ ਤੇ ਰਹਿੰਦਾ, ਡਾਕਟਰ ਵੀ IVF ਕਰਾਉਂਦੇ ਆ। ਕੋਈ ਲੁਧਿਆਣਾ ਦੇ ਵਿੱਚ 30 ਸਾਲ ਪਹਿਲਾਂ ਤੁਸੀਂ ਆਪਣਾ ਹਸਪੀਟਲ ਸਟਾਰਟ ਕੀਤਾ, IVF ਦੇ ਬਾਰੇ ਕੋਈ ਖਾਸ ਮੋਟੀਵੇਸ਼ਨ ਸੀ ਤੁਹਾਨੂੰ? ਕਿਤੇ ਬਾਹਰੋਂ ਵਿਦੇਸ਼ ਤੋਂ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਪ੍ਰਕਿਰਿਆ ਚੱਲਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਰ ਥਾਂ ਤੇ, ਹਰ ਸ਼ਹਿਰ ਦੇ ਵਿੱਚ ਇੰਨੇ ਸੈਂਟਰ ਖੁੱਲ ਜਾਣੇ, ਲੱਗਦਾ ਸੀ ਤੁਹਾਨੂੰ? ਜਿੰਨੇ ਮੇਰੇ ਸਾਰੇ ਨਾਲ ਦੇ ਸੀ ਉਹ ਮਤਲਬ ਨਾ ਮਖੌਲ ਕਰਦੇ ਸੀ ਕਿ ਮਤਲਬ ਤੂੰ ਸਿਰਫ 98% ਪੋਪੂਲੇਸ਼ਨ ਨੂੰ ਛੱਡ ਕੇ, ਉਸ ਟਾਈਮ ਬਹੁਤ ਘੱਟ ਸੀ ਬਾਂਝਪਨ ਦੀ ਸਮੱਸਿਆ, ਤੁਸੀਂ ਮਤਲਬ ਤੂੰ 2% ਕਿਉਂ ਪਬਲਿਕ ਨੂੰ ਕੇਟਰ ਕਰਨਾ ਚਾਹੁੰਦੀ ਹੈ? ਮਤਲਬ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਹੈ IVF। ਬਲਕਿ ਮੈਨੂੰ ਪੇਸ਼ੈਂਟ ਫੋਨ ਕਰਕੇ ਪੁੱਛਦੇ ਸੀ ਕਿ ਤੁਸੀਂ 9 ਮਹੀਨੇ ਟਿਊਬ ਵਿੱਚ ਬੱਚਾ ਬਣਾ ਕੇ ਦਿੰਦੇ ਹੋ। ਮਤਲਬ ਇਹ ਕੁਐਸਚਨ ਮੇਰੇ ਤੋਂ ਪੇਸ਼ੈਂਟਸ ਨੇ ਪੁੱਛਿਆ ਹੈ। ਤੁਹਾਨੂੰ ਯਾਦ ਹੈ ਕਿ ਪਹਿਲਾਂ ਤੁਹਾਡੇ ਕੋਲੇ ਪੇਸ਼ੈਂਟ ਕੌਣ ਆਇਆ ਸੀ ਬਾਂਝਪਨ ਦਾ, ਜਿਹਦੇ ਤੁਸੀਂ ਭਰੂਣ ਰੱਖਿਆ ਔਰ ਉਸ ਤੋਂ ਬਾਅਦ ਉਹ ਸਕਸੈਸ ਹੋਇਆ? ਬਿਲਕੁਲ, ਮੈਂ ਕਦੇ ਨਹੀਂ ਭੁੱਲ ਸਕਦੀ ਉਹ। ਉਸ ਟਾਈਮ ਇੰਨਾ ਇਕਵਿਪਮੈਂਟ ਵੀ ਨਹੀਂ ਸੀ, ਸਾਰਾ ਇੰਪੋਰਟ ਕਰਦੇ ਸੀ, ਹੁਣ ਤਾਂ ਇੰਡੀਆ ਵਿੱਚ ਵੀ ਮਿਲਦਾ ਹੈ। ਤੇ ਕੀਤਾ, ਫਿਰ ਉਹਦਾ ਰਿਜ਼ਲਟ ਆਇਆ, ਬਹੁਤ ਖੁਸ਼ੀ ਹੋਈ। ਮਤਲਬ ਇੰਝ ਲੱਗਿਆ ਕਿ ਮੈਂ ਇੱਕ ਐਗਜ਼ਾਮ ਪਾਸ ਕਰ ਲਿਆ। ਹੋਰ ਸਾਰੇ ਪਾਰਟੀ ਦੀ ਜਿਹੜਾ ਲਾਈਫ ਸਟਾਈਲ ਹੈ ਸਾਡਾ, ਬਿਲਕੁਲ ਮੋਬਾਈਲ ਦਾ ਕਿੰਨਾ ਯੂਜ਼ੇਜ ਹੋ ਗਿਆ। ਜਿਵੇਂ ਕਹਿੰਦੇ ਕਿ ਲੈਪਟਾਪ ਤੁਸੀਂ ਕਦੇ ਥਾਈ ਤੇ ਨਾ ਰੱਖੋ, ਮਤਲਬ ਜਦ ਤੁਸੀਂ ਲੇਟੇ ਹੋਏ ਹੋ ਨਾ ਰੱਖੋ, ਉਹਦੇ ਨਾਲ ਟੈਸਟੀਕੂਲਰ ਡੈਮੇਜ ਵੀ ਹੋ ਸਕਦਾ ਹੈ। ਬੋਲਡ ਪੰਜਾਬ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਸਦੇ ਔਲਾਦ ਹੋਵੇ। ਬਹੁਤ ਸਾਰੇ ਇਹੋ ਜਿਹੇ ਕੇਸਿਸ ਅਸੀਂ ਦੇਖਦੇ ਹਾਂ, ਜਦੋਂ ਲੰਬਾ ਗੈਪ ਪੈ ਜਾਂਦਾ ਤਾਂ ਔਲਾਦ ਨਹੀਂ ਹੁੰਦੀ, ਦਵਾਈਆਂ ਖਾਂਦੇ ਆ ਪੇਰੈਂਟਸ। ਪਰ IVF ਇੱਕ ਇਹੋ ਜਿਹੀ ਟੈਕਨੀਕ ਆਈ ਜਿਸ ਨੇ ਇਹ ਸੁਪਨਾ ਦਿਖਾਇਆ ਕਿ ਜਦੋਂ ਕੋਈ ਦਿੱਕਤ ਪਰੇਸ਼ਾਨੀ ਹੋਵੇ, ਕਿਸੇ ਦੇ ਔਲਾਦ ਨਾ ਹੋਵੇ, ਤਾਂ ਇਸ ਦੇ ਬਾਰੇ ਵੀ ਸੋਚਿਆ ਜਾ ਸਕਦਾ। ਬਹੁਤ ਸਾਰੇ ਲੋਕ IVF ਨੂੰ ਅਪਣਾਉਂਦੇ ਨੇ, ਬਹੁਤ ਸਾਰੇ ਹੁਣ ਤਾਂ ਹਸਪੀਟਲਸ ਹਰ ਥਾਂ ਤੇ ਹੈ IVF ਦੇ। ਪਰ 30 ਸਾਲ ਪਹਿਲਾਂ IVF ਦਾ ਹਸਪੀਟਲ ਖੋਲ੍ਹਣ ਵਾਲੇ ਡਾਕਟਰ ਸੁਮਿਤਾ ਸੋਫਤ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਪੋਡਕਾਸਟ ਬਹੁਤ ਖਾਸ ਹੈ ਕਿਉਂਕਿ IVF ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਕਿ ਇੰਨੇ ਸੈਂਟਰ ਧੜਾਧੜ ਹੁਣ ਕਿਉਂ ਖੁੱਲ੍ਹ ਰਹੇ ਆ, ਕਿਉਂਕਿ ਪਿਛਲੇ 5-4 ਸਾਲਾਂ ਦੇ ਵਿੱਚ ਅਸੀਂ ਦੇਖਿਆ ਹਰ ਸ਼ਹਿਰ ਦੇ ਵਿੱਚ 5-5 4-4 IVF ਦੇ ਸੈਂਟਰ ਖੁੱਲ੍ਹ ਰਹੇ ਆ। 30 ਸਾਲ ਪਹਿਲਾਂ ਇਹਨਾਂ ਨੇ ਕੀ ਵਿਜ਼ਨ ਲੈ ਕੇ
ਆਪਣਾ IVF ਹਸਪੀਟਲ ਸਟਾਰਟ ਕੀਤਾ ਸੀ, ਸਟਾਰਟਅਪ ਜਦੋਂ ਕੀਤਾ। ਔਰ ਕਿਉਂਕਿ ਰੀਸੈਂਟਲੀ ਵੀ ਜੇ ਅਸੀਂ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਉਹਨਾਂ ਦੀ ਜਦੋਂ ਡੈਥ ਹੁੰਦੀ ਹੈ, ਉਹਨਾਂ ਦੇ ਪੇਰੈਂਟਸ ਨੇ ਵੀ ਜਦੋਂ ਹੁਣ ਛੋਟਾ ਸਿੱਧੂ ਮੂਸੇਵਾਲਾ ਜੋ ਬੇਬੀ ਹੈ ਉਹਨਾਂ ਦੇ, ਉਹ IVF ਦੇ ਥਰੂ ਇਸ ਦੁਨੀਆ ਦੇ ਵਿੱਚ ਆਇਆ। ਡਾਕਟਰ ਸੁਮਿਤਾ ਸੋਫਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਜਰਨੀ ਨੂੰ ਲੈ ਕੇ, IVF ਦੇ ਬਾਰੇ, ਔਰ ਬਹੁਤ ਸਾਰੇ ਸਵਾਲ ਹੈ ਲੋਕਾਂ ਦੇ ਜ਼ਿਹਨ ਦੇ, ਉਹ ਇਹਨਾਂ ਤੋਂ ਸਿੱਧੇ ਪੁੱਛਾਂਗੇ ਕਿ ਕੀ ਕੰਪਲਿਕੇਸ਼ਨਸ ਨੇ ਔਰ ਕਿਸ ਤਰੀਕੇ ਦੇ ਨਾਲ IVF ਹੁੰਦਾ ਹੈ। ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲਡ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਤੁਸੀਂ? ਬਿਲਕੁਲ, ਬਹੁਤ ਵਧੀਆ। ਬਹੁਤ ਸੁਣਿਆ ਤੁਹਾਡੇ ਬਾਰੇ ਔਰ ਥੈਂਕ ਯੂ ਤੁਸੀਂ ਸਮਾਂ ਦਿੱਤਾ ਮੁਲਾਕਾਤ ਦੇ ਲਈ। IVF ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਸਵਾਲ ਹੈ ਲੋਕਾਂ ਦੇ ਜ਼ਿਹਨ ਦੇ, ਉਹਦੇ ਬਾਰੇ ਵੀ ਗੱਲ ਕਰਾਂਗੇ, ਜਰਨੀ ਬਾਰੇ ਗੱਲ ਕਰਾਂਗੇ ਕਿਉਂਕਿ ਅਸੀਂ ਤਾਂ ਜਦੋਂ ਦੀ ਸੁਰ ਸੰਭਾਲੀ ਮੇਰਾ ਖਿਆਲ ਉਸ ਤੋਂ ਬਾਅਦ 5 ਸਾਲਾਂ ਤੋਂ ਜ਼ਿਆਦਾ IVF 5-7 ਸਾਲਾਂ ਤੋਂ IVF ਦੇ ਬਾਰੇ ਜ਼ਿਆਦਾ ਸੁਣਨ ਲੱਗੇ। ਵੱਡੇ ਸ਼ਹਿਰਾਂ ਦੇ ਵਿੱਚ ਤਾਂ ਆਮ ਤੌਰ 'ਤੇ IVF ਦੀ ਚਰਚਾ ਹੁੰਦੀ ਹੈ, ਪਰ ਪੰਜਾਬ ਦੇ ਵਿੱਚ ਔਰ ਉਹ ਵੀ ਲੁਧਿਆਣਾ ਦੇ ਵਿੱਚ 30 ਸਾਲ ਪਹਿਲਾਂ ਤੁਸੀਂ ਆਪਣਾ ਹਸਪੀਟਲ ਸਟਾਰਟ ਕੀਤਾ। IVF ਦੇ ਬਾਰੇ ਕੋਈ ਖਾਸ ਮੋਟੀਵੇਸ਼ਨ ਸੀ ਤੁਹਾਨੂੰ? ਕਿਤੇ ਬਾਹਰੋਂ ਵਿਦੇਸ਼ ਤੋਂ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਪ੍ਰਕਿਰਿਆ ਚੱਲਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਇੰਨੇ ਸੈਂਟਰ ਖੁੱਲ ਜਾਣੇ, ਲੱਗਦਾ ਸੀ ਤੁਹਾਨੂੰ? ਦੇਖੋ, ਮੇਰੀ ਜਦ ਜਰਨੀ ਸਟਾਰਟ ਹੋਈ, ਮੈਂ ਪੋਸਟ ਗ੍ਰੈਜੂਏਸ਼ਨ obstetrics ਤੇ ਗਾਇਨੀ ਵਿੱਚ DMC ਵਿੱਚ ਕੀਤੀ। ਉਸ ਤੋਂ ਬਾਅਦ ਹਮੇਸ਼ਾ ਸੀ ਕਿ ਕੁਛ ਨਾ ਕੁਛ ਡਿਫਰੈਂਟ ਕਰਨਾ ਹੈ, ਮੇਰੇ ਹਮੇਸ਼ਾ ਦਿਲ ਵਿੱਚ ਸੀ ਕਿ ਕੁਛ ਨਾ ਕੁਛ ਡਿਫਰੈਂਟ ਕਰਨਾ ਹੈ। ਤੇ ਜਦ ਮੈਂ ਪ੍ਰੈਕਟਿਸ 'ਚ ਆਈ ਇਹ ਤੇ ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਕੋਈ ਵੀ ਡੈਡੀਕੇਟਿਡ IVF ਸੈਂਟਰ ਨਹੀਂ ਹੈ। ਮਤਲਬ ਬਹੁਤ ਸਾਰੇ ਪੇਸ਼ੈਂਟਸ ਆਨੇ ਜਿਨ੍ਹਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ, ਜਿਨ੍ਹਾਂ ਨੂੰ IVF ਦੀ ਲੋੜ ਸੀ, ਪਰ ਦੇਖਿਆ ਜਾਏ ਤਾਂ ਉਸ ਟਾਈਮ ਮਤਲਬ ਨਾ ਤਾਂ ਅਵੇਅਰਨੈਸ ਸੀ, ਨਾ ਕੋਈ ਟ੍ਰੇਨਿੰਗ ਸੈਂਟਰ ਸੀ, ਮਤਲਬ ਬਿਲਕੁਲ ਡਾਰਕਨੈਸ ਸੀ ਕਿ IVF ਨੂੰ ਲੈ ਕੇ ਕਿ ਕਿਵੇਂ ਪ੍ਰੋਸੀਡ ਕਰਨਾ ਹੈ। ਤੇ ਮੇਰਾ ਇੰਟਰਸਟ ਹਮੇਸ਼ਾ ਸੀ ਕਿ ਕੁਛ ਨਾ ਕੁਛ ਡਿਫਰੈਂਟ ਕਰਾਂ। ਸੋ ਐਂਡ ਮਤਲਬ ਉਸ ਟਾਈਮ ਤਾਂ ਨਾ ਫਾਈਨੈਂਸਿਸ ਸੀ, ਫਰੈਂਕਲੀ ਟੇਲਿੰਗ ਯੂ, ਮਤਲਬ PG ਪਾਸ ਆਊਟ ਕਰਕੇ ਇੰਨਾ ਕੋਸਟਲੀ ਇਕੁਇਪਮੈਂਟ, ਬਹੁਤ ਮਨ ਵਿੱਚ ਸਵਾਲ ਸੀ ਕਿ ਪਤਾ ਨਹੀਂ ਇਹ ਕਨਸੈਪਟ ਚੱਲੇਗਾ ਨਹੀਂ ਚੱਲੇਗਾ, ਕਿ ਸਕਸੈਸ ਵੀ ਦੇਣਾ, ਕਿਉਂਕਿ ਇਹ ਇਹੋ ਜਿਹਾ ਕੰਮ ਹੈ, ਤੁਸੀਂ ਕੁਝ ਖੋਲ੍ਹ ਲਓ ਅਤੇ ਉਹਦੇ ਵਿੱਚ ਤੁਹਾਨੂੰ ਰਿਜ਼ਲਟਸ ਵੀ ਦੇਣੇ ਪੈਣਗੇ। ਸੋ ਹੌਲੀ ਹੌਲੀ ਜਦ ਡਿਸਾਈਡ ਕੀਤਾ, ਟ੍ਰੇਨਿੰਗਸ ਲੈ ਕੇ ਆਈ ਮੈਂ ਸਾਰੀਆਂ, ਅਤੇ IVF ਸੈਂਟਰ ਇੱਕ ਖੋਲ੍ਹਿਆ ਅਤੇ ਡੈਡੀਕੇਟਿਡ ਸੈਂਟਰ ਖੋਲ੍ਹਿਆ। ਅਤੇ ਜਿੰਨੇ ਮੇਰੇ ਸਾਰੇ ਨਾਲ ਦੇ ਸੀ ਉਹ ਮਤਲਬ ਨਾ ਮਖੌਲ ਕਰਦੇ ਸੀ ਕਿ ਮਤਲਬ ਤੂੰ ਸਿਰਫ 98% ਪੋਪੂਲੇਸ਼ਨ ਨੂੰ ਛੱਡ ਕੇ, ਉਸ ਟਾਈਮ ਬਹੁਤ ਘੱਟ ਸੀ ਬਾਂਝਪਨ ਦੀ ਸਮੱਸਿਆ, ਤੁਸੀਂ ਮਤਲਬ ਤੂੰ 2% ਕਿਉਂ ਪਬਲਿਕ ਨੂੰ ਕੇਟਰ ਕਰਨਾ ਚਾਹੁੰਦੀ ਹੈ, ਮਤਲਬ ਕਿ ਕਿਵੇਂ ਹੋਏਗਾ ਸਾਰਾ ਕੁਛ। ਸਾਰੇ ਮੈਨੂੰ ਕਹਿੰਦੇ ਸੀ ਅਤੇ ਮੇਰੇ ਦਿਲ ਵਿੱਚ ਹੁੰਦਾ ਸੀ ਹੁਣ ਕਰਕੇ ਦਿਖਾਣਾ ਹੈ, ਮਤਲਬ ਕਰਨਾ ਹੀ ਹੈ। ਅਤੇ ਜਿਵੇਂ ਜਿਵੇਂ ਪੇਸ਼ੈਂਟਸ ਆਉਣੇ ਸ਼ੁਰੂ ਹੋਏ, ਉਸ ਟਾਈਮ ਅਵੇਅਰਨੈਸ ਦੀ ਕੋਈ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਹੈ IVF। ਬਲਕਿ ਮੈਨੂੰ ਪੇਸ਼ੈਂਟ ਫੋਨ ਕਰਕੇ ਪੁੱਛਦੇ ਸੀ ਕਿ ਤੁਸੀਂ 9 ਮਹੀਨੇ ਟਿਊਬ ਵਿੱਚ ਬੱਚਾ ਬਣਾ ਕੇ ਦਿੰਦੇ ਹੋ, ਮਤਲਬ ਇਹ ਕੁਐਸਚਨ ਮੇਰੇ ਤੋਂ ਪੇਸ਼ੈਂਟਸ ਨੇ ਪੁੱਛਿਆ। ਅਤੇ ਫਿਰ ਉਹਨਾਂ ਨੂੰ ਐਕਸਪਲੇਨ ਕਰਨਾ ਕਿ ਅਵੇਅਰਨੈਸ ਕਿਵੇਂ ਸਪਰੈਡ ਕਰਨੀ, ਇੱਕ ਤਾਂ ਇਹ ਸੀ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਪੇਸ਼ੈਂਟਸ ਆਉਣ ਲੱਗੇ, ਕਾਉਂਸਲਿੰਗ ਸ਼ੁਰੂ ਹੋਈ ਉਹਨਾਂ ਦੀ, ਧੀਰੇ ਹੌਲੀ ਹੌਲੀ ਕਰਕੇ ਸਾਰਾ ਇਕੁਇਪਮੈਂਟ ਆਇਆ। ਫਿਰ ਦੇਖਿਆ ਕਿ ਇਕੁਇਪਮੈਂਟ ਐਟ ਪਾਰ ਲੈ ਕੇ ਆਉਣਾ ਹੈ ਇੰਟਰਨੈਸ਼ਨਲ ਸਟੈਂਡਰਡਸ ਨਾਲ। ਇੱਕ ਟਾਈਮ 'ਤੇ ਪੰਜਾਬ ਵਿੱਚ ਮਤਲਬ ਕੋਈ ਵੀ ਡੈਡੀਕੇਟਿਡ ਸੈਂਟਰ ਨਹੀਂ ਸੀ। ਫਿਰ ਸੈਂਟਰ ਖੁੱਲ੍ਹਿਆ, ਪੇਸ਼ੈਂਟਸ ਨੂੰ ਰਿਜ਼ਲਟਸ ਆਉਣ ਲੱਗੇ, ਪ੍ਰੈਗਨੈਂਸੀਜ਼ ਹੋਣ ਲੱਗਿਆ, ਅਤੇ ਉਹਦੇ ਨਾਲ ਹੋਰ ਸਾਰਾ ਸਿਸਟਮ ਚੱਲ ਪਿਆ। ਮਤਲਬ ਬਹੁਤ ਡਿਫਿਕਲਟ ਜਰਨੀ ਰਹੀ ਹੈ ਇਨੀਸ਼ੀਅਲੀ। ਇੱਕ ਹੋਰ ਬਹੁਤ ਡਿਫਿਕਲਟ ਚੀਜ਼ ਸੀ ਕਿ ਤੁਸੀਂ ਅਵੇਅਰਨੈਸ ਕਿਵੇਂ ਕਰੋਗੇ ਮਰੀਜ਼ਾਂ ਨੂੰ। ਮਤਲਬ ਅੱਜ ਕੱਲ੍ਹ ਤਾਂ ਦੇਖੋ ਗੂਗਲ ਹੈ, ਸਾਡੇ ਟਾਈਮ 'ਤੇ ਕੋਈ ਗੂਗਲ ਨਹੀਂ, ਸੋਸ਼ਲ ਮੀਡੀਆ ਨਹੀਂ ਸੀ, ਇਨਫੈਕਟ ਮੋਬਾਈਲ ਵੀ ਉਸ ਟਾਈਮ ਲਾਂਚ ਹੋਏ ਸੀ, ਸੋਸ਼ਲ ਮੀਡੀਆ ਬਾਰੇ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਸੀ। TV ਵਗੈਰਾ ਚੱਲਦਾ ਸੀ ਅਖਬਾਰ ਵਿੱਚ, ਅਤੇ ਕਿਵੇਂ ਅਵੇਅਰਨੈਸ ਸਪਰੈਡ ਕਰਨੀ, ਅਸੀਂ ਕੈਂਪਸ ਲਾਣੇ, ਲੋਕਾਂ ਨੂੰ IVF ਬਾਰੇ ਦੱਸਣਾ। ਅਤੇ ਲੋਕਾਂ ਵਿੱਚ ਵੀ ਬੜੇ ਸਵਾਲ ਹੁੰਦੇ ਸੀ ਕਿ ਟੈਸਟ ਟਿਊਬ ਬੇਬੀ ਮੀਨਸ ਉਪਰਾ ਬੱਚਾ, ਮਤਲਬ ਉਹ ਨਹੀਂ ਅਸੈਪਟ ਕਰਦੇ ਸੀ ਪਬਲਿਕ। ਕਹਿੰਦੀ ਮਤਲਬ ਇੱਕ ਟਾਈਮ ਐਸੀ ਪੇਸ਼ੈਂਟ ਨੂੰ ਆਪਾਂ ਕਹਿੰਦੇ ਸੀ ਕਿ ਤੁਸੀਂ IVF ਕਰਾ ਲਓ, ਪੇਸ਼ੈਂਟ ਕਹਿੰਦਾ ਨਾ ਨਾ ਨਾ। ਅੱਜ ਦੀ ਡੇਟ ਵਿੱਚ ਪੇਸ਼ੈਂਟ ਆਉਂਦਾ ਸਾਲ ਮੈਰਿਜ ਨੂੰ ਹੁੰਦਾ, ਮੈਂ ਉਹਨਾਂ ਨੂੰ ਕਹਿੰਦੀ ਹਾਂ ਤੁਸੀਂ ਨੈਚੁਰਲ ਟਰਾਈ ਕਰੋ, ਛੋਟੀ ਟੈਕਨੀਕਸ ਨਹੀਂ, ਅਸੀਂ ਤਾਂ IVF ਕਰਾਉਣਾ ਹੈ। ਸੋ ਮੇਰੀ ਇਹ 30 ਸਾਲਾਂ ਦੀ ਜਰਨੀ ਵਿੱਚ ਮੈਂ ਇੰਨਾ ਚੇਂਜ ਦੇਖਿਆ ਹੈ, ਇੰਨੀ ਪ੍ਰੋਗਰੈਸ ਦੇਖੀ ਹੈ, ਮਤਲਬ ਜਿਵੇਂ ਕਹਿ ਲਓ ਕਿ ਹਰ ਚੀਜ਼ ਵਿੱਚ ਇੰਨੀ ਪ੍ਰੋਗਰੈਸ ਹੋਈ ਹੈ। ਸੋ ਉੱਥੋਂ ਰਾਈਜ਼ ਕਰਕੇ ਇੱਥੇ ਆਉਣਾ, ਫਿਰ ਮੇਨਟੇਨ ਕਰਨਾ, ਮਤਲਬ ਆਪਣਾ ਰਿਜ਼ਲਟ, ਆਪਣਾ ਸਕਸੈਸ ਰੇਟ, ਅਤੇ ਨਾਲ ਹੀ ਸਾਰੀ ਸਟੱਡੀਜ਼ ਕਰਨਾ, ਦੇਖਣਾ ਕਿ ਕੀ ਚੀਜ਼ ਰਿਜ਼ਲਟ ਦਿੰਦੀ ਹੈ ਕੀ ਨਹੀਂ ਦਿੰਦੀ, ਆਪਣਾ ਡਾਟਾ ਇਕੱਠਾ ਕਰਨਾ, ਫਿਰ ਉਹਨੂੰ ਇੰਟਰਨੈਸ਼ਨਲ ਫੋਰਮਸ 'ਤੇ ਪ੍ਰੋਜੈਕਟ ਕਰਨਾ ਕਿ ਹਾਂ ਆਪਾਂ ਵੀ ਕੁਝ ਮਤਲਬ
ਹੁਣ ਪੇਸ਼ੈਂਟ ਪਹਿਲੇ ਜਦ ਮੈਂ ਖੋਲਿਆ ਸੀ ਸੈਂਟਰ, ਪੇਸ਼ੈਂਟ ਕਹਿੰਦੇ ਸੀ ਆਪਾਂ ਤਾਂ ਬੰਬੇ ਜਾਣਾ ਹੈ IVF ਕਰਾਉਣ, ਜਿਨ੍ਹਾਂ ਕੋਲ ਬਹੁਤ ਪੈਸੇ ਹੁੰਦੇ ਸੀ ਉਹ ਆਪਾਂ ਅਬਰੋਡ ਜਾਣਾ ਹੈ। ਮਤਲਬ ਉਸ ਸਟੇਜ ਤੋਂ ਆ High ਕੇ profile ਅੱਜ ਦੀ ਲੋਕ ਡੇਟ ਹੁੰਦੇ ਨੂੰ ਹੋਣਗੇ। ਪੇਸ਼ੈਂਟ ਕਹਿੰਦੇ ਆ ਅਸੀਂ ਲੁਧਿਆਣੇ IVF ਕਰਾਉਣ ਜਾਣਾ ਹੈ। ਮੈਡਮ ਉਦੋਂ ਮੇਰਾ ਖਿਆਲ ਹਾਈ ਪ੍ਰੋਫਾਈਲ ਜਿਹੜੇ ਲੋਕ ਹੋਣਗੇ ਉਹੀ IVF ਕਰਾਉਂਦੇ ਹੋਣਗੇ, ਆਮ ਬੰਦਾ ਤਾਂ ਨਹੀਂ, ਬਿਲਕੁਲ ਮਿਡਲ ਕਲਾਸ ਤਾਂ ਨਹੀਂ। ਅਵੇਅਰਨੈਸ ਹੀ ਨਹੀਂ ਸੀ ਲੋਕਾਂ ਨੂੰ, ਸੀ ਕਿ IVF ਹੈ ਚਲੋ ਬੰਬੇ ਚਲੇ ਜਾਓ, ਕਿਉਂਕਿ ਉੱਥੋਂ ਸਟਾਰਟ ਹੋਇਆ ਸਾਰਾ ਸਿਸਟਮ। बॉम्बे चले जाओ, कैलकाटा चले जाओ, या बाहर चले जाओ, अब्रॉड चले जाओ, मतलब जो बहुत जिन्हां दे रिलेटिव्स बाहर सी या वैल सैटल बाहर सी वो बाहर ही जाते सी, क्योंकि इत्थे अवेलेबल ही नहीं सी ना फैसिलिटीज़ ना इक्विपमेंट ना एक्सपर्टाइज। सो हुण अज दी डेट मेरी 30 साल की जर्नी विच पेशेंट आके कहता है, ईवन दूरों मेरे को ऑल ओवर इंडिया तो पेशेंट आता है, देखो बाई वर्ड ऑफ माउथ, कोई आया कोई कितने ट्रांसफर हो गया या किहड़े भी एरिया च है, ਉਹ ਆ ਕੇ ਕਹਿੰਦੇ ਜੀ ਅਸੀਂ ਲੁਧਿਆਣਾ ਡਾਕਟਰ ਸੋਫਤ ਕੋਲੋਂ IVF ਕਰਾਉਣਾ। ਸੋ ਪੇਸ਼ੈਂਟ ਦਾ ਵਿਸ਼ਵਾਸ ਬਣ ਗਿਆ ਇੱਕ ਕਿਸਮ ਨਾਲ, ਰਿਜ਼ਲਟਸ ਆਉਂਦੇ ਹੈ, ਸਕਸੈਸ ਆਉਂਦਾ ਹੈ, ਚੈਲੰਜਸ ਆਉਂਦੇ ਹੈ, ਫੇਲੀਅਰਸ ਵੀ ਆਉਂਦੇ ਹੈ, ਹਰ ਸਟੈਪ ਵਿੱਚ ਮਤਲਬ ਹੁੰਦਾ ਹੈ। ਮਤਲਬ ਅੱਜ ਦੀ ਡੇਟ ਵਿੱਚ ਵੀ ਮੈਂ ਜਦ ਕਿਸੇ ਪੇਸ਼ੈਂਟ ਦਾ ਭਰੂਣ ਰੱਖਦੀ ਆ ਅੰਦਰ ਤੇ ਵਾਹਿਗੁਰੂ ਦਾ ਨਾਮ ਜਪਦੀ ਆ, ਰੱਬ ਦਾ ਨਾਮ ਲੈਂਦੀ ਆ ਕਿ ਉਹਨੂੰ ਸਕਸੈਸ ਮਿਲੇ। ਉਹ ਮੇਰਾ ਵੀ ਮਤਲਬ ਮੈਨੂੰ ਵੀ ਅੱਛਾ ਲੱਗਦਾ ਹੈ। ਔਰ ਬੱਚਾ ਇਹੋ ਜਿਹੀ ਚੀਜ਼ ਹੈ ਕਿ ਤੁਸੀਂ ਕਦੇ ਵੀ ਮੁੱਲ ਨਹੀਂ ਖਰੀਦ ਸਕਦੇ, ਨਾ ਮੈਂ ਮੁੱਲ ਖਰੀਦ ਕੇ ਉਹਨਾਂ ਨੂੰ ਦੇ ਸਕਦੀ ਹਾਂ ਨਾ ਉਹ ਖਰੀਦ ਸਕਦੇ ਹੈ। ਤਾਂ ਇੱਕ ਅਨਮੋਲ ਰਤਨ ਹੁੰਦੇ ਹੈ ਜਿਨ੍ਹਾਂ ਨੂੰ ਦੁਨੀਆ ਲਿਆਉਣ ਵਾਸਤੇ ਆਪਾਂ ਉਹਨਾਂ ਦੀ ਮਦਦ ਕਰਦੇ ਹਾਂ। ਤੁਹਾਨੂੰ ਯਾਦ ਹੈ ਕਿ ਪਹਿਲਾਂ ਤੁਹਾਡੇ ਕੋਲੇ ਪੇਸ਼ੈਂਟ ਕੌਣ ਆਇਆ ਸੀ ਬਾਂਝਪਨ ਦਾ ਜਿਹਦੇ ਤੁਸੀਂ ਭਰੂਣ ਰੱਖਿਆ ਔਰ ਉਸ ਤੋਂ ਬਾਅਦ ਉਹ ਸਕਸੈਸ ਹੋਇਆ? ਬਿਲਕੁਲ ਮੈਂ ਕਦੇ ਨਹੀਂ ਭੁੱਲ ਸਕਦੀ ਉਹ, ਮਤਲਬ ਫਸਟ ਜਿੱਥੋਂ ਤੁਹਾਡੀ ਜਰਨੀ ਸਟਾਰਟ ਹੋਈ। ਬਿਲਕੁਲ ਫਸਟ IVF ਕੀਤਾ, ਇੰਨੀ ਚੈਲੰਜਸ। ਉਸ ਟਾਈਮ ਇੰਨਾ ਇਕਵਿਪਮੈਂਟ ਵੀ ਨਹੀਂ ਸੀ, ਸਾਰਾ ਇੰਪੋਰਟ ਕਰਦੇ ਸੀ, ਹੁਣ ਤਾਂ ਇੰਡੀਆ ਵਿੱਚ ਵੀ ਮਿਲਦਾ ਤੇ ਕੀਤਾ। ਫਿਰ ਉਹਦਾ ਰਿਜ਼ਲਟ ਆਇਆ, ਬਹੁਤ ਖੁਸ਼ੀ ਹੋਈ, ਮਤਲਬ ਇੰਝ ਲੱਗਿਆ ਕਿ ਮੈਂ ਇੱਕ ਐਗਜ਼ਾਮ ਪਾਸ ਕਰ ਲਿਆ ਹੋਰ। ਠੀਕ ਹੈ, ਮੈਂ ਤੁਹਾਨੂੰ ਦੱਸਦੀ ਹਾਂ, ਹੁਣ 5-6 ਮਹੀਨੇ ਪੁਰਾਣੀ ਗੱਲ ਹੈ। ਇੱਕ ਪੇਸ਼ੈਂਟ ਆਇਆ, ਉਹਦੇ ਨਾਲ ਇੱਕ ਕੁੜੀ ਆਈ, ਮੇਰੇ ਖਿਆਲ 25 ਕੁ ਸਾਲ ਦੀ ਸੀ, ਤੇ ਮੈਂ ਰਿਕੋਗਨਾਈਜ਼ ਨਹੀਂ ਕਰ ਪਾਈ। ਨੋਰਮਲੀ ਮੈਨੂੰ ਪੇਸ਼ੈਂਟਸ ਯਾਦ ਰਹਿੰਦੇ ਆ ਪਰ ਕਈ ਵਾਰ ਨਹੀਂ ਯਾਦ। ਤੇ ਉਹ ਆ ਕੇ ਕਹਿੰਦੀ ਜੀ ਦੇਖੋ ਅੱਜ ਇਹਦਾ ਵੀਜ਼ਾ ਆ ਗਿਆ, ਬਾਹਰ ਜਾ ਰਹੀ ਹੈ, ਤੇ ਮੈਂ ਇਹਨੂੰ ਕਿਹਾ ਕਿ ਚਲ ਤੇਰੀ ਡਾਕਟਰ ਨੂੰ ਮਿਲਾ ਕੇ ਆਵਾਂ। ਉਹ ਮੇਰੇ ਤੋਂ ਮਤਲਬ ਹੋਈ ਸੀ, ਇਮੈਜਿਨ ਕਰੋ, ਸ਼ੀ ਇਜ਼ 25 ਈਅਰਸ, ਸ਼ੀ ਇਜ਼ ਗੋਇੰਗ ਅਬਰੋਡ, ਉਹਦੀ ਮੈਰਿਜ ਫਿਕਸ ਹੋ ਗਈ ਹੈ, ਉਹ ਮਤਲਬ ਆਪਣੀ ਨਈ ਇੱਕ ਲਾਈਫ ਦਾ ਪੜਾਅ ਸ਼ੁਰੂ ਕਰਨ ਲੱਗੀ ਹੈ। ਤੇ ਇਹੋ ਜਿਹੀਆਂ ਚੀਜ਼ਾਂ ਨਾ ਕਦੇ ਭੁੱਲਦੀਆਂ ਨਹੀਂ ਇਨਸਾਨ ਨੂੰ। ਕੋਈ ਬਹੁਤ ਕੇਸਿਸ ਹੁੰਦੇ ਹੈ, ਵੈਸੇ ਤਾਂ ਹਰ ਕੇਸ ਹੀ ਸਪੈਸ਼ਲ ਹੁੰਦਾ ਹੈ, ਪਰ ਕਈ ਡਿਫਿਕਲਟ ਕੇਸਿਸ ਹੁੰਦੇ ਆ, ਲੋਕਾਂ ਨੂੰ ਨਾ ਹੋਈ ਹੁੰਦੀ ਹੈ ਥਾਂ ਤੋਂ। ਔਰ ਇਹ ਨਾ ਬੜਾ ਇਮੋਸ਼ਨਲ ਜਰਨੀ ਹੈ ਸਾਡੇ ਵਾਸਤੇ ਵੀ, ਪੇਸ਼ੈਂਟ ਵਾਸਤੇ ਵੀ, ਕਿਉਂਕਿ ਜਦ ਪੇਸ਼ੈਂਟ ਦਾ ਰਿਜ਼ਲਟ ਨਹੀਂ ਆਉਂਦਾ, ਨੈਗੇਟਿਵ ਹੁੰਦਾ, ਸਾਨੂੰ ਵੀ ਬਹੁਤ ਫੀਲ ਹੁੰਦਾ ਹੈ। ਇੱਕ ਹੋਰ ਚੈਲੰਜ ਹੁੰਦਾ ਹੈ ਕਿ ਹੁਣ ਉਹਨੂੰ ਦੁਬਾਰਾ ਪ੍ਰੈਗਨੈਂਟ ਕਰਨਾ, ਜਿਹਦਾ ਆ ਜਾਏ ਫਿਰ ਆਉਂਦਾ, ਖੁਸ਼ੀ ਇੰਨੀ ਹੁੰਦੀ ਹੈ, ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਨੀ ਸਾਨੂੰ ਇੰਨੀ ਅੱਛੀ ਲੱਗਦੀ ਹੈ ਨਾ। ਮਤਲਬ ਤੁਸੀਂ ਸੋਚੋ, ਮੈਨੂੰ ਮਿੱਠਾ ਖਾਣ ਦਾ ਬਹੁਤ ਸ਼ੌਕ ਹੈ, ਮਤਲਬ ਮੈਨੂੰ ਬਹੁਤ ਸ਼ੂਗਰ ਕ੍ਰੇਵਿੰਗ ਹੁੰਦੀ ਹੈ, ਮੈਂ ਅਜੇ ਤੱਕ ਮਿਠਾਈ ਨਹੀਂ ਖਰੀਦੀ। ਮਤਲਬ ਇਹੋ ਜਿਹੀ ਕਿਰਪਾ ਹੈ ਨਾ ਰੱਬ ਦੀ ਕਿ ਰੋਜ਼ ਕੋਈ ਨਾ ਕੋਈ ਮਿਠਾਈ ਦਾ ਡੱਬਾ ਆਉਂਦਾ ਮੇਰੇ ਕੋਲ, ਕੋਈ ਨਾ ਕੋਈ ਪੇਸ਼ੈਂਟ ਥੈਂਕਸ ਕਰਨ ਆਉਂਦਾ ਹੈ ਤੇ ਨਾਲ ਆਪਣਾ ਬੱਚਾ ਲੈ ਕੇ ਆਉਂਦਾ ਹੈ। ਬਹੁਤ ਖੁਸ਼ੀ ਹੁੰਦੀ ਹੈ, ਮਤਲਬ ਇਹ ਪ੍ਰੋਫੈਸ਼ਨਲ ਸੈਟਿਸਫੈਕਸ਼ਨ ਹੈ ਜਿਹੜੀ ਮੈਂ 30 ਸਾਲ ਵਿੱਚ ਮਤਲਬ ਮੈਨੂੰ ਹੁੰਦੀ ਹੈ ਹਰ ਵਾਰ। ਜੋ ਤੁਹਾਡੇ ਕੋਲ ਮੈਂ ਪਹਿਲਾ ਕੇਸ ਆਇਆ ਸੀ ਇਨਫਰਟੀਲਿਟੀ ਦਾ, ਔਰ ਉਹਨਾਂ ਨੇ ਲੋਕ ਦਵਾਈਆਂ ਇੱਧਰ ਉੱਧਰੋਂ ਖਾ ਕੇ ਉਸ ਤੋਂ ਬਾਅਦ ਹੀ ਮੇਰਾ ਖਿਆਲ ਜਾਂਦੇ ਆ ਕਿ IVF ਟਰਾਈ ਕਰੀ। ਹੁਣ 30 ਸਾਲ ਪਹਿਲਾਂ ਜਿਹੜਾ ਬੰਦਾ ਆਇਆ ਤੁਹਾਡੇ ਕੋਲੇ IVF ਵਾਸਤੇ, ਕਿਉਂਕਿ ਉਦੋਂ ਤਾਂ ਉਸ ਤੋਂ ਬਾਅਦ ਤਾਂ ਟੈਕਨੀਕ ਹੀ ਬਹੁਤ ਜ਼ਿਆਦਾ ਬਦਲ ਗਈ, ਬਹੁਤ ਪ੍ਰੋਗਰੈਸ ਆ ਗਈ, 3 ਦਹਾਕੇ ਹੋ ਗਏ, ਕੋਈ ਥੋੜਾ ਸਮਾਂ ਨਹੀਂ ਹੈ ਇਹ। ਉਹ ਕੀ ਸੋਚ ਕੇ ਔਰ ਕੀ ਕਨਵਰਸੇਸ਼ਨ ਸੀ ਤੁਹਾਡੀ, ਯਾਦ ਆ ਤੁਹਾਨੂੰ ਕੁਝ? ਬਿਲਕੁਲ ਉਸ ਸਮੇਂ ਕਿਹੋ ਜਿਹੇ ਸੀ ਪੇਸ਼ੈਂਟ, ਔਰ ਹੁਣ ਪੇਸ਼ੈਂਟ ਦੇ ਦੱਸਣ ਦੇ ਤਰੀਕੇ ਵੀ ਬਦਲ ਗਏ ਹੋਣਗੇ ਵੈਸੇ ਵੀ ਪੇਸ਼ੈਂਟ? ਬਿਲਕੁਲ, ਉਸ ਟਾਈਮ ਪੇਸ਼ੈਂਟ ਨੂੰ ਸਮਝਾਉਣਾ ਕਿ ਟੈਸਟ ਟਿਊਬ ਤੁਸੀਂ ਕਰਾਉਣਾ ਹੈ, ਮਤਲਬ ਤੁਹਾਡੇ ਨੈਚੁਰਲ ਨਹੀਂ ਹੋ ਸਕਦਾ, ਇਹੋ ਜਿਹੀ ਪ੍ਰੋਬਲਮਸ ਹੈ ਤੁਹਾਡੇ ਅੰਦਰ ਕਿ ਨਹੀਂ ਨੈਚੁਰਲੀ ਕਨਸੀਵ ਕਰਨਾ, ਪੇਸ਼ੈਂਟ ਨੂੰ ਕਨਵਿੰਸ ਕਰਨਾ। ਦੇਖੋ 30 ਸਾਲ ਪਹਿਲਾਂ ਮੈਂ ਵੀ ਇੰਨੀ ਸੀਨੀਅਰ ਡਾਕਟਰ ਨਹੀਂ ਸੀ, ਮੇਰੇ ਲਈ ਵੀ ਨਈ ਚੀਜ਼ ਸੀ, ਪੇਸ਼ੈਂਟ ਵਾਸਤੇ ਵੀ ਨਈ ਚੀਜ਼ ਸੀ, ਤੇ ਉਹਨੂੰ ਕਨਵਿੰਸ ਕਰਨਾ, ਸਾਰਾ ਸਮਝਾਉਣਾ। ਉਸ ਤੋਂ ਬਾਅਦ ਉਹਨੂੰ ਜਿਹੜੀ ਨਰਵਸਨੈਸ ਹੁੰਦੀ ਸੀ, ਹੁਣ ਹਾਲੇ ਵੀ ਹੁੰਦੀ ਹੈ, ਪਰ ਉਸ ਟਾਈਮ ਬਹੁਤ ਜ਼ਿਆਦਾ ਹੁੰਦਾ ਸਟ੍ਰੈਸ। ਮੈਨੂੰ ਹਾਲੇ ਤੱਕ ਉਹ ਪੇਸ਼ੈਂਟ ਦਾ ਯਾਦ ਹੈ ਨਾ, ਮੈਂ ਦੱਸਾਂਗੀ ਨਹੀਂ। ਮਤਲਬ ਮੈਂ ਫਸਟ ਪੇਸ਼ੈਂਟ ਜਿਹੜਾ ਆਪਣੀ ਲਾਈਫ ਵਿੱਚ ਦੇਖਿਆ, ਤੇ ਫਿਰ ਉਹ ਪ੍ਰੈਗਨੈਂਟ ਹੋਇਆ। ਉਸ ਟਾਈਮ ਸਾਰਾ ਕੰਮ ਖੁਦ ਕਰਨਾ, ਫਿਰ ਦੇਖਣਾ, ਫਿਰ ਪੜ੍ਹਨਾ, ਸਟੱਡੀਜ਼ ਕਰਨੀਆਂ। ਹਾਲਾਂਕਿ ਅੱਜ ਕੱਲ੍ਹ ਵੀ ਮੈਂ ਮਤਲਬ ਹਮੇਸ਼ਾ ਰਾਤ ਨੂੰ ਕੁਛ ਨਾ ਕੁਛ ਪੜ੍ਹ ਕੇ ਜ਼ਰੂਰ ਸੌਂਦੀ ਹਾਂ, ਮਤਲਬ ਜਿਹੜੀ ਪ੍ਰੋਗਰੈਸ ਹੋ ਗਈ ਹੈ ਜਾਂ ਕਿਵੇਂ ਆਪਾਂ ਹੋਰ ਸਕਸੈਸ ਵਧਾ ਸਕਦੇ ਹਾਂ।
ਪਰ ਦੈਟ ਉਹ ਟਾਈਮ ਡਿਫਰੈਂਟ ਸੀ, ਕਨਵਿੰਸ ਕਰਨਾ ਪੇਸ਼ੈਂਟ ਨੂੰ ਬਹੁਤ ਔਖਾ ਹੁੰਦਾ ਸੀ। ਲੇਡੀਜ਼ ਨੂੰ ਕਨਵਿੰਸ ਕਰਨਾ ਔਖਾ ਸੀ ਜਾਂ ਉਹਨਾਂ ਦੇ ਹਸਬੈਂਡ ਨੂੰ, ਜਾਂ ਦੇਖੋ ਦੋਨੇ ਰਾਏ ਬਣਾ ਕੇ ਆਉਂਦੇ ਕਿ ਹੁਣ ਅਖੀਰਲਾ ਆਪਸ਼ਨ ਹੈ ਇੱਥੇ ਜਾਈਏ? ਜਿਹੜਾ ਆਈਵੀਐਫ ਦਾ ਪੇਸ਼ੈਂਟ ਹੁੰਦਾ ਨਾ, ਉਹਦੇ ਨਾਲ ਹਮੇਸ਼ਾ ਉਹਦੇ ਰਿਲੇਟਿਵਸ ਵੀ ਹੁੰਦੇ ਆ ਮੋਸਟਲੀ, ਕਿਉਂਕਿ ਜੁਆਇੰਟ ਫੈਮਿਲੀਜ਼ ਹੁੰਦੀ ਹੈ ਸਪੈਸ਼ਲੀ ਪਿੰਡਾਂ ਵਿੱਚ। ਅਗਰ ਆਪਾਂ ਹਸਬੈਂਡ ਵਾਈਫ ਨੂੰ ਕਨਵਿੰਸ ਵੀ ਕਰ ਦਈਏ, ਨਾਲ ਓਲਡਰ ਲੇਡੀਜ਼ ਆਉਂਦੀ ਹੈ, ਰਿਸ਼ਤੇਦਾਰੀ ਵਿੱਚ ਆਉਂਦੇ ਹੈ, 2-3 ਬੰਦੇ ਆਉਂਦੇ ਆ, ਚਲੋ ਉਹਨਾਂ ਨੂੰ ਸਮਝਾ ਦਿੱਤਾ, ਫਿਰ ਉਹ ਗਾਂਹ ਜਾ ਕੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਡਿਸਕਸ ਕਰਾਂਗੇ। ਤੇ ਜਿਹੜੇ ਵਹਿਮ ਔਰ ਭਰਮ ਹੈ ਨਾ ਉਹਨਾਂ ਦੇ ਅੰਦਰ, ਮਤਲਬ ਬਹੁਤ ਸਾਰੇ ਵਹਿਮ ਆ ਜਾਂਦੇ ਆ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਉਹ ਫਿਰ ਕਸ਼ਮਕਸ਼ ਸ਼ੁਰੂ ਹੋ ਜਾਂਦੀ ਹੈ, ਕਰਾਈਏ ਨਾ ਕਰਾਈਏ, ਕਰਾਈਏ ਨਾ ਕਰਾਈਏ। ਵਹਿਮ ਕਿਸ ਤਰ੍ਹਾਂ ਦੇ ਸੀਗੇ ਉਸ ਸਮੇਂ ਲੋਕਾਂ ਦੇ ਜ਼ਿਹਨ ਦੇ ਵਿੱਚ ਆਈਵੀਐਫ ਨੂੰ ਲੈ ਕੇ? ਬਿਲਕੁਲ, ਮਤਲਬ ਕਿ ਕਿਉਂਕਿ ਵਹਿਮ ਤਾਂ ਹੁਣ ਵੀ ਲੋਕਾਂ ਦੇ, ਹੁਣ ਵੀ ਵਹਿਮ ਜ਼ਿਹਨ ਤਾਂ ਦੇ ਵਿੱਚ ਹੁਣ ਵੀ ਵਹਿਮ ਹੈ। ਕਹਿ ਲਓ ਜਾਂ ਹੁਣ ਜਿਹੜੀਆਂ ਗੱਲਾਂ ਚੱਲਦੀਆਂ, ਪਰ ਹੁਣ ਇੱਕ ਨਾ ਚੀਜ਼ ਡਿਫਰੈਂਟ ਹੈ, ਹੁਣ ਗੂਗਲ ਆ ਗਿਆ, ਪੇਸ਼ੈਂਟ ਨੂੰ ਕੁਝ ਵੀ ਪੁੱਛਣਾ ਹੁੰਦਾ ਹੈ, ਉਹ ਅੱਜ ਕੱਲ੍ਹ ਤਾਂ AI ਵੀ ਆ ਗਈ ਹੈ, ਚੈਟ GPT ਆ ਗਈ ਹੈ, ਪੇਸ਼ੈਂਟ ਉੱਥੇ ਟਾਈਪ ਕਰਦਾ, ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਪਰ ਉਸ ਟਾਈਮ ਵਹਿਮ, ਜਿਵੇਂ ਕਿ ਹਾਏ ਮੈਂ ਬੱਚਾ IVF ਤੋਂ ਲਵਾਂਗੀ, ਪਤਾ ਨਹੀਂ ਕੀ ਹੋ ਜਾਏਗਾ, ਮੇਰੀ ਹੈਲਥ ਤਾਂ ਨਹੀਂ ਖਰਾਬ ਹੋ ਜਾਏਗੀ, ਮੈਨੂੰ 9 ਮਹੀਨੇ ਮੰਜੇ ਤੇ ਨਹੀਂ ਪੈਣਾ ਪਏਗਾ, ਪਤਾ ਨਹੀਂ ਕੀ ਹੋਏਗਾ, ਜੇ ਨਾ ਹੋਇਆ ਫਿਰ ਘਰ ਵਾਲੇ ਕੀ ਕਹਿਣਗੇ। ਔਰ ਇੱਕ ਹੋਰ ਗੱਲ ਕਿ ਹਸਬੈਂਡ ਉਸ ਟਾਈਮ ਤੇ ਨਾ, ਮਤਲਬ ਨਾ ਹਸਬੈਂਡ ਵਾਈਫ ਦਾ ਦੋਨੋਂ ਕੰਟਰੀਬਿਊਸ਼ਨ ਹੁੰਦਾ ਹੈ। ਅੱਜ ਕੱਲ੍ਹ ਫਿਰ ਵੀ ਥੋੜ੍ਹੀ ਅਵੇਅਰਨੈਸ ਹੈ, ਹਸਬੈਂਡ ਨਾਲ ਆਉਂਦੇ ਹੈ। ਉਸ ਟਾਈਮ ਇੰਨਾ ਨਹੀਂ ਸੀ ਕਿ ਸਿਰਫ ਲੇਡੀ ਨੂੰ ਹੀ ਜ਼ਿਆਦਾ ਕਿਹਾ ਜਾਂਦਾ ਸੀ ਕਿ ਤੇਰੇ ਬੱਚਾ ਨਹੀਂ ਹੋ ਰਿਹਾ, ਮੀਨਸ 100% ਤੇਰੇ ਵਿੱਚ ਹੀ ਪ੍ਰੋਬਲਮ ਹੈ। ਸੋ ਬਹੁਤ ਡਿਫਿਕਲਟ ਹੁੰਦਾ ਸੀ ਹਸਬੈਂਡ ਨੂੰ ਕਨਵਿੰਸ ਕਰਨਾ ਕਿ ਤੁਹਾਡੇ ਅੰਦਰ ਵੀ ਪ੍ਰੋਬਲਮ ਆ ਸਕਦੀ ਹੈ। ਸੋ ਟਾਈਮ ਚੇਂਜ ਹੋ ਰਿਹਾ ਹੈ, ਹੁਣ ਤਾਂ ਗੂਗਲ AI ਪੇਸ਼ੈਂਟ ਨੂੰ ਬਹੁਤ, ਮਤਲਬ ਇੰਨੇ ਸੈਂਟਰ ਖੁੱਲ ਗਏ ਹੈ, ਸਭ ਕੁਝ ਪੇਸ਼ੈਂਟ ਨੂੰ ਪਤਾ ਹੁੰਦਾ ਅੱਧੇ ਹੈ। ਡਾਕਟਰ ਤਾਂ ਮੈਨੂੰ ਲੱਗਦਾ ਹੁਣ ਗੂਗਲ ਤੇ ਦੇਖ ਕੇ ਲੋਕ ਬਣ ਜਾਂਦੇ, ਅੱਧੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੁੰਦੀਆਂ ਵੀ ਆਹ ਡਾਕਟਰ ਨੂੰ। ਬਿਲਕੁਲ, ਮੇਰੇ ਕੋਲ ਪੇਸ਼ੈਂਟਸ ਕੁਐਸਚਨ ਪੁੱਛਦੇ ਆ ਤੇ ਮੈਨੂੰ ਵੀ ਅੱਛਾ ਲੱਗਦਾ ਜਦੋਂ ਕੁਐਸਚਨਸ ਪੁੱਛਦੇ ਆ, ਕਿਉਂਕਿ ਫਿਰ ਉਹਨਾਂ ਦੀ ਵੀ ਇਨਵੋਲਵਮੈਂਟ ਹੋ ਜਾਂਦੀ ਹੈ ਟ੍ਰੀਟਮੈਂਟ ਵਿੱਚ, ਤੇ ਮੈਨੂੰ ਵੀ ਯਾਦ ਰਹਿੰਦਾ ਹੈ, ਤੇ ਜਿਹੜੇ ਉਹਨਾਂ ਦੇ ਡਾਊਟਸ ਹੈ ਉਹ ਅਸੀਂ ਕਲੀਅਰ ਕਰਦੇ ਆ। ਇੱਕ ਪ੍ਰੋਸੈਸ ਜਾਨਣਾ ਚਾਹੁੰਦਾ, ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ? ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਊਗਾ, ਔਰ ਖਾਸ ਤੌਰ ਤੇ 2 ਸ਼ਬਦ ਚੱਲਦੇ ਆ ਸਿਮਿਲਰ, ਇੱਕ ਟੈਸਟ ਟਿਊਬ ਬੇਬੀ ਔਰ ਇੱਕ IVF। ਇਹ ਸੇਮ ਹੈ ਜਾਂ ਫਰਕ ਹੈ ਇਹਨਾਂ ਦੇ ਵਿੱਚ? ਟੈਸਟ ਟਿਊਬ ਬੇਬੀ ਇੱਕ ਲੇਮੈਨ ਲੈਂਗੁਏਜ ਵਿੱਚ ਆਪਾਂ ਕਹਿੰਦੇ ਆ। IVF ਮੀਨਸ ਇਨ ਵਿਟਰੋ ਫਰਟੀਲਾਈਜੇਸ਼ਨ, ਮੀਨਸ ਜਿਹੜਾ ਤੁਸੀਂ ਐਮਬ੍ਰੀਓ ਬਣਾਉਣਾ ਹੈ ਉਹ ਤੁਸੀਂ ਲੈਬੋਰੇਟਰੀ ਵਿੱਚ ਬਣਾਉਣਾ ਹੈ, ਬਾਹਰ ਬਣੇਗਾ, ਤੇ ਉਹ ਬੱਚਾ ਬਣਾ ਕੇ ਯੂਟਰਸ ਵਿੱਚ ਰੱਖਣਾ ਹੈ। ਬੇਸਿਕਲੀ ਇਹ ਪ੍ਰੋਸੈਸ ਹੈ IVF ਦਾ। ਤੇ ਇਹਦੇ ਕਈ ਇੰਡੀਕੇਸ਼ਨਸ ਹੈ। ਲੌਂਗ ਸਟੈਂਡਿੰਗ ਇਨਫਰਟੀਲਿਟੀ, ਕਿਸੇ ਨੂੰ ਬਹੁਤ ਸਾਲ ਹੋ ਗਏ, ਕਿਸੇ ਲੇਡੀ ਦੀ ਟਿਊਬਾਂ ਬੰਦ ਹੈ, ਕਿਸੇ ਦੇ ਆਦਮੀ ਦੇ ਸ਼ੁਕਰਾਣੂ ਵਿੱਚ ਹਸਬੈਂਡ ਦੀ ਸਪਰਮ ਪ੍ਰੋਬਲਮ ਹੈ, ਮਤਲਬ ਐਂਡੋਮੈਟਰੀਓਸਿਸ ਹੈ, ਬੜੀ ਟੈਕਨੀਕਲ ਚੀਜ਼ ਹੈ, ਤੇ ਉਹਨਾਂ ਕੇਸਿਸ ਵਿੱਚ IVF ਹੁੰਦਾ। ਬੇਸਿਕਲੀ ਲੇਡੀਜ਼ ਦੇ ਐਗ ਆਪਾਂ ਬਾਹਰ ਕੱਢ ਲੈਂਦੇ ਹਾਂ, ਐਗਸ ਬਾਹਰ ਕੱਢ ਕੇ ਭਰੂਣ ਤਿਆਰ ਕਰਕੇ ਉਹ ਫਿਰ ਯੂਟਰਸ ਵਿੱਚ ਰੱਖਿਆ ਜਾਂਦਾ ਹੈ। ਇਸ ਪ੍ਰੋਸੈਸ ਨੂੰ ਆਪਾਂ IVF ਕਹਿੰਦੇ ਹਾਂ, ਔਰ ਲੇਮੈਨ ਲੈਂਗੁਏਜ ਵਿੱਚ ਇਹਨੂੰ ਟੈਸਟ ਟਿਊਬ ਬੇਬੀ ਕਹਿੰਦੇ ਹਾਂ। ਆਮ ਤੌਰ ਤੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਹ ਕਿਹਾ ਜਾਂਦਾ ਸੀ ਕਿ ਇਹ ਫਲਾਨੀ ਬੀਬੀ ਦੇ ਤਾਂ ਬੱਚਾ ਨਹੀਂ ਹੋ ਰਿਹਾ, ਇਹਦੇ ਵੱਲ ਪ੍ਰੋਬਲਮ ਹੋਣੀ ਹੈ। ਪਰ ਜਦੋਂ ਤੋਂ ਟੈਕਨੀਕ ਆਈ ਔਰ ਉਸ ਤੋਂ ਬਾਅਦ ਫਿਰ ਲੋਕ ਅਵੇਅਰ ਹੋਏ, ਫਿਰ ਪਤਾ ਲੱਗਿਆ ਕਿ ਔਰਤ ਤਾਂ ਸ਼ਾਇਦ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ, ਪ੍ਰੋਬਲਮ ਬੰਦੇ ਦੇ ਵਿੱਚ ਵੀ ਹੈਗੀ ਹੈ। ਇਹ ਪ੍ਰੋਬਲਮਸ ਕਦੋਂ ਤੋਂ ਸ਼ੁਰੂ ਹੋਈਆਂ ਔਰ ਕਿਹੜੀ ਇਹੋ ਜਿਹੀ ਵਜ੍ਹਾ ਜਿਹਦੇ ਕਰਕੇ ਬਾਂਝਪਨ ਦੀ ਸਮੱਸਿਆ ਸ਼ੁਰੂ ਹੁੰਦੀ ਹੈ? ਦੇਖੋ, ਜਿਵੇਂ ਸਾਡਾ ਲਾਈਫ ਸਟਾਈਲ ਕਿੰਨਾ ਜਿਹੜਾ ਚੇਂਜ ਹੋਇਆ, ਇਹਦੇ ਕਰਕੇ ਬਾਂਝਪਨ ਦੀ ਸਮੱਸਿਆ ਵਧੀ ਹੈ। ਪੁਰਾਣੇ, ਮਤਲਬ ਕਹਿ ਲਓ ਕਿ ਉਸ ਟਾਈਮ ਵਿੱਚ ਸਾਰੇ ਹੈਲਦੀ ਹੁੰਦੇ ਸੀ, ਖਾਣੇ ਵਿੱਚ ਇੰਨੀ ਮਿਲਾਵਟ ਨਹੀਂ ਹੁੰਦੀ ਸੀ, ਫਿਜ਼ੀਕਲ ਐਕਟੀਵਿਟੀ ਸੀ, ਠੀਕ ਹੈ ਨਾ। ਬੱਚੇ ਹੁਣ ਅੱਜ ਦੇਖ ਲਓ, ਅੱਜ ਕੱਲ੍ਹ ਬੱਚੇ ਸਕੂਲੋਂ ਆਉਂਦੇ ਆ, ਸਭ ਤੋਂ ਪਹਿਲੇ ਮੋਬਾਈਲ ਚਲਾਉਂਦੇ ਆ। ਉਸ ਟਾਈਮ ਇਮੈਜਿਨ, ਮਤਲਬ ਮੋਬਾਈਲ ਦਾ ਨਾਂ ਹੀ ਨਹੀਂ ਸੀ, ਬੱਚੇ ਗੇਮਸ ਖੇਲਦੇ ਸੀ, ਫਿਜ਼ੀਕਲ ਐਕਟੀਵਿਟੀ ਬਹੁਤ ਸੀ। ਹੁਣ ਤਾਂ ਘਟ ਗਈ, ਹੁਣ ਤਾਂ ਬਿਲਕੁਲ ਹੀ, ਮਤਲਬ ਗਰਲਸ ਵਿੱਚ ਤੁਸੀਂ ਦੇਖੋ ਬੈਸਟੀ ਕਿੰਨੀ ਹੋ ਗਈ ਹੈ, ਮੋਟਾਪਾ ਕਿੰਨਾ ਆ ਗਿਆ। ਫਾਸਟ ਫੂਡ, ਉਸ ਟਾਈਮ ਕਿੰਨੇ ਮੈਕਡੋਨਲਡ ਤੇ KFC ਸੁਣਿਆ ਸੀ, ਸਾਰੇ ਖਾਂਦੇ ਆ ਹੁਣ। ਫਿਰ ਫਿਜ਼ੀਕਲ ਐਕਟੀਵਿਟੀ ਹੈ ਨਹੀਂ, ਉੱਪਰੋਂ ਮਿਲਾਵਟ ਹੋ ਗਈ, ਸਟ੍ਰੈਸ ਹੋ ਗਿਆ, ਸਟ੍ਰੈਸ ਕਿੰਨਾ ਵੱਧ ਗਿਆ। ਕੋਈ ਬੈਂਕਰਸ ਹੈ, ਸਭ ਨੂੰ ਆਪਣੇ ਟਾਰਗੇਟਸ ਮੀਟ ਕਰਨੇ ਆ, ਮਤਲਬ ਟਾਰਗੇਟਸ ਮੀਟ ਕਰਨੇ ਆ, ਦਿਮਾਗੀ ਪਰੇਸ਼ਾਨੀ ਹੈ, ਉਹਦੇ ਨਾਲ ਗੰਦੀ ਹੈ, ਅਨਹੈਲਦੀ ਡਾਈਟ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ, ਨਾਲੇ ਹੁਣ ਡਰਿੰਕਸ ਜ਼ਿਆਦਾ ਕਰਨ ਲੱਗੇ। ਹੁਣ ਤਾਂ ਲੇਡੀਜ਼ ਵੀ ਦੇਖੋ ਕਰਦੀ ਹੈ ਡਰਿੰਕਸ, ਸਮੋਕਿੰਗ, ਮਤਲਬ ਜਿਹੜੀ ਸਾਰੀ ਚੀਜ਼ਾਂ ਦਾ ਸਪਰਮ ਦਾ DNA ਡੈਮੇਜ ਕਰ ਦਿੰਦੀ ਹੈ। ਨਸ਼ੇ ਕਿੰਨੇ ਆ ਗਏ ਆ, ਉਸ ਟਾਈਮ ਕਿੰਨੇ ਸੁਣਿਆ ਸੀ। ਸੋ ਇਹ ਸਾਰੀ ਚੀਜ਼ਾਂ, ਲੇਟ ਮੈਰਿਜ, ਅੱਜ ਕੱਲ੍ਹ ਗਰਲਸ ਵੀ, ਲੇਡੀਜ਼ ਵੀ ਕਿੰਨਾ ਕੈਰੀਅਰ ਓਰੀਐਂਟਡ ਹੋ ਗਈ ਹੈ। ਮਤਲਬ ਸਾਡੇ ਟਾਈਮ ਤੇ
23 ਸਾਲ ਤੋਂ ਲੈ ਕੇ 27 ਸਾਲ ਤੱਕ ਵੱਡੀ ਉਮਰ ਹੋ ਜਾਂਦੀ ਸੀ ਕਿ ਮੈਰਿਜ ਹੋ ਜਾਣੀ ਚਾਹੀਦੀ ਹੈ। ਮਤਲਬ 25 ਸਾਲਾਂ ਵਿੱਚ ਬੱਚਾ ਹੋ ਜਾਣਾ ਚਾਹੀਦਾ ਹੈ। ਹੁਣ ਅੱਜ ਕੱਲ੍ਹ ਮੈਰਿਜ ਹੀ 30 ਵਿੱਚ ਹੁੰਦੀ ਹੈ। ਦੇਖੋ ਹੁਣ ਗਰਲਸ ਦੀ, ਲੇਡੀਜ਼ ਦੀ ਐਗ ਬਣਨ ਦੀ ਕਪੈਸਿਟੀ, ਮੈਨੋਪੌਜ਼ ਇੰਨੀ ਛੇਤੀ ਹੋਣ ਲੱਗਿਆ ਹੈ। ਹਰ ਚੀਜ਼ ਵਿੱਚ ਮਿਲਾਵਟ ਹੈ, ਪੈਸਟੀਸਾਈਡਸ ਹੈ, ਆ ਸਾਰੀਆਂ ਲੌਂਗ ਸਟੈਂਡਿੰਗ ਪ੍ਰੋਬਲਮਸ, ਪੋਲਿਊਸ਼ਨ, ਇਹ ਸਾਰੀ ਚੀਜ਼ਾਂ ਜਿਹੜੀਆਂ ਇਨਫਰਟੀਲਿਟੀ ਕਰਦੀ ਹੈ। ਕੋਈ ਵੀ ਬਿਮਾਰੀ ਹੈ ਮਤਲਬ ਉਹ ਇੰਕਰੀਜ਼ ਹੋ ਗਈ ਹੈ। ਮੇਰਾ ਖਿਆਲ ਪਹਿਲਾਂ ਤਾਂ ਲੋਕਾਂ ਨੇ ਆ ਵੀ ਨਹੀਂ ਸੁਣਿਆ ਸੀ ਕਿ ਐਲਰਜੀ ਕੀ ਹੁੰਦੀ ਹੈ। ਬਸ ਮਾੜੀ ਮੋਟੀ ਛਿੱਕਾ ਆ ਗਈ ਜਾਂ ਕੁਛ ਹੋ ਗਿਆ। ਅੱਜ ਕੱਲ੍ਹ 50% ਲੋਕਾਂ ਨੂੰ ਐਲਰਜੀ ਹੈ। ਇੰਨੀ ਚੇਂਜਸ ਆ ਗਈ ਹੈ। ਜਿਵੇਂ ਜਿਵੇਂ ਪ੍ਰੋਗਰੈਸ ਹੋਈ ਉਵੇਂ ਉਵੇਂ ਬਿਮਾਰੀਆਂ ਵੀ ਵੱਧ ਗਈਆਂ। ਹਰ ਸ਼ਹਿਰ ਦੇ ਵਿੱਚ IVF ਸੈਂਟਰ ਇੰਨੇ ਜ਼ਿਆਦਾ ਖੁੱਲ ਰਹੇ ਹੈ ਕਿ ਇੰਨੀ ਜ਼ਿਆਦਾ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ। ਬਿਲਕੁਲ, ਦੇਖੋ ਮੈਂ ਮਤਲਬ ਕਿਉਂਕਿ ਤੁਸੀਂ 30 ਇਅਰਸ ਪਹਿਲਾਂ ਜਦੋਂ ਆਪਦਾ ਹਸਪੀਟਲ ਸਟਾਰਟ ਕੀਤਾ, ਉਦੋਂ ਅਸੀਂ ਤਾਂ ਪਿਛਲੇ 5-7 ਸਾਲਾਂ ਦੇ ਵਿੱਚ ਜ਼ਿਆਦਾ ਦੇਖ ਰਹੇ ਹਾਂ ਕਿ ਇੱਥੇ ਵੀ IVF ਸੈਂਟਰ ਖੁੱਲ੍ਹ ਗਿਆ, ਇੱਥੇ ਵੀ IVF ਸੈਂਟਰ ਖੁੱਲ੍ਹ ਗਿਆ। ਇਹ ਬ੍ਰਾਂਡਿੰਗ ਹੋ ਰਹੀ ਹੈ ਇਸ ਤਰੀਕੇ ਨਾਲ ਵੱਖ-ਵੱਖ ਹਸਪੀਟਲ ਦੀ, ਜਾਂ ਫਿਰ ਵਾਕਈ ਸਮੱਸਿਆ ਹੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ? ਕੰਪੀਟੀਸ਼ਨ ਵੀ, ਕਿਉਂਕਿ ਜ਼ਾਹਿਰ ਜੀ ਗੱਲ ਹੈ, ਇਹਦੇ ਨਾਲ ਬਹੁਤ ਜ਼ਿਆਦਾ ਵਧਿਆ ਹੋਊਗਾ। ਦੋ ਚੀਜ਼ਾਂ ਹੈ, ਇੱਕ ਤਾਂ ਬਾਂਝਪਨ ਬਹੁਤ ਵੱਧ ਗਿਆ, ਬਹੁਤ ਪ੍ਰੋਬਲਮ ਆ ਰਹੀ ਹੈ। ਇੱਕ ਹੁੰਦਾ ਸਬ ਫਰਟੀਲਿਟੀ, ਮਤਲਬ ਕਿ ਇੱਕਦਮ ਬਾਂਝਪਨ ਨਹੀਂ ਹੈ, ਵਿੱਚੋਂ ਵਿੱਚ ਪ੍ਰੋਬਲਮ ਹੈ। ਮਤਲਬ ਮਾੜੀ ਮੋਟੀ ਪ੍ਰੋਬਲਮਸ ਆ ਗਈ, ਹਸਬੈਂਡ ਵਿੱਚ ਹਲਕੀ ਫੁਲਕੀ ਸਪਰਮਸ ਦੀ ਪ੍ਰੋਬਲਮ ਆ ਗਈ, ਲੇਡੀ ਵਿੱਚ ਐਗਸ ਦੀ ਪ੍ਰੋਬਲਮ ਆ ਗਈ, ਤਾਂ ਲੋਕਾਂ ਨੇ ਫਿਰ IVF ਸੈਂਟਰ ਵੀ ਨਾਲ ਨਾਲ ਖੋਲ੍ਹਣੇ ਸ਼ੁਰੂ ਕਰ ਦਿੱਤੇ। ਡੈਡੀਕੇਟਿਡ ਨਹੀਂ, ਮਤਲਬ ਕਿ ਚਲੋ ਅਸੀਂ ਵੀ ਬਾਂਝਪਨ ਦਾ ਇਲਾਜ ਕਰੀਏ। ਫਿਰ ਹੁਣ ਅੱਜ ਕੱਲ੍ਹ ਕਾਰਪੋਰੇਟਸ ਹਸਪੀਟਲਸ ਦਾ ਬਹੁਤ ਆ ਗਿਆ ਹੈ। ਮਤਲਬ ਡਾਕਟਰਸ ਨੂੰ ਇੰਨਾ ਸਟ੍ਰੈਸ ਹੈ, ਕਾਰਪੋਰੇਟਸ ਨੇ ਟੇਕ ਓਵਰ ਕਰ ਲਿਆ ਅਤੇ ਹਰ ਕਾਰਪੋਰੇਟ ਸੈਕਟਰ ਦੇ ਆਪਣੇ ਪ੍ਰੋਟੋਕੋਲਸ ਹੈ, ਉਹ IVF ਸੈਂਟਰ ਵੀ ਖੋਲ੍ਹਦੇ ਆ, ਡਾਕਟਰਸ ਇੰਪਲੋਏ ਕਰਦੇ ਆ। ਸੋ ਇਸ ਕਰਕੇ ਜਿਹੜੀ ਚੀਜ਼ ਵਧੀ ਜਾਂਦੀ ਹੈ ਉਹਦਾ ਨਾਲ ਨਾਲ ਹੋਰ ਹੋ ਸਕਦਾ ਹੈ। ਦੇਖੋ ਪਹਿਲਾਂ ਜਨਰਲ ਹਸਪੀਟਲ ਕਿੰਨੇ ਸੀਗੇ ਹਸਪੀਟਲਸ, ਸਰਜਰੀ ਦਾ ਇੱਕ ਮਤਲਬ ਇੱਕ ਡਾਕਟਰ ਹੁੰਦਾ ਸੀ ਜਿਹੜੀ ਵਧੀਆ ਸਰਜਰੀ ਕਰਦਾ ਹੈ, ਇੱਕ ਡਾਕਟਰ ਹੁੰਦਾ ਜਿਹੜੀ ਡਿਲੀਵਰੀਆਂ ਕਰਦਾ ਹੈ। ਬਿਲਕੁਲ ਠੀਕ ਹੈ ਨਾ। ਕੋਈ ਕਾਰਡੀਓਲੋਜਿਸਟ, ਜਿਵੇਂ ਸਪੈਸ਼ਲੀ DM ਵਗੈਰਾ ਤਾਂ ਹੁੰਦੀ ਨਹੀਂ ਸੀ, MD ਮੈਡੀਸਨ ਸਾਰੇ ਪੇਸ਼ੈਂਟਸ ਦੇਖਦੇ ਸੀ ਉਸ ਟਾਈਮ। ਫਿਰ ਸੁਪਰ ਸਪੈਸ਼ਲਾਈਜੇਸ਼ਨਸ ਆ ਗਈ, ਕਿਡਨੀ ਦਾ ਡਾਕਟਰ ਹੋ ਗਿਆ, ਲਿਵਰ ਦਾ ਡਾਕਟਰ ਆ ਗਿਆ। ਮਤਲਬ ਇੰਜ ਕਰਕੇ ਹਸਪੀਟਲਸ ਆ ਗਏ, ਕਾਰਪੋਰੇਟਸ ਆ ਗਏ, ਕਾਫੀ ਸਾਰੀ ਚੇਨਸ ਹੈ, ਉਹ ਆਪਣਾ ਵਰਕਅਪ ਕਰਦੇ ਆ। ਉਹਨਾਂ ਨੂੰ ਲੱਗਦਾ ਕਿ ਇਹ ਪ੍ਰੋਬਲਮ ਜ਼ਿਆਦਾ ਹੈ ਅਤੇ ਹਸਪੀਟਲਸ ਖੁੱਲ੍ਹਣ ਲੱਗ ਗਏ। ਜਿਵੇਂ ਜਿਵੇਂ ਸਮੱਸਿਆ ਵਧੀ, ਹਸਪੀਟਲਸ ਵੀ ਜ਼ਿਆਦਾ ਖੁੱਲ੍ਹਣ ਲੱਗ ਗਏ। ਜਿਹੜਾ ਕੇਸ ਤੁਸੀਂ ਇਹ ਤਾਂ ਦੱਸ ਰਹੇ ਹੋ ਕਿ ਰਿਜ਼ਲਟ ਜਦੋਂ ਆਉਂਦਾ ਜਾਂ ਪੋਜ਼ਿਟਿਵ ਹੋ ਜਾਂਦਾ ਕੋਈ ਕੇਸ, ਉਦੋਂ ਤਾਂ ਚਲੋ ਖੁਸ਼ੀ ਹੁੰਦੀ। ਬਹੁਤ ਸਾਰੇ ਇਹੋ ਜਿਹੇ ਕੇਸ, ਕਿਉਂਕਿ ਪੋਜ਼ਿਟਿਵਿਟੀ ਨੈਗੇਟਿਵਿਟੀ, ਪਾਸ ਔਰ ਫੇਲੀਅਰ ਦੋਵੇਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ, ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ। ਕਈ ਵਾਰ ਇਹੋ ਜਿਹੇ ਕੇਸ 'ਚ ਇਹੋ ਜਿਹੇ ਚਾਂਸਿਸ ਵੀ ਹੁੰਦੇ ਆ ਕਿ ਜਦੋਂ ਡਾਕਟਰ ਤੁਹਾਡੇ ਕੋਲੇ ਆਉਂਦੇ ਆ ਲੋਕ, ਨਹੀਂ ਸਕਸੈਸ ਹੋ ਜਾਂਦਾ, ਜਾਂ ਸਕਸੈਸ ਰੇਟ ਕਿੰਨਾ ਕੁ IVF ਦਾ? ਦੇਖੋ ਸਕਸੈਸ ਰੇਟ ਜਿਹੜਾ ਹੈ 50 ਤੋਂ ਲੈ ਕੇ 70% ਹੈ। ਜੇ ਮੈਂ 100 ਕੇਸ ਕਰਾਂਗੀ, 60-70% ਪੋਜ਼ੀਟਿਵ ਆਉਣਗੇ ਜਾਂ 50 to 70% ਪੋਜ਼ੀਟਿਵ ਆਉਣਗੇ। 30% ਇਹੋ ਜਿਹੇ ਰਹਿ ਜਾਣਗੇ ਜਿਨ੍ਹਾਂ ਦਾ ਰਿਜ਼ਲਟ ਨੈਗੇਟਿਵ ਆਉਂਦਾ ਹੈ। ਵਰਲਡ ਵਾਈਡ ਹੈ, ਮਤਲਬ ਮੈਂ ਕੋਈ ਓਵਰ ਇਨਫਲੇਟ ਨਹੀਂ ਕਰ ਰਹੀ ਜਾਂ ਨਹੀਂ ਕਹਿ ਰਹੀ, ਬਿਲਕੁਲ ਜੈਨੂਅਨ ਦੱਸ ਰਹੀ ਹਾਂ ਤੁਹਾਨੂੰ। ਜਿਹੜੇ 30% ਹੈ ਜਿਨ੍ਹਾਂ ਦੇ ਤਾਂ ਭਰੂਣ ਬਚ ਗਏ, ਮੀਨਸ ਫਰੀਜ਼ ਕਰ ਲਏ, ਉਹਨਾਂ ਨੂੰ ਤਾਂ ਫਰੋਜ਼ਨ ਆਪਸ਼ਨ ਹੋ ਜਾਂਦੀ ਹੈ। ਉਹਨਾਂ ਦੇ ਵਿੱਚ ਫਿਰ ਜਿਹੜੇ 30% ਵਿੱਚ ਜਿਨ੍ਹਾਂ ਦੇ ਫਰੋਜ਼ਨ ਹੋ ਗਏ, ਅਰਾਊਂਡ 20% ਫਿਰ ਪ੍ਰੈਗਨੈਂਸੀ ਲੈ ਜਾਂਦੇ ਆ ਨੈਕਸਟ ਸਾਈਕਲ। 10% ਪੇਸ਼ੈਂਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਸਾਈਕਲ ਰਿਪੀਟ ਕਰਨਾ ਹੁੰਦਾ ਹੈ। ਹਾਂ, ਉਹਨਾਂ ਦੇ ਵਾਸਤੇ ਸਾਨੂੰ ਵੀ ਇੱਕ ਚੈਲੰਜ ਹੁੰਦਾ ਹੈ ਕਿ ਆਹ ਰਿਜ਼ਲਟ ਨੈਗੇਟਿਵ ਆਇਆ, ਇਹਨਾਂ ਨੂੰ ਬੇਬੀ ਦੇ ਕੇ ਭੇਜਣਾ ਹੈ। ਬਸ ਪੇਸ਼ੈਂਟ ਦਾ ਫੇਥ ਰਹੇ, ਅਸੀਂ ਸਾਥ ਰਹੀਏ ਉਹਨਾਂ ਦੇ ਨਾਲ, ਅਤੇ ਡੈਫੀਨੇਟਲੀ ਹੋ ਸਕਦਾ ਹੈ। ਪਰ ਹਾਂ, ਪ੍ਰੋਗਰੈਸ ਮਤਲਬ ਇੰਨੀ ਕੁ ਨੌਲੇਜ ਹੁਣ ਆ ਗਈ ਹੈ, ਇੰਪੇਸ਼ੈਂਸ ਲੈਵਲ ਵੀ ਬਹੁਤ ਆ ਗਿਆ ਹਰੇਕ ਨੂੰ। ਮਤਲਬ ਕਿਸੇ ਨੂੰ ਕਹੋ ਕਿ ਤੁਸੀਂ 1 ਮਹੀਨਾ ਵੀ ਵੇਟ ਕਰ ਲਓ, ਕੋਈ ਵੇਟ ਨਹੀਂ ਕਰਕੇ, ਮਤਲਬ ਮੈਂ ਦੇਖਿਆ ਪੇਸ਼ੈਂਟਸ 6 ਮਹੀਨੇ ਬਾਅਦ ਅਸੀਂ IVF ਕਰਾਉਣਾ ਹੈ। ਮਤਲਬ ਅਨਹਰਡ ਥਿੰਗਸ ਹੋ ਗਈਆਂ। ਵਿਆਹ ਤੋਂ 6 ਮਹੀਨੇ ਬਾਅਦ? ਹਾਂ, ਕਿ ਕਰਾਉਣਾ ਹੈ, ਨਹੀਂ ਜੀ ਫੈਮਿਲੀ ਪ੍ਰੈਸ਼ਰ ਹੈ, ਲੇਟ ਮੈਰਿਜ ਹੋਈ ਹੈ, ਹੁਣੇ ਚਾਹੀਦਾ ਬੱਚਾ। ਠੀਕ ਹੈ, ਜਿਨ੍ਹਾਂ ਵਿੱਚ ਇੰਡੀਕੇਟਡ ਹੈ ਓਕੇ, ਪਰ ਤੁਸੀਂ ਉਹਨਾਂ ਨੂੰ ਸੁਜੈਸਟ ਕਰਦੇ ਹੋ ਵੀ ਜੇ ਮੈਰਿਜ ਹੋਈ ਨੂੰ 6 ਮਹੀਨੇ ਹੋਇਆ ਜੇ ਤਾਂ ਥੋੜਾ ਵੇਟ ਪ੍ਰੋਬਲਮਸ ਹੈ ਕਰ ਤਾਂ ਲਓ। ਡੈਫੀਨੇਟਲੀ ਉਹ ਤਾਂ ਕਰਾਉਣਗੇ। ਜੇ ਨਹੀਂ ਹੈ, ਪਰ ਕਿਸੇ ਨੂੰ ਹੁੰਦਾ ਕਿ ਨਹੀਂ ਮੈਂ ਬਾਹਰ ਜਾਣਾ, ਮੇਰਾ ਵੀਜ਼ਾ ਲੱਗ ਗਿਆ, ਹੁਣ ਮੈਂ ਪ੍ਰੈਗਨੈਂਸੀ ਲੈ ਕੇ ਜਾਣਾ, ਪਤਾ ਨਹੀਂ ਹਸਬੈਂਡ ਕਦ ਆਉਣਗੇ, ਹਸਬੈਂਡ ਬਾਹਰ ਜਾ ਰਹੇ, ਪਤਾ ਨਹੀਂ 2-2.5 ਸਾਲ ਆਉਣਗੇ ਨਹੀਂ, ਅਤੇ ਬੇਬੀ ਚਾਹੀਦਾ ਹੈ। ਸੋ ਬਹੁਤ ਸਾਰੇ ਚੇਂਜਸ ਆ ਗਏ ਹੈ। ਮੈਨੂੰ ਹੁਣ ਹਾਲੇ ਤੱਕ ਇੱਕ ਯਾਦ ਹੈ ਗੱਲ, ਮੈਨੂੰ ਹੁਣੇ ਥੋੜ੍ਹੇ ਦਿਨਾਂ ਦੀ ਗੱਲ ਹੈ। ਪੇਸ਼ੈਂਟ ਆਈ, ਮੈਰਿਜ ਹੋਈ ਸੀ, ਕਹਿੰਦੀ ਮੈਂ ਤਾਂ ਤੁਹਾਨੂੰ ਜੀ ਬਚਪਨ ਤੋਂ ਦੇਖਦੀ ਸੀ,
ਕਦੇ ਟੀਵੀ ਦੀ ਇੰਟਰਵਿਊ ਸੁਣ ਲਈ, ਕਦੇ ਅਖਬਾਰ 'ਚ ਦੇਖ ਲਿਆ ਤੁਹਾਨੂੰ, ਕਦੇ ਹਸਪਤਾਲ ਦੇਖ ਟੀਵੀ ਤੇ ਲਿਆ। ਤੁਹਾਡੇ ਬਹੁਤ ਸਾਰੇ ਇੰਟਰਵਿਊਜ਼ ਆਉਂਦੇ ਹੁੰਦੇ ਹਾਂ ਸੀਗੇ ਬਿਲਕੁਲ। ਤੇ ਉਹ ਕਹਿੰਦੀ ਮੈਂ ਤਦ ਪੜ੍ਹਦੀ ਸੀ ਤੇ ਮੈਂ ਸੋਚਿਆ ਕਿ ਜੇ ਮੇਰੀ ਸ਼ਾਦੀ ਤੋਂ ਬਾਅਦ ਬੱਚਾ ਨਾ ਹੋਇਆ ਤਾਂ ਮੈਂ ਤੁਹਾਡੇ ਕੋਲ ਆਵਾਂਗੀ। ਕਹਿੰਦੀ ਇੰਝ ਹੀ ਸੋਚਦੀ ਸੀ ਕਿ ਮੈਨੂੰ ਪ੍ਰੋਬਲਮ ਹੋਈ। ਉਹ ਕਹਿੰਦੀ ਦੇਖ ਲਓ ਹੁਣ ਸੱਚੀ ਮੈਨੂੰ ਆਉਣਾ ਪੈ ਗਿਆ। ਮਤਲਬ ਸੀ ਦਾ ਚੇਂਜ। ਕਿੰਨੇ ਸਾਲ ਹੋ ਗਏ ਹੋਈ ਚੀਜ਼ ਦੇਖਦੇ ਦੇਖਦੇ ਪ੍ਰੋਗਰੈਸ ਕਰਦੇ ਕਰਦੇ। ਤੁਹਾਨੂੰ ਯਾਦ ਹੈ ਤੁਸੀਂ ਕਿੰਨੇ ਕੁ ਬੱਚੇ ਇਸ ਤਰੀਕੇ ਦੇ ਨਾਲ ਮਾਵਾਂ ਨੂੰ ਦਿੱਤੇ ਹੋਣਗੇ? ਯਾਦ ਹੈ? ਬਹੁਤ ਹਜ਼ਾਰੋਂ ਆਈਡੀਆ ਹੈਗਾ? ਹਜ਼ਾਰੋਂ। ਕੁਛ ਕਦੇ ਕਾਊਂਟ ਨਹੀਂ ਕੀਤਾ ਕਿੰਨੇ ਕੁ ਹੋਣਗੇ? ਬਹੁਤ ਹੈ, ਕਾਫੀ ਹੈ, ਮੇਰੇ ਖਿਆਲ ਬਹੁਤ ਹੀ ਜ਼ਿਆਦਾ ਹੋਣਗੇ। ਪਿਛਲੇ ਕਿੰਨੇ ਸਾਲਾਂ ਦੇ ਵਿੱਚ ਰੁਝਾਨ ਵੱਧ ਗਿਆ ਤੁਹਾਡੇ ਕੋਲੇ ਲੋਕਾਂ ਦੇ ਆਉਣ ਦਾ? ਦੇਖੋ ਜਿਵੇਂ ਜਿਵੇਂ ਆਈ ਸਮੱਸਿਆ ਆਈ ਬਾਂਝਪਨ ਦੀ, ਪੇਸ਼ੈਂਟਸ ਆਉਣਾ ਸ਼ੁਰੂ ਹੋ ਗਏ। ਹੁਣ ਇੱਕ ਚੀਜ਼ ਮੈਂ ਡਿਫਰੈਂਟ ਨੋਟ ਕਰ ਰਹੀ ਹਾਂ, ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਥਾਂ ਥਾਂ IVF ਸੈਂਟਰ ਖੁੱਲ ਗਏ ਆ ਜੀ। ਹੁਣ ਕੀ ਹੁੰਦਾ ਹੈ, ਪੇਸ਼ੈਂਟ ਨੂੰ ਇੰਨੀ ਟ੍ਰੈਫਿਕ ਹੈ, ਸਪੋਜ਼ਿੰਗ ਪੇਸ਼ੈਂਟ ਥੋੜਾ ਦੂਰ ਰਹਿੰਦਾ ਹੈ ਲੁਧਿਆਣੇ ਤੋਂ। ਹੁਣ ਇਹ ਡਿਫਰੈਂਸ ਹੈ ਕਿ ਪਹਿਲੇ ਉਹ ਆਪਣੇ ਲੋਕਲ ਸੈਂਟਰ ਤੋਂ ਕਰਾਉਂਦਾ ਹੈ, ਫਿਰ ਨਹੀਂ ਹੁੰਦਾ, ਫਿਰ ਉਹ ਮੇਰੇ ਕੋਲ ਆਉਂਦਾ ਹੈ। ਮਤਲਬ ਪਰ ਨੰਬਰ ਹਾਂ ਵਧਿਆ ਜ਼ਰੂਰ ਹੈ ਡੈਫੀਨੇਟਲੀ। ਹੁਣ ਪੇਸ਼ੈਂਟ ਕਾਈਂਡ ਆਫ ਟਰਸ਼ਰੀ ਸੈਂਟਰ ਬਣ ਗਿਆ ਹੈ। ਟਰਸ਼ਰੀ ਇਨ ਦਾ ਸੈਂਟਰ ਪਹਿਲੇ ਛੋਟੀ ਚੀਜ਼ ਵਾਸਤੇ ਵੀ ਮੇਰੇ ਕੋਲ ਆਉਂਦਾ ਸੀ, ਹੁਣ ਪੇਸ਼ੈਂਟ ਬਿਲਕੁਲ ਥੱਕ ਹਾਰ ਕੇ ਆਉਂਦਾ ਹੈ ਜਗ੍ਹਾ ਜਗ੍ਹਾ ਤੋਂ, ਮਤਲਬ ਲੈ ਕੇ ਜਦ ਉਹਨੂੰ, ਔਰ ਬੜੀ ਉਮੀਦ ਦੇ ਨਾਲ ਆਉਂਦਾ ਹੈ ਕਿ ਮੈਂ ਹੁਣ ਬੇਬੀ ਲੈ ਕੇ ਜਾਣਾ ਹੈ। ਸੋ ਉਹ ਜਿਹੜਾ ਪ੍ਰੈਸ਼ਰ ਹੈ ਟੂ ਡਿਲੀਵਰ ਰਿਜ਼ਲਟਸ, ਉਹ ਬਹੁਤ ਜ਼ਿਆਦਾ ਵੱਧ ਗਿਆ ਹੈ ਹੁਣ। ਕਿੰਨੀ ਵੱਧ ਤੋਂ ਵੱਧ ਉਮਰ ਦਾ ਪੇਸ਼ੈਂਟ ਆਇਆ ਤੁਹਾਡੇ ਕੋਲੇ ਜਿਹਦੇ ਵਿਆਹ ਨੂੰ ਕੋਈ 10 ਦੇਖੋ ਸਾਲ ਹੁਣ ਤਾਂ 20 ਸਾਲ ਲਾਅ ਹੋ ਆ ਗਏ ਗਿਆ ਹੋਣ? ਬਾਈ ਗਵਰਨਮੈਂਟ ਆਫ ਇੰਡੀਆ, 50 ਸਾਲ ਤੋਂ ਦੀ ਉਮਰ ਲੇਡੀ ਨਹੀਂ ਕਰ ਸਕਦੀ ਬੇਬੀ, ਔਰ ਨਾ ਹਸਬੈਂਡ ਦੀ ਉਮਰ 55 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਸੋ ਹੁਣ ਹੋ ਗਏ ਆਲਮੋਸਟ 3.5-4 ਇਅਰਸ ਹੋ ਗਏ। 3-4 ਸਾਲਾਂ ਤੋਂ ਇੰਡੀਆ 'ਚ ਹੋ ਗਏ। ਹਾਂ ਤੋ ਮਤਲਬ ਹੁਣ ਜਿਹੜੀ ਲੇਡੀ 50 ਇਅਰਸ ਤੋਂ ਜ਼ਿਆਦਾ ਹੈ ਉਹ ਪ੍ਰੈਗਨੈਂਸੀ ਨਹੀਂ ਲੈ ਸਕਦੀ। ਹਾਂ ਪਹਿਲੇ ਜ਼ਰੂਰ, ਪਹਿਲੇ ਹਸਬੈਂਡ ਵਾਈਫ ਦੀ ਕੰਬਾਈਨਡ ਏਜ ਹੁੰਦੀ ਸੀ ਕਿ 110 ਸਾਲ ਜਾਂ ਇੰਜ ਕਰਕੇ ਤਾਂ ਆਉਂਦੇ ਸੀ, ਥੋੜੇ ਐਲਡਰਲੀ ਵੀ ਆਉਂਦੇ ਸੀ, ਪਰ ਹੁਣ ਥੋੜੀ ਸਟ੍ਰਿਕਟਨੈਸ ਹੋ ਗਈ ਹੈ ਕਿ ਤੁਸੀਂ ਨਹੀਂ ਕਰ ਸਕਦੇ। ਉਹਦੇ ਨਾਲ ਫਿਰ ਨੁਕਸਾਨ ਹੋਣ ਦਾ ਖਤਰਾ ਰਹਿੰਦਾ, ਖਾਸ ਤੌਰ ਤੇ ਫੀਮੇਲ ਨੂੰ। ਇਨ ਦਾ ਸੈਂਸ ਜੇ ਫੀਮੇਲ ਨੂੰ ਬੜੇ ਕੰਟਰੋਵਰਸ਼ੀਅਲ ਚੀਜ਼ ਹੈ ਕਿ ਅਗਰ ਫੀਮੇਲ ਫਿਟ ਨਹੀਂ ਹੈ, ਉਹਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਤੇ ਡੈਫੀਨੇਟਲੀ ਉਹਦੀ 40 ਇਅਰਸ ਤੋਂ ਬਾਅਦ ਵੀ ਪ੍ਰੈਗਨੈਂਸੀ ਥੋੜੀ, ਮਤਲਬ ਕਿ ਉਹਨੂੰ ਹਮੇਸ਼ਾ ਓਪੀਨੀਅਨ ਲੈਣਾ ਪਏਗਾ ਕਿ ਸ਼ੂਗਰ ਕੰਟਰੋਲ ਰਹੇ, ਬਲੱਡ ਪ੍ਰੈਸ਼ਰ ਹੈ, ਨਹੀਂ ਕਿ ਉਹ ਬੇਬੀ ਨਹੀਂ ਲੈ ਸਕਦੀ, ਡੈਫੀਨੇਟਲੀ ਲੈ ਸਕਦੀ ਹੈ, ਪਰ ਉਹ ਮਤਲਬ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਸੋ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਸਹੀ ਟਾਈਮ 'ਤੇ ਨਾ ਸਹੀ ਇਲਾਜ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿ ਜਦ ਲੇਡੀ ਯੰਗ ਹੈ, ਸਹੀ ਟਾਈਮ ਹੈ, ਉਹ ਪ੍ਰੈਸ਼ੀਅਸ ਈਅਰਸ ਜਿਹੜੇ ਹੈ ਨਾ ਲਾਈਫ ਦੇ, ਉਹ ਵੇਸਟ ਨਹੀਂ ਕਰਨੇ ਚਾਹੀਦੇ, ਮਤਲਬ ਪ੍ਰੋਪਰ ਇਲਾਜ ਕਰਾ ਲੈਣਾ ਚਾਹੀਦਾ ਹੈ। ਵੈਸੇ ਤੁਹਾਡੇ ਮੁਤਾਬਕ ਵਿਆਹ ਦੀ ਸਹੀ ਉਮਰ ਕੀ ਹੈ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਡਿਲੇ ਹੋਣ ਲੱਗ ਗਈ, ਮੈਰਿਜ ਡਿਲੇ ਹੋਣ ਲੱਗ ਗਈ, ਇਸ ਕਰਕੇ ਜੇ ਤੁਸੀਂ ਮੇਰਾ ਪਰਸਨਲ ਓਪੀਨੀਅਨ ਮੰਗੋਗੇ ਤਾਂ ਡੈਫੀਨੇਟਲੀ ਆਈ ਥਿੰਕ ਬਿਟਵੀਨ 25 ਐਂਡ 30 ਮੈਰਿਜ ਹੋ ਜਾਣੀ ਚਾਹੀਦੀ ਹੈ। ਪਰ ਅੱਜ ਮੈਂ ਤਾਂ 30 ਸੇ ਕਮ ਹੀ ਘੱਟ ਹੀ ਕਵਾਂਗੀ। 30 ਤੋਂ ਪਹਿਲਾਂ ਮੈਂ ਪੁਰਾਣੇ ਜ਼ਮਾਨੇ, ਪੁਰਾਣੇ ਖਿਆਲਾਤਾਂ ਦੀਆਂ ਨਹੀਂ, ਕਿਉਂਕਿ ਹੁਣ ਤਾਂ ਮੈਰਿਜ ਡਿਲੇ ਹੋਣ ਲੱਗ ਗਈ, ਜਾਂ ਬੰਦਾ ਅੱਜ ਕੱਲ੍ਹ ਤਾਂ ਜਵਾਕ ਕਹਿੰਦੇ ਨਾ ਥੋੜੇ ਜਿਹੇ ਸੈੱਟ ਹੋ ਜੀ, ਅਸੀਂ ਕੰਮ ਕਰ ਸੈੱਟ ਕਰ ਲਈਏ, ਉਹ ਸੈੱਟ ਹੋਣ ਦੇ ਚੱਕਰ 'ਚ ਨਾ ਲੰਬਾ ਪੈ ਜਾਂਦਾ ਹੈ। ਪਰ ਉਹ ਪੁਰਾਣੇ ਬਜ਼ੁਰਗਾਂ ਕੋਲ ਜਦੋਂ ਸਹੀ ਗੱਲ ਹੈ, ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਕਿ ਜਿਹੜੇ ਬਜ਼ੁਰਗ ਕਹਿੰਦੇ ਸੀ ਨਾ ਉਹ ਸਹੀ ਹੈ। ਉਹ ਕਹਿੰਦੇ ਕਿ ਵੀ 25 ਸਾਲਾਂ ਦੀ ਉਮਰ ਦੇ ਵਿੱਚ ਵਿਆਹ ਹੋ ਜਾਣਾ ਚਾਹੀਦਾ ਹੈ, 26-27 ਸਾਲਾਂ ਦੇ ਵਿੱਚ ਜਵਾਕ ਹੋ ਜਾਣੇ ਚਾਹੀਦੇ ਆ। ਜੋ ਤੁਸੀਂ 50 ਸਾਲਾਂ ਦੇ ਹੋਵੋਗੇ ਉਦੋਂ ਤੱਕ ਤੁਹਾਡੇ ਬੱਚੇ 25 ਸਾਲਾਂ ਦੇ ਹੋ ਜਾਣਗੇ। ਬਿਲਕੁਲ, ਮੈਂ ਤਾਂ ਉਹੀ ਗੱਲ ਮੰਨਦੀ ਹੈ, ਮਤਲਬ ਪੁਰਾਣੇ ਜ਼ਮਾਨੇ ਦੀ ਹੈ, ਇਸ ਕਰਕੇ ਸ਼ਾਇਦ ਮੇਰੇ ਮੁੰਡੇ ਨੂੰ ਨਾ ਪਸੰਦ ਆਏ ਗੱਲ। ਤੁਹਾਡਾ ਮੁੰਡਾ ਕੀ ਕਰਦਾ? ਤੁਹਾਡਾ ਵੈਸੇ ਆਮ ਤੌਰ ਤੇ ਕਹਿੰਦਾ ਕਿ ਡਾਕਟਰ ਦਾ ਬੱਚਾ ਡਾਕਟਰ ਬਣਦਾ, ਮਤਲਬ ਦੇਖੇ ਬਹੁਤ ਸਾਰੇ ਕੇਸਿਸ ਬਿਲਕੁਲ ਆਮ ਤੌਰ ਤੇ। ਦੇਖੋ ਮੇਰਾ ਸਨ ਹੈ, ਉਹ ਵੀ ਡਾਕਟਰ ਹੈ, ਤੇ ਮੈਂ ਉਹਨੂੰ ਕਦੇ ਕੰਪੈਲ ਨਹੀਂ ਕੀਤਾ ਕਿ ਤੂੰ ਕੁਛ ਵੀ ਕਰ। ਮਤਲਬ ਮੇਰਾ ਹਮੇਸ਼ਾ ਮੰਨਣਾ ਹੈ ਗੱਲ ਦਾ ਇੱਕ ਕਿ ਜਿਹੜਾ ਕੰਮ ਕਰਨਾ ਨਾ ਉਹ ਆਪਣੇ ਦਿਲ ਨਾਲ ਹੋਣਾ ਚਾਹੀਦਾ ਹੈ। ਜਦ ਤੱਕ ਉਹ ਦਿਲ ਨਾਲ ਨਾ ਹੋਏ ਉਹ ਮਜ਼ਾ ਨਹੀਂ ਆਉਂਦਾ ਕੰਮ ਕਰਕੇ, ਮਤਲਬ ਕੋਈ ਵੀ ਚੀਜ਼ ਕਰੋ। ਤੁਹਾਡਾ ਬੇਟਾ ਵੀ, ਤੁਸੀਂ ਜਿਵੇਂ ਡਾਕਟਰ ਹੋ, ਤੁਹਾਡਾ ਬੇਟਾ ਵੀ ਸੇਮ ਪ੍ਰੋਫੈਸ਼ਨ ਹੈ? ਬਿਲਕੁਲ, ਉਹ ਵੀ ਡਾਕਟਰ ਹੈ। IVF ਦਾ? ਬਿਲਕੁਲ IVF ਦਾ ਮੇਰੇ ਨਾਲ ਜੁਆਇਨ ਕੀਤਾ ਹੋਇਆ ਉਹਨੇ। ਮੈਂ ਤਾਂ ਉਹਨੂੰ ਵੀ ਕਹਿੰਦੀ ਹਾਂ ਮੈਰਿਜ ਕਰ। ਅੱਛਾ। ਸੋ ਪੁਰਾਣੇ ਖਿਆਲਾਂ ਦੀ ਆ। ਤੁਹਾਡੇ ਬੇਟੇ ਦਾ ਵੀ ਸੇਮ ਹੀ ਜਵਾਬ ਹੈ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਵੀ ਸੈਟਲ ਹੋ ਜੀ? ਬਿਲਕੁਲ ਹੈ, ਬਿਲਕੁਲ। ਸੈਟਲ ਨੂੰ ਤੁਸੀਂ ਤਾਂ 30 ਸਾਲਾਂ ਤੋਂ ਤੁਹਾਡਾ ਹਸਪੀਟਲ ਚਲਾ ਰਹੇ ਹੋ ਤੁਸੀਂ, ਔਰ ਅੱਜ ਕੱਲ ਦੇ ਬੱਚੇ ਨਹੀਂ, ਹਾਂ ਬਸ ਕੈਰੀਅਰ ओरिएंटेड। ਉਹ ਸਾਰੇ ਬੱਚਿਆਂ ਦੇ ਮੈਨੂੰ ਲੱਗਦਾ ਮੈਮ ਪਿਛਲੇ 5-7 ਸਾਲ ਤੋਂ ਜਿਹੜੇ। अरे लड़कियां नहीं करती। ਅੱਛਾ,
ਇਹ ਵੀ ਸਮੱਸਿਆ ਹੈਗੀ ਹੈ, ਦੋਨੇ ਪਾਸੇ ਸਮੱਸਿਆ ਹੈ। ਬਿਲਕੁਲ ਬਿਲਕੁਲ। ਪਰ ਜਿਹੜਾ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਆਪਾਂ ਇਸ ਚੀਜ਼ ਦਾ ਕਰ ਰਹੇ ਸੀਗੇ ਕਿ ਲੇਟ ਮੈਰਿਜ ਹੋਣਾ ਵੀ ਇੱਕ ਸਮੱਸਿਆ ਹੋ ਜਾਂਦੀ ਹੈ, ਆਮ ਤੌਰ ਤੇ ਹਰੇਕ ਕੇਸਿਸ ਦੇ ਵਿੱਚ ਤਾਂ ਨਹੀਂ ਇਹ ਹੁੰਦਾ, ਬਹੁਤ ਰੇਅਰ ਨਹੀਂ, ਕੇਸ ਹਰ ਕੇਸ 'ਚ ਨਹੀਂ ਹੁੰਦਾ, ਪਰ ਮੈਂ ਦੇਖੋ ਇੱਕ ਅੱਜ ਕੱਲ੍ਹ ਬਹੁਤ ਸਟੱਡੀਜ਼ ਹੋ ਰਹੀਆਂ ਡਾਕਟਰਸ ਦੇ ਸਰਕਲ ਵਿੱਚ। ਇੱਕ AMH ਲੈਵਲ ਹੁੰਦਾ ਹੈ ਜਿਹੜੀ ਇੱਕ ਲੇਡੀ ਦਾ ਓਵੇਰੀਅਨ ਰਿਜ਼ਰਵ ਮਤਲਬ ਅੰਡਾ ਬਣਨ ਦੀ ਕਪੈਸਿਟੀ ਦੇਖਦਾ ਹੈ। ਹੁਣ ਇੰਡੀਆ ਵਿੱਚ AMH ਲੈਵਲ ਇੰਨਾ ਗਿਰਨ ਲੱਗਿਆ ਨਾ, ਮਤਲਬ ਕਿ ਮੈਨੋਪੌਜ਼ ਜਲਦੀ ਆਉਣ ਲੱਗਿਆ ਹੈ। ਸੋ ਜਦੋਂ AMH ਲੈਵਲ ਗਿਰਦਾ ਤਾਂ ਇੱਕ ਦੀ ਕੁਆਲਿਟੀ ਜਿਹੜੀ ਹੈ ਨਾ ਉਹ ਖਰਾਬ ਹੋ ਜਾਂਦੀ ਹੈ, ਬੜੀ ਟੈਕਨੀਕਲ ਜਿਹੀ ਗੱਲ ਹੈ। ਤੇ ਜਦੋਂ ਲੈਵਲ ਗਿਰਦਾ ਹੈ, ਖਰਾਬ ਹੁੰਦੀ ਹੈ, ਤੇ ਪ੍ਰੈਗਨੈਂਸੀ ਹੋਣ 'ਚ ਵੀ ਡਿਫਿਕਲਟੀ ਆਉਂਦੀ ਹੈ। ਸੋ ਇਸ ਕਰਕੇ ਯੰਗਰ ਏਜ ਗਰੁੱਪ ਮਤਲਬ ਅਗਰ ਇੱਕ ਕਪਲ ਹੈ, ਉਹਨਾਂ ਦੀ 30 ਇਅਰਸ 'ਚ ਮੈਰਿਜ ਹੋਈ, ਉਹਨਾਂ ਨੇ 5 ਸਾਲ ਟਰਾਈ ਕੀਤਾ, 34 ਇਅਰਸ ਹੋ ਗਏ, ਤੇ ਉਹਨਾਂ ਨੂੰ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ। ਮਤਲਬ ਉਹਨਾਂ ਨੂੰ ਜੇ ਇੱਕ ਅੱਜ ਕੱਲ੍ਹ ਤਾਂ ਇੱਕ ਬੱਚਾ ਹੀ ਹੋ ਗਿਆ ਫੈਮਿਲੀ ਵਿੱਚ, ਆਈ ਥਿੰਕ 2 ਬੱਚੇ ਵੀ ਲੋਕੀ ਬਹੁਤ ਘੱਟ ਕਰਨ ਲੱਗ ਗਏ ਹੈ, ਇੰਨੀ ਮਹਿੰਗਾਈ ਹੋ ਗਈ ਹੈ, ਜਾਂ 2 ਬੱਚੇ ਵੀ ਕਰਨੇ ਆ। ਉਹਨਾਂ ਨੂੰ 35 36 'ਚ ਫੈਮਿਲੀ ਆਪਣੀ ਕੰਪਲੀਟ ਕਰ ਲੈਣੀ ਚਾਹੀਦੀ ਹੈ। ਪਰ ਇਸ ਤੋਂ ਪਹਿਲਾਂ ਤੁਹਾਨੂੰ ਲੱਗਦਾ? ਬਿਲਕੁਲ, ਔਰ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ। ਬਹੁਤ ਪੇਸ਼ੈਂਟਸ ਆਉਂਦੇ ਮੇਰੇ ਕੋਲ 40 ਸਾਲ ਹੋ ਗਏ, ਮਤਲਬ ਮੈਰਿਜ ਨੂੰ 40 ਸਾਲ ਦੀ ਏਜ ਹੈ, ਵਾਈਫ 42 ਹੈ, 44 ਹੈ, ਪੈਰੀਮੈਨੋਪੌਜ਼ਲ ਹੋਏ ਹੋਏ ਹੈ, ਮਤਲਬ ਜਿਵੇਂ ਕਿ ਸਾਰਾ ਟਾਈਮ ਵੇਸਟ ਕਰ ਦਿੱਤਾ। ਅੱਜ ਇੱਥੋਂ ਦਵਾਈ ਲੈ ਲਈ, ਉੱਥੋਂ ਦਵਾਈ ਲੈ ਲਈ, ਉਹਨਾਂ ਟਾਈਮ ਨਹੀਂ ਖਰਾਬ ਕਰਨਾ ਚਾਹੀਦਾ। ਪਰ ਜਿਹੜੇ ਕੇਸਿਸ ਦੇ ਵਿੱਚ ਜਿਵੇਂ ਤੁਹਾਡੇ ਕੋਲੇ ਕੋਈ ਆਉਂਦਾ, ਮੰਨ ਲਓ ਕਿਸੇ ਦੇ IVF ਦੇ ਥਰੂ ਇੱਕ ਬੇਬੀ ਹੋ ਗਿਆ, ਇੱਕ ਬੱਚਾ ਹੋ ਗਿਆ, ਉਸ ਤੋਂ ਬਾਅਦ ਫਿਰ ਜਿਵੇਂ ਸਾਡੇ ਪਹਿਲਾਂ ਲੋਕਾਂ ਦੇ ਹੁੰਦਾ ਸੀ ਕਿ 2 ਬੱਚੇ ਹੋਣੇ ਚਾਹੀਦੇ ਆ, ਉਸ ਤਰ੍ਹਾਂ ਲੋਕ ਟਰਾਈ ਕਰਦੇ ਆ, ਜਾਂ IVF ਦੇ ਥਰੂ ਲੋਕ ਕਹਿੰਦੇ ਇੱਕ ਬੱਚਾ ਹੋ ਗਿਆ ਸਫੀਸ਼ੀਐਂਟ ਕਰਦਾ ਹੈ। ਜੇ ਤਾਂ IVF ਕਈ ਵਾਰ ਨਾ ਪੇਸ਼ੈਂਟ ਦੇ ਜਦ ਇੱਕ ਬੇਬੀ ਹੋ ਜਾਂਦਾ ਹੈ, ਜਿਹੜਾ ਸਟ੍ਰੈਸ ਲੈਵਲ ਹੈ ਨਾ ਬਹੁਤ ਘੱਟ ਹੋ ਜਾਂਦਾ ਹੈ। ਇਹ ਪ੍ਰੂਵਨ ਫੈਕਟਰ ਹੈ ਕਿ ਜਿੰਨਾ ਸਟ੍ਰੈਸ ਰਹੇਗਾ ਉਨੀ ਪ੍ਰੈਗਨੈਂਸੀ ਨਹੀਂ ਹੋਏਗੀ, ਕਿਉਂਕਿ ਬੋਡੀ ਵਿੱਚ ਕੋਰਟੀਸੋਲ ਨੈਗੇਟਿਵ ਹਾਰਮੋਨਸ ਜ਼ਿਆਦਾ ਆ ਜਾਂਦੇ, ਉਹ ਪ੍ਰੈਗਨੈਂਸੀ ਨਹੀਂ ਹੋਣ ਦਿੰਦੇ। ਅੱਜ ਕੱਲ੍ਹ ਤਾਂ ਹਰ ਬੰਦੇ ਤੇ ਸਟ੍ਰੈਸ ਹਾਵੀ ਹੋ ਰਿਹਾ, ਫਿਰ ਤਾਂ ਹਰ ਬੰਦੇ ਨੂੰ ਦਿੱਕਤ ਹੈ, ਬਹੁਤ ਜ਼ਿਆਦਾ ਸਟ੍ਰੈਸ ਹੈ ਮਤਲਬ। ਤੇ ਈਵਨ IVF ਦੇ ਪੇਸ਼ੈਂਟਸ ਵਿੱਚ ਹੁਣ ਤਾਂ ਸਪੈਸ਼ਲ ਕਾਉਂਸਲਰ, ਸਪੈਸ਼ਲ ਮਤਲਬ ਪੇਸ਼ੈਂਟ ਨੂੰ ਨਾ ਡੀ-ਸਟ੍ਰੈਸ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਚੀਜ਼ ਵਾਸਤੇ। ਤੇ ਹਾਂ, ਆਪਾਂ ਗੱਲ ਕਰ ਰਹੇ ਸੀ ਕਿ ਉਹ ਸੈਕਿੰਡ ਬੇਬੀ ਜਦ ਹੈ, ਜੇ ਤਾਂ ਉਹਨਾਂ ਦੀ ਕੋਈ ਇੰਡੀਕੇਸ਼ਨ ਹੈ ਜਿਵੇਂ ਕਿ ਟਿਊਬਸ ਬੰਦ ਹੈ, ਕੱਢੀਆਂ ਹੋਈਆਂ, ਜਾਂ ਹਸਬੈਂਡ ਵਿੱਚ ਪ੍ਰੋਬਲਮ ਹੈ, ਤਾਂ ਡੈਫੀਨੇਟਲੀ ਸੈਕਿੰਡ ਬੇਬੀ ਵਾਸਤੇ ਉਹਨਾਂ ਨੂੰ ਲੈਣਾ ਪਏਗਾ। ਪਰ ਕਈ ਵਾਰ 50% ਪੇਸ਼ੈਂਟਸ ਵੈਸੇ ਵੀ ਪ੍ਰੈਗਨੈਂਟ ਹੋ ਜਾਂਦੇ ਆ ਨੋਰਮਲੀ ਵੀ। ਜਦੋਂ ਸਟ੍ਰੈਸ ਲੈਵਲ ਹੁੰਦਾ ਹੈ ਨਾ, ਤਾਂ ਕਈ ਵਾਰ ਮੇਰੇ ਕੋਲ ਪੇਸ਼ੈਂਟਸ ਆਉਂਦੇ ਆ, ਸਾਡੇ ਪੀਰੀਅਡਸ ਮਿਸ ਹੋ ਗਏ ਐਂਡ ਦੇ ਆਰ ਐਕਚੁਅਲੀ ਪ੍ਰੈਗਨੈਂਟ। ਜਿਹੜਾ ਇੱਕ ਵਾਰ ਬੱਚਾ ਲੈ ਜਾਏ, ਫਿਰ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਪਤਾ ਨਹੀਂ ਕੀ ਹੋ ਗਿਆ, ਬੰਦ ਹੋ ਗਿਆ, ਐਂਡ ਦੇ ਟਰਨ ਆਊਟ ਟੂ ਬੀ ਪ੍ਰੈਗਨੈਂਟ। ਯਾਨੀ ਇਹੋ ਜਿਹੇ ਕੇਸਿਸ ਹੈਗੇ ਆ ਕਿ ਪਹਿਲਾ ਬੱਚਾ IVF ਦੇ ਥਰੂ ਹੋਇਆ, ਉਸ ਤੋਂ ਬਾਅਦ ਸੈਕਿੰਡ ਬੱਚੇ ਨਾਰਮਲ ਹੋ ਜਾਂਦੇ। ਬਿਲਕੁਲ ਬਿਲਕੁਲ ਹੈਗੇ ਵੈਸੇ ਇਹੋ ਜਿਹੇ ਕੇਸਿਸ। ਪ੍ਰੂਵਨ ਸਟੱਡੀਜ਼ ਹੈ। ਤੁਹਾਡਾ ਬੇਟਾ ਵੀ ਇਸੇ ਸੇਮ ਪ੍ਰੋਫੈਸ਼ਨ ਦੇ ਵਿੱਚ, ਸੇਮ ਫੀਲਡ ਦੇ ਵਿੱਚ ਹੈ, ਉਹ ਕੀ ਸੋਚ ਕੇ ਤੁਹਾਡੀ ਜਰਨੀ ਵੱਲ ਦੇਖ ਕੇ ਕਿ ਜਾਂ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਆ ਇਸ ਕਰਕੇ ਤੁਹਾਨੂੰ ਸਪੋਰਟ ਕਰਨ ਦੇ ਲਈ ਨਾਲ ਆ ਗਏ? ਮੈਂ ਤਾਂ ਕਹਿੰਦੀ ਹਾਂ ਕਿ ਮਤਲਬ ਉਹ ਦੇਖਦਾ ਕਿ ਉਹਨੂੰ ਮੇ ਵੀ ਤੁਸੀਂ ਉਹਨੂੰ ਵੀ ਪੁੱਛਿਓ, ਪਰ ਜਿਹੜਾ ਮੈਨੂੰ ਲੱਗਦਾ ਕਿ ਉਹਨੂੰ ਲੱਗਦਾ ਕਿ ਜਦ ਤੱਕ ਪ੍ਰੋਫੈਸ਼ਨਲ ਸੈਟਿਸਫੈਕਸ਼ਨ ਹੁੰਦੀ ਹੈ, ਮਤਲਬ ਮੈਨੂੰ ਜਦ ਮੈਂ ਟਾਇਰਡ ਨਹੀਂ ਹੁੰਦੀ ਕੰਮ ਕਰਕੇ, ਪ੍ਰੋਫੈਸ਼ਨਲ ਸੈਟਿਸਫੈਕਸ਼ਨ ਤੇ ਜਿਹੜੀ ਚੀਜ਼ ਅੱਛੀ ਲੱਗਦੀ ਹੈ ਉਹ ਕਰਨੀ ਹੈ, ਤੇ ਉਹਦੇ ਵਿੱਚ ਹਮੇਸ਼ਾ ਸਕਸੈਸ ਮਿਲਦਾ ਹੈ। ਪ੍ਰੋਬਬਲੀ ਆਈ ਥਿੰਕ ਉਹਨੂੰ ਵੀ ਲੱਗਿਆ ਕਿ ਹਾਂ ਠੀਕ ਹੈ, ਮਤਲਬ ਡਿਫਰੈਂਟ ਕੰਮ ਹੈ, ਹਾਰਡ ਵਰਕਿੰਗ ਹੈ, ਬਹੁਤ ਡਿਮਾਂਡਿੰਗ ਕੰਮ ਹੈ, ਪਰ ਫਿਰ ਐਂਡ ਰਿਜ਼ਲਟ ਜਦ ਪੇਸ਼ੈਂਟ ਦੇ ਨਾ ਫੇਸ ਤੇ ਖੁਸ਼ੀ ਦੇਖਦੇ ਆ ਆਪਾਂ, ਉਹ ਅਨਮੋਲ ਹੁੰਦੀ ਹੈ, ਉਹਦੇ ਕੋਈ ਮੁੱਲ ਨਹੀਂ ਹੁੰਦਾ। ਡਿਸਅਪੁਆਇੰਟਡ ਵੀ ਹੁੰਦੇ ਰਹੇ ਹੋਣਗੇ ਜਦੋਂ ਕਈ ਵਾਰ ਫੇਲਿਅਰ ਹੋ ਜਾਂਦਾ, ਜਦੋਂ ਸਕਸੈਸ ਨਹੀਂ ਹੋ ਪਾਉਂਦਾ? ਬਿਲਕੁਲ, ਬਹੁਤ ਡਿਸਅਪੁਆਇੰਟਮੈਂਟ ਪੇਸ਼ੈਂਟ ਕੋ, ਉਹਨਾਂ ਨੂੰ ਕਾਉਂਸਲ ਕਰਨਾ। ਦੇਖੋ ਪ੍ਰੋਬਲਮ ਸਭ ਨੂੰ ਹੁੰਦੀ ਹੈ ਜਦ ਆਪਾਂ ਹਸਪੀਟਲ 'ਚ ਬੈਠਦੇ ਹਾਂ, ਠੀਕ ਹੈ ਨਾ, ਮੈਨੂੰ ਆਪਣੀ ਕੋਈ ਪ੍ਰੋਬਲਮ ਹੈ, ਕੋਈ ਵੀ ਹੈ, ਪਰ ਜਦ ਪੇਸ਼ੈਂਟ ਨਾਲ ਬੈਠਦੇ ਨਾ ਸਾਰੀ ਪ੍ਰੋਬਲਮਸ ਭੁੱਲ ਜਾਂਦੇ ਹਾਂ। ਉਹਨਾਂ ਦੀ ਪ੍ਰੋਬਲਮ ਸੁਣ ਕੇ ਉਹਨਾਂ ਨੂੰ ਕਾਉਂਸਲ ਕਰਨਾ, ਹਿੰਮਤ ਦੇਣੀ, ਇਹ ਵੀ ਬਹੁਤ ਸਟ੍ਰੈਸਫੁਲ ਹੁੰਦਾ ਹੈ। ਜਿਵੇਂ ਲੋਕੀ ਕਹਿੰਦੇ IVF ਬੜੀ ਗਲੈਮਰਸ ਹੈ, ਮਤਲਬ ਕਿ 9 to 5 ਕੰਮ ਕਰੋ, ਕੋਈ ਐਮਰਜੈਂਸੀ ਨਹੀਂ, ਕੋਈ ਕੁਛ ਨਹੀਂ। ਬਹੁਤ ਸਾਰੇ ਡਾਕਟਰਸ ਕਹਿੰਦੇ ਆ, ਇਹੋ ਜਿਹੀ ਗੱਲ ਨਹੀਂ ਹੈ। ਮਤਲਬ ਜਦ ਤੁਸੀਂ ਪ੍ਰੈਕਟਿਸ ਕਰਦੇ ਹੋ IVF, ਬਹੁਤ ਇਮੋਸ਼ਨਲੀ ਡਰੇਨਿੰਗ ਹੁੰਦਾ ਹੈ। ਮਤਲਬ ਪੇਸ਼ੈਂਟ ਨਾਲ ਤੁਹਾਡਾ ਇੱਕ ਕਨੈਕਸ਼ਨ ਬਣ ਜਾਂਦਾ ਹੈ, ਤੇ ਉਹ ਜਦ ਤੱਕ ਕਨੈਕਸ਼ਨ ਨਹੀਂ ਬਣ ਪਾਏਗਾ ਨਾ, ਰਿਜ਼ਲਟ ਨਹੀਂ ਆਉਂਦਾ। ਇੱਕ ਕਨੈਕਸ਼ਨ
ਬਿਲਡ ਹੋ ਜਾਂਦਾ ਹੈ ਜਾਂ ਕਰਨਾ ਪੈਂਦਾ, ਦੋਨਾਂ ਨੂੰ ਹੀ ਕਰਨਾ ਪੈਂਦਾ। ਜਦ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਲਾਈਕ ਕਰੋ ਤਾਂ ਤੁਸੀਂ ਖੁਸ਼ ਹੋ ਕੰਮ ਕਰਕੇ ਤਾਂ ਡੈਫੀਨਿਟਲੀ ਹੁੰਦਾ ਹੈ। ਪਰ ਆਮ ਤੌਰ ਤੇ ਬਹੁਤ ਸਾਰੀਆਂ ਧਾਰਨਾਵਾਂ ਆਈਵੀਐਫ ਨੂੰ ਲੈ ਕੇ ਹੈ ਇਸ ਤਰ੍ਹਾਂ ਦੀਆਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਲੋਕ ਇਹ ਕਹਿੰਦੇ ਕਿ ਜੀ ਇਹ ਪਤਾ ਨਹੀਂ ਬੱਚਾ ਕਿਸ ਦਾ ਇਹ, ਔਰ ਐਕਸੈਪਟ ਕਰ ਲੈਂਦੇ ਆ ਲੋਕ ਈਜ਼ੀਲੀ। ਜਾਂ ਆਈ ਥਿੰਕ ਅੱਜ ਕੱਲ ਤਾਂ ਹੋ ਗਿਆ ਹੈ। ਪਹਿਲਾਂ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਲੋਕ ਐਕਸੈਪਟ ਕਰ ਲੈਂਦੇ ਸੀ। ਮੈਂ ਤੁਹਾਨੂੰ ਦੱਸਦੀ ਆ, ਮੇਰੇ ਕੋਲ ਜੈਸੇ ਪੇਸ਼ੈਂਟ ਹੁਣ ਸੈਲਫ ਰੈਫਰਲ ਆਉਂਦਾ, ਇੱਕ ਪੇਸ਼ੈਂਟ ਦੇ ਬੱਚਾ ਹੋਇਆ, ਉਹ ਬਹੁਤ ਖੁਸ਼ ਹੋਇਆ, ਉਹਨਾਂ ਨੇ ਦੱਸਿਆ। ਥੋੜਾ ਸ਼ਹਿਰ ਦੇ ਲੋਕੀ ਲੁਕਾਉਂਦੇ ਆ, ਸਪੈਸ਼ਲੀ ਲੁਧਿਆਣਾ ਵਾਲੇ ਜਾਂ ਜਿਨ੍ਹਾਂ ਨੂੰ ਰਿਸ਼ਤੇਦਾਰੀ ਬਹੁਤ ਜ਼ਿਆਦਾ ਨਹੀਂ ਦੱਸਣਾ ਚਾਹੁੰਦੇ, ਪਰ ਅੱਜ ਕੱਲ ਆਈ ਥਿੰਕ ਇੰਨਾ ਨਹੀਂ ਹੈ। ਮੈਨੂੰ ਹੁਣ ਬਿਲਕੁਲ ਡਿਫਰੈਂਟ ਹੋ ਗਿਆ ਹੈ, ਬਲਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਬੇਬੀ ਹੋਇਆ। ਜਿਸ ਤਰੀਕੇ ਨਾਲ ਇਸ ਐਵੇਂ ਆਮ ਤੌਰ ਤੇ ਲੋਕ ਤਾਂ ਨਹੀਂ ਸੋਚਦੇ ਕਿ ਜੀ ਪਤਾ ਨਹੀਂ ਕਿਸ ਦਾ ਸਪਰਮ, ਕਿਸ ਦਾ ਬੇਬੀ ਹੈ। ਨਹੀਂ, ਆਈ ਥਿੰਕ ਆ ਪੇਸ਼ੈਂਟ ਨੂੰ ਹੁਣ ਕਾਫੀ ਸਮਝ ਆ ਗਿਆ ਕਿ ਜਦ ਆਪਾਂ ਆਈਵੀਐਫ ਕਰਦੇ ਆ, ਜਿਹੜਾ ਕੰਮ ਕੁਦਰਤ ਨਹੀਂ ਕਰ ਪਾ ਰਹੀ, ਉਹਨਾਂ ਦੀ ਨੈਚੁਰਲ ਪ੍ਰੈਗਨੈਂਸੀ ਨਹੀਂ ਹੋ ਪਾ ਰਹੀ, ਉਹ ਮਸ਼ੀਨਾਂ ਤੇ ਆਈਵੀਐਫ ਨੇ ਕਰਨਾ ਹੈ। ਇਟਸ ਐਜ਼ ਸਿੰਪਲ ਐਜ਼ ਦੈਟ। ਮੈਂ ਤਾਂ ਪੇਸ਼ੈਂਟਸ ਨੂੰ ਵੀ ਕਹਿੰਦੀ ਆ ਕਿ, ਔਰ ਜਦ ਪੇਸ਼ੈਂਟ ਮਤਲਬ ਪਤਾ ਹੀ ਲੱਗ ਜਾਂਦਾ ਹੈ ਪੇਸ਼ੈਂਟ ਨੂੰ। ਬਹੁਤ ਸਾਰੇ ਵਹਿਮ ਫੈਲੇ ਹੋਏ ਹੈ ਕਿ ਇਹੋ ਜਿਹਾ ਨਹੀਂ ਹੁੰਦਾ। ਤੁਹਾਡੇ ਕੋਲੇ ਕੀ ਫੀਡਬੈਕ ਆਉਂਦਾ, ਨੈਗੇਟਿਵ ਫੀਡਬੈਕ ਕੀ ਆਉਂਦਾ ਤੁਹਾਡੇ ਕੋਲੇ ਆਈਵੀਐਫ ਦੇ ਬਾਰੇ? ਨੈਗੇਟਿਵ ਫੀਡਬੈਕ ਇੰਝ ਤਾਂ ਕੁਛ ਨਹੀਂ ਹੈ, ਮਤਲਬ ਮੈਨੂੰ ਸਮਝ ਨਹੀਂ ਆਇਆ ਤੁਸੀਂ। ਨਹੀਂ, ਜਿਹੜੀ ਚੀਜ਼ ਦੇ ਬਾਰੇ ਆਮ ਤੌਰ ਤੇ ਕੀ ਆਈਵੀਐਫ ਦੇ ਬਾਰੇ ਨੈਗੇਟਿਵਿਟੀ ਜਾਂ ਲੋਕ ਤੁਹਾਡੇ ਕੋਲ ਪਹੁੰਚੇ? ਨੈਗੇਟਿਵਿਟੀ ਸਪੈਸ਼ਲੀ ਹੁੰਦਾ ਹੈ ਪੇਸ਼ੈਂਟ ਨੂੰ। ਇੱਕ ਅੱਜ ਕੱਲ ਬਹੁਤ ਬੜਾ ਕੁਐਸਚਨ ਹੈ ਕਿ ਸਾਨੂੰ ਬੈੱਡ ਰੈਸਟ ਕਿੰਨਾ ਕਰਨਾ ਪਏਗਾ, ਸਾਡੀ ਪ੍ਰੈਗਨੈਂਸੀ ਨੋਰਮਲ ਪ੍ਰੈਗਨੈਂਸੀ ਤੋਂ ਕਿਵੇਂ ਡਿਫਰੈਂਟ ਹੋਏਗੀ। ਸੋ ਇੱਕ ਐਸ਼ੋਰੈਂਸ ਦੇਣੀ ਪੇਸ਼ੈਂਟ ਨੂੰ। ਮੈਂ ਕਹਿੰਦੀ ਹਾਂ ਇਟਸ ਪ੍ਰੈਗਨੈਂਸੀ ਬਿਲਕੁਲ ਨੈਚੁਰਲ ਪ੍ਰੋਸੈਸ ਹੈ, ਬੱਚਾ ਤੁਹਾਡੇ ਅੰਦਰ ਗਰੋ ਕਰ ਰਿਹਾ। ਹੁਣ ਅਗਰ ਤੁਸੀਂ ਬਹੁਤ ਕੋਈ ਚੀਜ਼ ਮੰਨਤ ਮੰਗ ਕੇ ਲਈ ਹੈ, ਤੁਸੀਂ ਉਹਦਾ ਖਿਆਲ ਰੱਖੋਗੇ ਕਿ ਨਹੀਂ? ਬਿਲਕੁਲ। ਤੁਸੀਂ ਕਹੋਗੇ ਹਾਏ ਹਾਏ, ਮਤਲਬ ਇੱਕ ਲੇਡੀ ਹੈ ਉਹ ਚਲਦੇ ਫਿਰਦੇ ਹੀ ਮਤਲਬ ਉਹਨੂੰ ਕੋਈ ਹੈ ਨਹੀਂ, ਉਹਨੂੰ ਪਤਾ ਹੈ ਉਹਦੇ ਬੱਚਾ ਹੋ ਜਾਣਾ ਹੈ, ਠੀਕ ਹੈ। ਇੱਕ ਹੈ ਉਹ ਫਿਰ ਹਰ ਇੱਕ ਕਦਮ ਵੀ ਲਏਗੀ ਤਾਂ ਸੋਚੇਗੀ ਮੈਂ ਕਰ ਲਿਆ ਠੀਕ, ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਬੱਚੇ ਨੂੰ। ਸੋ ਇਹ ਡਿਫਰੈਂਸ ਹੈ ਸਿਰਫ। ਬਾਕੀ ਆਈਵੀਐਫ ਪ੍ਰੈਗਨੈਂਸੀ ਦੂਜੀ ਪ੍ਰੈਗਨੈਂਸੀ ਬਿਲਕੁਲ ਨਾਰਮਲ ਹੁੰਦੀ ਹੈ। ਨਹੀਂ, ਲੋਕ ਤੁਹਾਡੇ ਕੋਲ ਕੁਐਰੀਜ਼ ਤਾਂ ਕਰਦੇ ਹੋਣਗੇ ਇਸ ਤਰ੍ਹਾਂ ਦੀ, ਬਹੁਤ ਕੀ ਕੁਐਰੀਜ਼ ਖਾਸ ਤੌਰ ਤੇ ਕਰਦੇ ਕੁਐਰੀ ਕਰਦੇ ਬਹੁਤ ਵੀ ਐ ਨਾ ਜ਼ਿਆਦਾ ਹੋਵੇ, ਕਿ ਮੇਰੀ ਹੈਲਥ ਤਾਂ ਨਹੀਂ ਖਰਾਬ ਹੋ ਜਾਏਗੀ। ਲੇਡੀ ਪੁੱਛਦੀ ਹੈ ਮੇਰੀ ਸਿਹਤ ਤਾਂ ਨਹੀਂ ਖਰਾਬ ਹੋ ਜਾਏਗੀ, ਮੇਰਾ ਸਰੀਰ ਤਾਂ ਨਹੀਂ ਫੁੱਲ ਜਾਊਗਾ, ਮੈਨੂੰ ਟੀਕੇ ਲੱਗਣਗੇ, ਕੋਈ ਮੇਰੇ ਤੇ ਉੱਤੇ ਨੁਕਸਾਨ ਨਾ ਹੋਏ, ਮੈਨੂੰ ਕੰਮਕਾਜ ਸਪੈਸ਼ਲੀ ਜਿਹੜੇ ਪਿੰਡਾਂ ਦੇ ਹੈ, ਜਿਹੜੇ ਡੰਗਰ ਪਸ਼ੂ ਦਾ ਕੰਮ ਕਰਦੇ ਆ, ਕਿ ਮੈਂ ਹੁਣ ਘਰੇ ਕੌਣ ਦੇਖੇਗਾ, ਘਰ ਪੇਰੈਂਟਸ ਓਲਡ ਹੈ ਉਹਨਾਂ ਨੂੰ ਕੌਣ ਦੇਖੇਗਾ। ਸੋ ਇਹੋ ਜਿਹੇ ਕੁਐਸਚਨਸ ਬਹੁਤ ਆਉਂਦੇ ਆ ਪੇਸ਼ੈਂਟਸ। ਕੋਸਟਲੀ ਕਿੰਨਾ ਕੁ ਹੁੰਦਾ ਆਈਵੀਐਫ? ਕਿਉਂਕਿ ਜੇ ਕਿਸੇ ਨੇ ਆਈਵੀਐਫ ਦੇ ਥਰੂ ਬੱਚਾ ਲੈਣਾ, ਬੇਬੀ ਪੈਦਾ ਕਰਨਾ, ਤਾਂ ਕੀ ਹਰ ਮਿਡਲ ਕਲਾਸ ਵੀ ਅਫੋਰਡ ਕਰ ਸਕਦਾ? ਕਿੰਨਾ ਖਰਚਾ ਹੁੰਦਾ? ਹਰ ਬੰਦੇ ਦੇ ਜ਼ਿਹਨ 'ਚ ਮੇਰੇ ਖਿਆਲ ਇਹ ਸਵਾਲ ਹੁੰਦਾ ਬਿਲਕੁਲ, ਕਿਉਂਕਿ ਸਾਨੂੰ ਜਦ ਵੀ ਕੋਈ ਕੁਐਰੀ ਆਉਂਦੀ ਹੈ ਪੇਸ਼ੈਂਟ ਹਮੇਸ਼ਾ ਕਾਸਟ ਪੁੱਛਦਾ ਹੈ। ਡੈਫੀਨੇਟਲੀ ਕਾਸਟਲੀ ਪ੍ਰੋਸੀਜਰ ਹੈ, ਇਹਦੇ ਵਿੱਚ ਜਿਹੜੇ ਇੰਜੈਕਸ਼ਨਸ ਲੱਗਦੇ ਆ ਉਹ ਵੀ ਕਾਸਟਲੀ ਹੈ। ਪਰ ਮੈਂ ਪੇਸ਼ੈਂਟਸ ਨੂੰ ਇੱਕ ਗੱਲ ਕਹਿੰਦੀ ਹਾਂ ਕਿ ਮਤਲਬ ਅਸੀਂ ਹਮੇਸ਼ਾ ਫਾਈਨੈਂਸ਼ਲੀ ਹੈਲਪ ਕਰਨ ਵਾਸਤੇ ਉਹਨਾਂ ਦੀ ਬੈਠੇ ਆ। ਦੂਸਰਾ ਇੱਕ ਹੋਰ ਗੱਲ ਹੈ ਕਿ ਜਿਹੜਾ ਪੇਸ਼ੈਂਟ ਹੈ ਅਗਰ ਉਹ 7 ਸਾਲਾਂ ਤੋਂ ਇਲਾਜ ਕਰਾ ਰਿਹਾ ਬਾਹਰ, ਉਨੇ ਦੀ ਦਾ ਜਿੰਨੇ ਦਾ ਆਈਵੀਐਫ ਹੁੰਦਾ ਹੈ, ਠੀਕ ਹੈ ਨਾ, ਉਨੇ ਦੀ ਤਾਂ ਉਹ ਦਵਾਈ ਉਹ ਖਾ ਜਾਂਦਾ ਹੈ ਅਤੇ ਹੱਥ ਪੱਲੇ ਫਿਰ ਵੀ ਕੁਛ ਨਹੀਂ ਪੈਂਦਾ। ਦੂਜਾ ਇੰਸਟਾਲਮੈਂਟਸ ਹੈ। ਅੱਜ ਕੱਲ੍ਹ ਕੁਛ ਇੰਸ਼ੋਰੈਂਸ ਕੰਪਨੀਆਂ ਨੇ ਸ਼ਾਇਦ ਕਲੇਮ ਵੀ ਦੇਣਾ ਸ਼ੁਰੂ ਕੀਤਾ ਹੈ, ਕਿਉਂਕਿ ਕਾਫੀ ਮੁੱਦਾ ਉੱਠਦਾ ਹੈ ਕਿ ਇੰਸ਼ੋਰੈਂਸ ਆਈਵੀਐਫ ਦਾ ਕਲੇਮ ਨਹੀਂ ਦਿੰਦੀ। ਸੋ ਅਸੀਂ ਉਹ ਵੀ ਐਡਵਾਂਟੇਜ ਦਿੰਦੇ ਹਾਂ ਪੇਸ਼ੈਂਟ ਨੂੰ, ਪੇਸ਼ੈਂਟ ਹੌਲੀ ਹੌਲੀ ਵੀ ਕਰਾ ਸਕਦਾ ਹੈ। ਦੂਜਾ ਸਾਡੇ ਕੋਲ ਜਿਹੜਾ ਐਮਬਰੀਓ ਫਰੀਜ਼ਿੰਗ ਟੈਕਨੀਕਸ ਹੈ, ਐਗ ਫਰੀਜ਼ਿੰਗ ਟੈਕਨੀਕਸ ਹੈ, ਉਹਦੇ ਵਿੱਚ ਜਿਹੜੀ ਸੈਕਿੰਡ ਸਾਈਕਲ ਦੀ ਕਾਸਟ ਹੈ ਬਿਲਕੁਲ ਘੱਟ ਜਾਂਦੀ ਹੈ। ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਪੁੱਛਦੇ ਕਿ ਤੁਹਾਡਾ ਪੈਕੇਜ ਕੀ ਹੈ। ਬਹੁਤ ਮਤਲਬ ਕਾਮਨ ਕੁਐਸਚਨ ਹੋ ਗਿਆ, ਕਿਉਂਕਿ ਹੁਣ ਇੰਨੇ ਆਈਵੀਐਫ ਸੈਂਟਰਸ ਖੁੱਲ੍ਹ ਗਿਆ। ਮੈਂ ਹਮੇਸ਼ਾ ਪੇਸ਼ੈਂਟ ਨੂੰ ਕਹਿੰਦੀ ਹਾਂ ਕੀ ਪੈਕੇਜ? ਮੇਰਾ ਤਾਂ ਹੈ ਕਿ ਮੈਂ ਪਹਿਲੇ ਸਾਈਕਲ 'ਚ ਹੀ ਕਰਦਾ। ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਸੁਣਿਆ ਪਹਿਲੇ ਸਾਈਕਲ 'ਚ ਪ੍ਰੈਗਨੈਂਸੀ ਨਹੀਂ ਹੁੰਦੀ। ਮੈਂ ਕਿਹਾ ਕਿਉਂ ਨਹੀਂ ਹੋ ਸਕਦੀ? ਮਤਲਬ ਮੇਰਾ ਹੁੰਦਾ ਕਿ ਜਦ ਵੀ ਤੁਸੀਂ ਕਿਸੇ ਦਾ ਕੰਮ ਕਰ ਰਹੇ ਹੋ ਬੈਸਟ ਹੀ ਕਰੋ। ਪੈਕੇਜ ਆਮ ਤੌਰ ਤੇ ਤੁਹਾਨੂੰ ਵੀ ਲੋਕ ਐਂ ਪੁੱਛਦੇ ਆ, ਕਿਉਂਕਿ ਆਮ ਤੌਰ ਤੇ ਇਮੀਗ੍ਰੇਸ਼ਨ ਵਾਲੇ ਹੁੰਦੇ ਆ, ਉਹ ਜਾ ਕੇ ਓਪੀਨੀਅਨ ਲੈ ਕੇ ਆਉਂਦਾ ਹੈ। ਮੈਂ ਵਰਡ ਨਾ ਪੇਸ਼ੈਂਟਸ ਤੋਂ ਹੀ ਸੁਣਿਆ ਕਿ ਤੁਹਾਡਾ ਪੈਕੇਜ ਕੀ ਹੈ। ਮਤਲਬ ਮੈਨੂੰ ਫਸਟ ਟਾਈਮ ਜਦ ਮੈਂ ਵਰਡ ਸੁਣਿਆ ਲਗਭਗ 2 ਸਾਲ ਪਹਿਲਾਂ, ਮੈਨੂੰ ਇੱਕ ਗੱਲ ਹੀ ਨਹੀਂ ਸਮਝ। ਮੈਂ ਪੇਸ਼ੈਂਟ ਨੂੰ ਕੀ ਇਸ ਚੀਜ਼ ਦਾ ਪੈਕੇਜ ਮਤਲਬ ਕੀ? 1-2 ਪੇਸ਼ੈਂਟ ਤੋਂ ਸੁਣਿਆ ਜਾਂ ਬਹੁਤ ਸਾਰੇ ਪੇਸ਼ੈਂਟ ਤੋਂ ਸੁਣਿਆ? ਪੇਸ਼ੈਂਟਸ ਗੱਲ ਕਰਦੇ ਆ ਇਸ ਦੇ ਬਾਰੇ, ਕਿਉਂਕਿ ਹਰ ਸੈਂਟਰ ਦੇ ਆਈ ਥਿੰਕ ਡਿਫਰੈਂਟ ਹੈ। ਅਤੇ ਜਦ ਪੇਸ਼ੈਂਟ ਜਾਂਦਾ ਹੈ ਕੰਸਲਟੇਸ਼ਨ ਵਾਸਤੇ, ਉਹਨਾਂ ਨੂੰ ਉਹ ਵੀ ਡਾਕਟਰ ਡਿਸਾਈਡ ਕਰਦੇ ਹੈ ਨਾ ਕਿ ਕਿਹੜੇ ਡਾਕਟਰ ਵਿੱਚ ਉਹ ਫੇਥ ਕਰ ਸਕਦੇ ਹੈ।
ਮਤਲਬ ਇਹ ਤਾਂ ਨਹੀਂ ਕਿ ਕੋਈ ਬਾਹਰੋਂ ਆ ਕੇ ਕਰਕੇ ਚਲਾ ਗਿਆ, ਪੇਸ਼ੈਂਟ ਨੂੰ ਕੋਈ ਮਿਲੇ ਹੀ ਨਾ। ਕਿੰਨੇ ਸੈਂਟਰ ਖੁੱਲੇ ਆ, ਕਿੰਨੇ ਬੰਦ ਹੋ ਗਏ ਆ। ਪੇਸ਼ੈਂਟ ਕਹਿੰਦੇ ਜੀ ਅਸੀਂ ਤਾਂ ਦੁਬਾਰਾ ਗਏ, ਉੱਥੇ ਸੈਂਟਰ ਹੀ ਨਹੀਂ ਸੀ, ਡਾਕਟਰ ਹੀ ਨਹੀਂ ਮਿਲਿਆ ਸਾਨੂੰ। ਇਸ ਦੇ ਬਾਰੇ ਦੱਸ ਸਕਦੇ ਹੋ ਤੁਸੀਂ ਖੁੱਲ੍ਹ ਕੇ, ਜੇ ਦੱਸਣਾ ਚਾਹੋ ਤਾਂ, ਕਿ ਸਪਰਮ ਦੀ ਪ੍ਰਕਿਰਿਆ ਕਿਸ ਤਰੀਕੇ ਨਾਲ ਹੁੰਦੀ ਹੈ? ਜਾਂ ਆਮ ਤੌਰ 'ਤੇ ਹੁਣ ਤਾਂ ਅਸੀਂ ਸੋਸ਼ਲ ਮੀਡੀਆ ਦਾ ਜਦੋਂ ਦਾ ਯੁੱਗ ਆਇਆ, ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਐਡਵਰਟੀਜ਼ਮੈਂਟ ਇਹੋ ਜਿਹੀਆਂ ਵੀ ਆਉਂਦੀਆਂ, ਜੇ ਕੋਈ ਸਪਰਮ ਦੇਣਾ ਚਾਹਵੇ ਤਾਂ ਜੀ ਇੰਨੇ ਪੈਸੇ, ਇਸ ਤਰੀਕੇ ਨਾਲ ਕੋਈ ਸਪਰਮ। ਨਾ ਮੇਰਾ ਖਿਆਲ ਮੂਵੀਜ਼ ਨੇ ਇਹਨੂੰ ਇੰਨਾ ਗਲੋਰੀਫਾਈ ਕਰ ਦਿੱਤਾ ਹੈ ਨਾ। ਹੁਣ ਤਾਂ ਲਾਅ ਆ ਗਿਆ ਹੈ, ਹੁਣ IVF ਸੈਂਟਰ ਨਹੀਂ, ART ਬੈਂਕਸ ਹੁੰਦੇ ਆ ਜਿਹੜਾ ਇਹ ਪ੍ਰੋਸੀਜਰ ਕਰਦੇ ਆ। IVF ਸੈਂਟਰ ਵਿੱਚ ਨਹੀਂ ਹੁੰਦਾ, ਜਿਹੜੀ ਸਪਰਮ ਡੋਨੇਸ਼ਨ, ਫਰੀਜ਼ਿੰਗ ਐਂਡ ਆਲ ਦੈਟ ਇਜ਼, ਉਹ ਬੜਾ ਗਲੋਰੀਫਾਈ ਕਰ ਦਿੱਤਾ ਕਈ ਮੂਵੀਜ਼ ਨੇ। ਨਹੀਂ, ਸਪਰਮ ਮਤਲਬ ਕੋਈ ਡੋਨੇਟ ਕਰਨਾ ਚਾਹੇ, ਨਹੀਂ ਕੋਈ ਪੇਡ ਨਹੀਂ ਹੁੰਦਾ, ਇਹ ਵੋਲੰਟਰੀ ਹੁੰਦਾ ਹੈ। ਹਾਂ, ਟੋਟਲੀ ਵੋਲੰਟਰੀ, ਕੋਈ ਵੀ ਦੇਣਾ ਚਾਹੇ ਤਾਂ ਉਹ ਬੈਂਕ ਵਿੱਚ ਜਾ ਕੇ, ART ਬੈਂਕਸ ਵਿੱਚ ਦਿੰਦਾ ਹੈ, ਨਾਟ ਕਲੀਨਿਕ। ਕਿੰਨਾ ਚਿਰ ਸਪਰਮ ਨੂੰ ਰੱਖਿਆ ਜਾ ਸਕਦਾ? ਔਰ ਦੇਖੋ ਜਿਹੜਾ ਭਰੂਣ ਬਣਦਾ ਹੈ, ਜਿਹੜਾ ਐਮਬ੍ਰੀਓ ਬਣਦਾ ਹੈ, ਜਾਂ ਕੋਈ ਲੇਡੀ ਆਪਣੇ ਐਗ ਫਰੀਜ਼ ਕਰਾ ਕੇ ਜਾਂਦੀ ਹੈ, ਉਹ ਅਣਗਿਣਤ ਸਮੇਂ ਵਾਸਤੇ ਆਪਾਂ ਕਰ ਸਕਦੇ ਹਾਂ, ਪਰ ਪੇਸ਼ੈਂਟ ਦੀ ਨੌਲੇਜ ਵਿੱਚ ਹੁੰਦਾ ਹੈ। ਪੇਸ਼ੈਂਟ ਹਰ ਸਾਲ ਉਹ ਰਿਨਿਊ ਕਰਾਉਂਦਾ ਹੈ ਕਿ ਹਾਂ ਮੇਰੇ ਰੱਖ ਲਓ। ਮੰਨ ਲਓ ਹੁਣ ਇੱਕ ਪੇਸ਼ੈਂਟ, ਮੇਰਾ ਕਈ ਪੇਸ਼ੈਂਟਸ ਹੈ ਜਿਹੜਾ ਫਰਸਟ ਬੇਬੀ ਲੈ ਗਏ, ਪ੍ਰੈਗਨੈਂਟ ਹੋ ਗਏ, ਫਰਸਟ ਸਾਈਕਲ ਵਿੱਚ ਕੁੜੀ ਹੋਇਆ ਮੁੰਡਾ ਹੋਇਆ, ਉਹਨਾਂ ਦੇ ਭਰੂਣ ਬੱਚੇ ਹੋਏ ਹੈ। ਹੁਣ ਉਹ 4 ਸਾਲ ਬਾਅਦ ਜਦ ਬੱਚਾ ਵੱਡਾ ਹੋ ਜਾਏਗਾ, ਫਿਰ ਉਹ ਸੈਕਿੰਡ ਬੇਬੀ ਵਾਸਤੇ ਆਉਣਗੇ, ਪਰ ਉਹ ਸਾਰਾ ਪ੍ਰੋਸੀਜਰ ਨਹੀਂ ਕਰਾਉਣਗੇ, ਉਹ ਸਿਰਫ ਜਿਹੜੇ ਬਚੇ ਹੋਏ ਭਰੂਣ ਹੈ ਉਹ ਟ੍ਰਾਂਸਫਰ ਕਰਾਉਣਗੇ। ਇਹ ਥੋੜਾ, ਇਹ ਵੈਸੇ ਤਾਂ ਮੈਨੂੰ ਲੱਗਦਾ ਟੈਕਨੀਕਲ ਹੋਊਗਾ ਪੂਰਾ ਪ੍ਰੋਸੈਸ। ਤੁਸੀਂ ਸਮਝਾ ਸਕਦੇ ਹੋ ਕੈਮਰੇ ਤੇ ਕਿਵੇਂ ਹੁੰਦਾ, ਜਾਂ ਨਹੀਂ ਪੋਸੀਬਲ ਨਹੀਂ ਹੈ? ਬਹੁਤ ਟੈਕਨੀਕਲ ਹੈ, ਬਹੁਤ ਟੈਕਨੀਕਲ ਹੈ। ਮਤਲਬ ਕਿਉਂਕਿ ਬਹੁਤ ਸਾਰੇ ਲੋਕ, ਚਲੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆਈ ਥਿੰਕ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਇਫੈਕਟ ਹੈ ਕਿ ਬਹੁਤ ਅਵੇਅਰਨੈਸ ਫੈਲ ਗਈ। ਨੈਗੇਟਿਵ ਇਫੈਕਟ ਹੈ ਕਿ ਬਹੁਤ ਸਾਰੇ ਨਾ ਵਹਿਮ ਵਗੈਰਾ ਵੀ, ਮਤਲਬ ਮੈਂ ਦੇਖਿਆ ਕਿੰਨੀ ਰੀਲਸ ਆਉਂਦੀ ਹੈ ਕਿ ਆ ਕਰੋ, ਇੰਜ ਕਰੋ, ਹੋ ਜਾਂਦਾ। ਮਤਲਬ ਹਰ ਚੀਜ਼ ਨੂੰ ਨਾ ਲੌਜੀਕਲੀ ਦੇਖੇ ਕਿ ਡਾਕਟਰ ਅਗਰ ਕਹਿ ਰਿਹਾ ਤਾਂ ਚਲੋ ਠੀਕ ਹੈ। ਹਾਂ, ਅਵੇਅਰਨੈਸ ਬਹੁਤ ਹੋ ਗਈ ਹੈ, ਮਤਲਬ ਸਪਲੀਮੈਂਟਸ ਦੀ ਇੰਨੀ ਹੋ ਗਈ ਹੈ। ਮੈਂ ਕਿਸੇ ਪੇਸ਼ੈਂਟ ਨੂੰ ਅਗਰ ਕਹੂੰਗੀ ਤੁਸੀਂ, ਮਤਲਬ ਜਿਵੇਂ ਟਮੈਟੋਜ਼ ਵਿੱਚ ਲਾਈਕੋਪੀਨ ਹੁੰਦਾ ਹੈ ਕਿ ਬਹੁਤ ਹੈਲਦੀ ਹੈ, ਤੁਸੀਂ ਦੇਖਿਆ ਹੋਗਾ ਯੂਰੋਪੀਅਨਸ ਕਿੰਨੇ ਹੈਲਦੀ ਟਾਲ ਲੀਨ ਹੁੰਦੇ ਹੈ। ਇੰਨੇ ਸਪਲੀਮੈਂਟਸ ਆ ਗਏ, ਪੇਸ਼ੈਂਟ ਮੇਰੇ ਕੋਲ 4 ਡੱਬੇ ਅੱਗੇ ਰੱਖ ਦੇਗਾ, ਮੈਂ ਆ ਖਾ ਰਿਹਾ। ਮਤਲਬ ਇੰਨੀ ਅਵੇਅਰਨੈਸ ਹੋ ਗਈ ਹੈ ਸਪਲੀਮੈਂਟਸ ਬਾਰੇ। ਬਟ ਵੀ ਸ਼ੁੱਡ ਨਾਟ ਫੋਰਗੇਟ ਕਿ ਹੈਲਦੀ ਕੀ ਹੈ, ਅਨਹੈਲਦੀ ਕੀ ਹੈ, ਕਿਸ ਚੀਜ਼ ਦੇ ਕੀ ਸਾਈਡ ਇਫੈਕਟਸ ਹੈ। IVF ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੋਊਗਾ, ਤੁਸੀਂ ਕਿਸ ਤਰੀਕੇ ਨਾਲ ਸਰਵਾਈਵ ਕਰ ਰਹੇ ਹੋ? ਦੇਖੋ, ਮੈਂ ਅੱਜ ਤੱਕ ਕਿਸੇ ਨਾਲ ਕੰਪੀਟ ਨਹੀਂ ਕੀਤਾ। ਮੈਂ ਹਮੇਸ਼ਾ ਆਪਣੇ ਨਾਲ ਕੰਪੀਟ ਕਰਦੀ ਆ ਕਿ ਮੈਂ ਹੋਰ ਐਕਸਟਰਾ ਕੀ ਕਰ ਸਕਦੀ ਆ, ਕਿੰਨਾ ਅੱਗੇ ਜਾ ਸਕਦੀ ਆ। ਆਈ ਐਮ ਨੈਵਰ ਕੰਪੀਟਡ ਵਿਦ ਐਨੀਬਡੀ, ਆਈ ਕੰਪੀਟ ਵਿਦ ਮਾਈ ਸੈਲਫ। ਮੇਰਾ ਕੰਪੀਟੀਸ਼ਨ ਆਪਣੇ ਨਾਲ ਹੈ ਕਿ ਮੈਂ ਕਿਵੇਂ ਹੋਰ, ਮਤਲਬ ਪੇਸ਼ੈਂਟਸ ਦੀ ਕਿਵੇਂ ਹੈਲਪ ਕਰ ਸਕਦੀ ਆ, ਕੀ ਇਕਵਿਪਮੈਂਟ ਇੱਥੇ ਲਾ ਸਕਦੀ ਆ, ਕਿੰਨੇ ਰਿਜ਼ਲਟਸ ਦੇ ਸਕਦੀ ਆ, ਕਿੰਨੀ ਸਟੱਡੀਜ਼ ਪਬਲਿਸ਼ ਕਰ ਸਕਦੀ ਆ, ਮਤਲਬ ਉਹਨਾਂ ਨੂੰ ਕਿੰਨਾ ਕੁ ਬੈਸਟ ਦੇ ਸਕਦੀ ਆ। ਇਹ ਟੈਕਨੀਕ ਮੈਨੂੰ ਦੱਸੋ, ਜਦੋਂ 30 ਸਾਲ ਪਹਿਲਾਂ, ਮੈਂ ਵਾਰ-ਵਾਰ ਇਸ ਚੀਜ਼ ਦਾ ਇਸ ਕਰਕੇ ਕਹਿ ਰਿਹਾ ਕਿ ਉਸ ਤੋਂ ਬਾਅਦ ਟੈਕਨੀਕ ਵੀ ਬਹੁਤ ਬਦਲੀ ਹੋਊਗੀ। 30 ਸਾਲ ਪਹਿਲਾਂ ਜਦੋਂ ਤੁਸੀਂ ਟ੍ਰੇਨਿੰਗ ਲਈ ਹੋਊਗੀ, ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ, ਉਸ ਤੋਂ ਬਾਅਦ ਹੁਣ 30 ਸਾਲਾਂ ਬਾਅਦ ਤੁਹਾਡੇ ਬੇਟੇ ਨੇ ਤੁਹਾਨੂੰ ਜੁਆਇਨ ਕੀਤਾ, ਤਾਂ ਕਿੰਨੀ ਕੁ ਟੈਕਨੀਕ ਉਹ ਬਦਲੀ ਹੋਈ ਮਹਿਸੂਸ ਕਰਦੇ ਆ? ਬਹੁਤ ਬਦਲ ਗਿਆ। ਜਾਂ ਤੁਸੀਂ ਆਪਦੇ ਬੇਟੇ ਨੂੰ ਦੇਖਦੇ ਹੋਵੋਗੇ ਕੰਮਕਾਜ ਕਰਦੇ ਆ, ਤਾਂ ਕਿੰਨਾ ਕੁ ਬਦਲਾਅ ਆ ਗਿਆ IVF ਦੇ ਵਿੱਚ 30 ਸਾਲਾਂ 'ਚ? ਬਹੁਤ ਬਦਲਾਅ ਆ ਗਿਆ। ਪਹਿਲੇ ਪਲੇਨ IVF ਸੀ, ਹੁਣ ਐਡਵਾਂਸਡ IVF ਆ ਗਿਆ। ICSI, IMSI, ਲੇਜ਼ਰ ਹੈਚਿੰਗ, ਬਲਾਸਟੋਸਿਸਟ ਕਲਚਰ, ਐਮਬ੍ਰੀਓ ਮੋਨੀਟਰਿੰਗ, ਮਤਲਬ ਹਰ ਚੀਜ਼ ਇੰਨੀ ਵੱਧ ਗਈ। ਛੋਟੀ ਛੋਟੀ ਚੀਜ਼ ਨਾ, ਜਿਵੇਂ ਪਿਪੇਟ ਹੁੰਦੀ ਸੀ, ਮੈਨੂੰ ਅੱਜ ਤੱਕ ਯਾਦ ਹੈ ਆਪਾਂ ਇੰਜ ਕਰਕੇ ਨਾ ਬੰਸਨ ਬਰਨਰ ਤੇ ਉਹਨੂੰ ਬਣਾਉਂਦੇ ਸੀ। ਮੀਡੀਆ ਪੈਕਟਾ ਵਿੱਚ ਆਉਂਦਾ ਸੀ IVF ਦਾ, ਫਿਰ ਉਹਦੇ ਨਾਲ RO ਫਿਲਟਰ ਨਾਲ ਕਰਕੇ। ਹੁਣ ਸਭ ਕੁਝ ਰੈਡੀਮੇਡ ਆਉਂਦਾ ਹੈ। ਮਤਲਬ ਬੰਦਾ ਬਾਹਰ ਹੀ ਹੈ, ਆਪਾਂ ਬਾਹਰੋਂ ਆਰਡਰ ਦਿੰਦੇ ਹਾਂ, ਪਰ ਉਹ ਰੈਡੀਮੇਡ ਆ ਜਾਂਦਾ ਹੈ। ਬਹੁਤ ਐਡਵਾਂਸਮੈਂਟਸ ਆ ਗਈ। ਹੁਣ IVF ਦਾ ਸਿਰਫ ਆ ਮਤਲਬ ਨਹੀਂ ਹੈ ਕਿ ਐਗ ਦਾ ਸਪਰਮ ਦਾ ਮਿਲਨ ਕਰੋ ਟਿਊਬ ਵਿੱਚ ਤੇ ਬੱਚਾ ਬਣਾ ਦਿਓ, ਉਹ ਨਹੀਂ। ਹੁਣ ICSI ਹੈ, ਮਤਲਬ ਹਰ ਪੇਸ਼ੈਂਟ ਵਾਸਤੇ ਉਹ ਬੈਨੀਫੀਸ਼ੀਅਲ ਹੈ। ਟੀਸਾ ਹੈ, ਜਿਨ੍ਹਾਂ ਦੇ ਨਿਲ ਸਪਰਮਸ ਹੈ, ਪਹਿਲੇ ਉਹਨਾਂ ਨੂੰ ਕਹਿੰਦੇ ਸੀ ਗੋਦ ਲੈ ਲਓ, ਬੈਂਕ ਤੋਂ ਬੱਚਾ ਕਰਾ ਲਓ, ਹੁਣ ਉਹ ਆਪਣਾ ਵੀ ਲੈ ਸਕਦੇ ਆ। ਠੀਕ ਹੈ, ਇਹ ਸਾਰੀ ਐਡਵਾਂਸਮੈਂਟਸ ਮੈਂ ਦੇਖੀ ਹੈ, ਮਤਲਬ ਉਸ ਸਟੇਜ ਤੋਂ ਲੈ ਕੇ ਇਸ ਸਟੇਜ ਤੱਕ। ਇਸ ਤਰ੍ਹਾਂ ਵੀ ਹੁੰਦਾ ਕਿ ਜੇ ਕੋਈ ਚਾਹੇ ਕਿ ਬੱਚੇ ਦੀਆਂ ਅੱਖਾਂ
ਇਹੋ ਜਿਹੀਆਂ ਹੋਣ, ਕਲਰ ਇਹੋ ਜਿਹਾ ਹੋਵੇ, ਫੇਸ ਇਹੋ ਜਿਹਾ ਹੋਵੇ, ਲਿਪਸ ਇਹੋ ਜਿਹੇ ਹੋਣ, ਤਾਂ ਆਈਵੀਐਫ ਦੇ ਥਰੂ ਪੋਸੀਬਲ ਹੈਗਾ ਇਹ? ਨਹੀਂ, ਦੇਖੋ ਜਿਹੜਾ ਜੈਨੇਟਿਕ ਮਟੀਰੀਅਲ ਹੈ ਉਹ ਹਸਬੈਂਡ ਦੇ ਵਾਈਫ ਦਾ ਹੈ, ਜਿਹੜੀ ਉਹਨਾਂ ਦੇ ਵਿੱਚ ਹੈ ਜੈਨੇਟਿਕਸ ਹੈ, ਜੀਨਸ ਹੈ, ਉਹ ਸੇਮ ਹੀ ਰਹਿਣਗੇ। ਬਾਈ ਡਿਮਾਂਡ ਸਿਰਫ ਡੋਨਰ ਹੁੰਦਾ ਹੈ, ਬਟ ਆਈ ਥਿੰਕ ਜਿਹੜੇ ਜੀਨਸ ਹੈ ਹਸਬੈਂਡ ਵਾਈਫ ਦੇ, ਜਿੰਨੀ ਇੰਟੈਲੀਜੈਂਸ ਹੈ, ਆਈ ਕਲਰ, ਸਕਿਨ ਕਲਰ, ਉਹ ਸਾਰਾ ਬੱਚੇ ਨੂੰ ਪਾਸ ਹੁੰਦਾ ਹੈ। ਕੁਝ ਮਦਰ ਦੇ ਜੀਨਸ, ਕੁਝ ਫਾਦਰ ਦੇ ਜੀਨਸ। ਕਿਉਂਕਿ ਮੈਂ ਪਿਛਲੇ ਦਿਨੀ ਇੱਕ ਨਾ ਕੋਈ ਰੀਲ, ਅੱਜ ਕੱਲ੍ਹ ਤਾਂ ਅਸੀਂ ਬਹੁਤ ਦੇਖਦੇ ਹਾਂ ਆਉਂਦੀ ਹੈ। ਇੰਸਟਾਗ੍ਰਾਮ ਤੇ ਰੀਲ ਸਕਰੋਲ ਕਰਦੇ ਹਾਂ, ਨਵੀਆਂ ਨਵੀਆਂ ਵੱਖ-ਵੱਖ ਚੀਜ਼ਾਂ ਤੇ ਆ ਜਾਂਦੀਆਂ। ਉਹ ਇੱਕ ਰੀਲ ਆਈ ਸੀਗੀ ਸ਼ਾਇਦ ਕੋਈ, ਕਿ ਹੁਣ ਇੰਨੀ ਟੈਕਨੀਕ ਐਡਵਾਂਸ ਆ ਚੁੱਕੀ ਹੈ ਔਰ ਤੁਸੀਂ ਆਪਣੇ ਬੇਬੀ ਦੇ ਲਿਪਸ, ਆਈਜ਼, ਨੋਜ਼, ਹਰ ਚੀਜ਼ ਆਪਦੇ ਹਿਸਾਬ ਨਾਲ ਡਿਜ਼ਾਈਨ ਕਰਾ ਸਕਦੇ ਹੋ ਕਿ ਕਿੱਦਾਂ ਦਾ ਚਾਹੀਦਾ ਤੁਹਾਨੂੰ। ਉਹ ਸਾਡੇ ਮੁਲਕ 'ਚ ਹੈ ਜਾਂ ਵਿਦੇਸ਼ 'ਚ ਵੀ ਨਹੀਂ ਹੈ, ਜਾਂ ਵਿਦੇਸ਼ 'ਚ ਹੈ? ਦੇਖੋ ਐਕਸਪੈਰੀਮੈਂਟ ਤਾਂ ਚੱਲ ਰਹੇ ਹੈ। ਹੁਣ ਕੋਈ ਕਹੇ ਜੀ ਮੈਂ ਆਪਣੇ ਬੱਚੇ ਦੀ ਬਲੂ ਆਈਜ਼ ਚਾਹਨਾ, ਮੈਂ ਆਪਣੇ ਬੱਚੇ ਦੇ 골ਡਨ ਹੇਅਰ ਚਾਹਨਾ, ਡੈਫੀਨੇਟਲੀ ਉਹਨੂੰ ਆਪਣੀ ਵਾਈਫ ਦੇ, ਜੇ ਵਾਈਫ ਦੇ ਬਲੈਕ ਹੈ ਤੇ ਬਲੈਕ ਕਲਰ ਆਏ ਤਾਂ ਖੁਦ ਵੀ ਇਹੋ ਜਿਹਾ ਤਾਂ ਹੀ ਉਹ ਬੇਬੀ ਹੋਏਗਾ। ਉਹ ਫਿਰ ਡੋਨਰ ਪ੍ਰੋਗਰਾਮ ਹੁੰਦਾ ਹੈ, ਜਾਂ ਕੋਈ ਇੰਟੈਲੀਜੈਂਸ ਇਹੋ ਜਿਹੀ ਲੈਣੀ, ਉਹ ਸਾਰਾ ਡੋਨਰ ਪ੍ਰੋਗਰਾਮ ਹੈ, ਐਕਸਪੈਰੀਮੈਂਟਸ ਵਿੱਚ ਹੈ। ਅੱਜ ਕੱਲ੍ਹ ਨਾ ਨਵੇਂ ਐਕਸਪੈਰੀਮੈਂਟਸ ਵੀ ਆ ਗਏ ਹੈ, ਜਿਵੇਂ ਤੁਸੀਂ ਬਹੁਤ ਸਾਰੀ ਰੀਲਾਂ ਦੇਖੀਆਂ ਹੋਣਗੀਆਂ ਕਿ ਇੱਕ AI ਸਿਮੂਲੇਟਰ ਹੈ, ਲੇਡੀ ਹੈ, ਉਹਦੇ ਕੁੱਖ ਵਿੱਚ ਬੱਚਾ 9 ਮਹੀਨੇ ਬਣ ਰਿਹਾ, ਫਿਰ ਉਹ ਬੱਚਾ ਬਣ ਕੇ ਬਾਹਰ ਨਿਕਲ ਰਿਹਾ। ਮਤਲਬ ਇੰਨੀ ਰੀਲਸ ਆ ਗਈਆਂ AI ਦੇ ਨਾਲ ਬਣ ਰਹੀਆਂ, ਕੁਝ ਸਹੀ ਹੈ, ਕੁਝ ਮਿਸਗਾਈਡ ਕਰ ਰਹੀ ਹੈ ਲੋਕਾਂ ਨੂੰ, ਠੀਕ ਹੈ। ਤੇ ਬੇਸਿਕਲੀ ਤਾਂ ਜੀਨਸ ਹੀ ਹੈ ਜਿਹੜੇ ਅੱਗੇ ਜਾਂਦੇ ਹੈ, ਹਸਬੈਂਡ ਦੇ ਤੇ ਵਾਈਫ ਦੇ। ਅੱਛਾ, ਆਈਵੀਐਫ ਜਦੋਂ ਕਰਾਉਂਦੀ ਫੈਮਿਲੀ, ਫਿਰ ਡਿਲੀਵਰੀ ਵੀ ਸੇਮ ਹਸਪੀਟਲ ਜਾਂ ਡਿਲੀਵਰੀ ਕਿਤੇ ਵੀ ਹੋ ਸਕਦੀ? ਜਿੱਥੇ ਮਰਜ਼ੀ ਕਰਾਏ ਪੇਸ਼ੈਂਟ। ਹਾਂ, ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ, ਕੁਛ ਹੈ, ਉਹ ਆ ਜਾਂ ਕਈ ਵਾਰ ਸਕਦਾ ਹੈ। ਜਿਵੇਂ ਡਾਕਟਰ ਦਾ ਨਾਲ ਕਨੈਕਸ਼ਨ ਹੁੰਦਾ ਪੇਸ਼ੈਂਟ ਦਾ, ਡਾਕਟਰ ਕਹਿੰਦਾ ਨਹੀਂ ਬਿਲਕੁਲ, ਇਹਨਾਂ ਤੋਂ ਹੀ ਸਭ ਕੁਝ ਕਰਾਇਆ normally ਇੱਥੇ ਹੋਵੇ। ਕੰਸਲਟ ਕਰਦੇ ਹੈ, ਡਿਪੈਂਡ ਕਰਦਾ ਹੈ। ਠੀਕ ਹੈ। ਔਰ ਕਿੰਨੇ ਪਰਸੈਂਟ ਇਹੋ ਜਿਹੇ ਪਿਛਲੇ ਦਿਨਾਂ ਦੇ ਵਿੱਚ ਕੇਸਿਸ ਤੁਸੀਂ ਦੇਖੇ ਕਿ ਜਿਹੜੇ ਸਕਸੈਸ ਹੋਏ ਆ? ਬਹੁਤ ਰੋਜ਼ ਹੀ ਹੁੰਦਾ ਕੋਈ ਨਾ ਕੋਈ। ਮੈਂ ਤਾਂ ਕਿਹਾ ਨਾ, ਰੋਜ਼ ਹਰ ਇੱਕ ਮਿਠਾਈ ਦਾ ਰੋਜ਼ ਜੇ ਡੱਬਾ ਮੈਂ ਜਾਣਨਾ ਆਉਂਦਾ ਹੈ। ਚਾਹਾਂ ਤਾਂ ਕਿੰਨੇ ਪੇਸ਼ੈਂਟ ਤੁਸੀਂ ਦੇਖਦੇ ਹੋ ਇਹੋ ਜਿਹੇ, ਦੇਖੋ ਜਿੰਨੇ ਜਾਂ ਮੈਂ ਕਿੰਨੇ ਤਾਂ ਕਹਿ, ਪੇਸ਼ੈਂਟ ਹਰ ਰੋਜ਼ ਆਈਵੀਐਫ ਕਰਵਾਉਂਦੇ ਆ? ਮੇਰਾ ਤਾਂ ਟੋਟਲ ਡੈਡੀਕੇਟਿਡ IVF ਸੈਂਟਰ ਹੈ। ਮੈਂ ਰੂਟੀਨ ਆਬਸਟੈਟਿਕਸ ਤੇ ਗਾਇਨੀ ਨਹੀਂ ਕਰਦੀ, ਕਿਉਂਕਿ ਅਗਰ ਮੈਂ ਉਹ ਕਰਾਂਗੀ ਫਿਰ ਮੈਂ ਆਪਣੀ ਜਿਹੜੀ ਮੇਰੀ ਮੇਨ ਚੀਜ਼ ਹੈ ਉਹਦੇ ਤੋਂ ਡੇਵੀਏਟ ਹੋ ਜਾਵਾਂਗੀ। ਸੋ ਸਾਰੇ ਮਤਲਬ ਇੰਨੇ ਜ਼ਿਆਦਾ ਆ ਗਏ IVF ਦੇ ਪੇਸ਼ੈਂਟਸ, ਤੇ ਉਨਾ ਹੀ ਰਿਜ਼ਲਟ ਵੀ ਫਿਰ ਵੱਧਦਾ ਹੈ। ਪਿਛਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਕੇਸ ਯਾਦ ਹੈ ਤੁਹਾਨੂੰ ਜਿਹੜਾ ਤੁਹਾਨੂੰ ਕੋਈ ਕੰਪਲਿਕੇਟਡ ਲੱਗਿਆ ਹੋਵੇ, ਜਾਂ ਤੁਹਾਨੂੰ ਲੱਗਿਆ ਕਿ ਨਹੀਂ ਇਹ ਤਾਂ ਤਾਉਮਰ ਇਹ ਚੀਜ਼ ਯਾਦ ਰਹਿਣੀ ਹੈ? ਬਿਲਕੁਲ ਬਹੁਤ ਕੰਪਲਿਕੇਟਡ। ਮੈਂ ਤਾਂ ਕਿਹਾ ਮੇਰਾ ਹੁਣ ਨਾ ਇੱਕ ਟਰਸ਼ਰੀ ਸੈਂਟਰ ਬਣ ਗਿਆ। ਪੇਸ਼ੈਂਟ ਕਹਿੰਦਾ ਜੀ ਮੇਰੀ ਲਾਈਨਿੰਗ ਨਹੀਂ ਠੀਕ ਬਣ ਰਹੀ, ਮੇਰੇ ਉੱਥੇ ਭਰੂਣ ਨਹੀਂ ਠੀਕ ਬਣੇ। ਇਟ ਇਜ਼ ਅ ਚੈਲੰਜ ਕਿ ਤੁਸੀਂ ਕਿਵੇਂ ਕਰਨਾ ਹੈ। ਔਰ ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਹੈ, ਐਜੂਕੇਟਡ ਮੀਨਸ ਕਿ ਕੋਲੀਗਸ, ਮਤਲਬ ਮੇਰੇ ਆਪਣੇ ਡਾਕਟਰਸ ਉਹ ਵੀ ਆਉਂਦੇ ਹੈ, ਤੇ ਉਹਨਾਂ ਨੂੰ ਕਿਵੇਂ ਸਾਰਾ ਦਿਖਾਣਾ, ਕਰਨਾ, ਪ੍ਰੋਗਰੈਸ ਕਰਨਾ, ਫਿਰ ਰਿਜ਼ਲਟ ਦੇਣਾ। ਤੁਸੀਂ ਸਟ੍ਰੈਸ ਦੀ ਜਿਹੜੀ ਗੱਲ ਕੀਤੀ ਹੈ ਕਿ ਬਹੁਤ ਜ਼ਿਆਦਾ ਸਟ੍ਰੈਸ ਹੋਣ ਕਰਕੇ ਲੋਕਾਂ ਦੇ ਬੱਚੇ ਨਹੀਂ ਹੋ ਪਾ ਰਹੇ, ਮੈਨੂੰ ਲੱਗਦਾ ਸਭ ਤੋਂ ਵੱਧ ਸਟ੍ਰੈਸ ਤਾਂ ਡਾਕਟਰਾਂ ਤੇ ਰਹਿੰਦਾ। ਡਾਕਟਰ ਵੀ ਆਈਵੀਐਫ ਕਰਾਉਂਦੇ ਆ? ਹਰ ਇੱਕ ਦੇਖੋ ਸਟ੍ਰੈਸ ਲੈਣ ਦੀ ਨਾ ਕਪੈਸਿਟੀ ਹੁੰਦੀ ਹੈ, ਕੋਈ ਲੈ ਸਕਦਾ, ਕੋਈ ਨਹੀਂ ਲੈ ਸਕਦਾ, ਕੋਈ ਟੈਨਸ਼ਨ ਲੈ ਜਾਂਦਾ ਹੈ। ਸੋ ਡਿਪੈਂਡਿੰਗ ਔਨ ਦ ਥਿੰਗ ਕਿ ਤੁਹਾਨੂੰ ਫੈਮਿਲੀ ਇਨਵਾਇਰਨਮੈਂਟ ਕਿਹੜਾ ਮਿਲ ਰਿਹਾ ਹੈ, ਕੀ ਹੈ ਅੰਦਰ। ਮਤਲਬ ਪੇਸ਼ੈਂਟ ਟੂ ਪੇਸ਼ੈਂਟ ਵੀ, ਹਾਂ ਡਾਕਟਰਸ ਨੂੰ ਸਟ੍ਰੈਸ ਹੁੰਦਾ ਹੈ, ਪਰ ਵਧੀਆ ਨਾ ਜਦੋਂ ਡਾਕਟਰ ਸਟ੍ਰੈਸ ਲੈਣਗੇ ਤਦੇ ਹੀ ਤਾਂ ਉਹ ਲੋਕਾਂ ਦਾ ਸਟ੍ਰੈਸ ਦੂਰ ਕਰਨਗੇ। ਇਹ ਸਟ੍ਰੈਸ ਹੁੰਦਾ ਵੈਸੇ ਡਾਕਟਰਾਂ ਦੇ? ਤੁਹਾਡੇ ਤੇ ਤੁਸੀਂ ਕਿੰਨਾ ਕੁ ਸਟ੍ਰੈਸ ਲੈ ਕੇ ਸਟ੍ਰੈਸ ਹੁੰਦਾ? ਕਿਉਂਕਿ ਮੇਰੇ ਕੁਛ ਇੱਕ ਦੋਸਤ ਹੈਗੇ ਆ ਡਾਕਟਰ, ਖਾਸ ਤੌਰ ਤੇ ਉਹ ਕੁਛ ਇੱਕ ਤਾਂ ਇਸ ਕਰਕੇ ਪਹਿਲਾਂ ਸ਼ਰਾਬ ਨਹੀਂ ਪੀਂਦੇ ਸੀ, ਉਹ ਇਸ ਕਰਕੇ ਸ਼ਰਾਬ ਪੀਣ ਲੱਗ ਗਏ, ਕਹਿੰਦੇ ਕਿ ਸਟ੍ਰੈਸ ਬਹੁਤ ਹੁੰਦਾ, ਨੀਂਦ ਨਹੀਂ ਆਉਂਦੀ। ਰੀਲਸ ਨਹੀਂ ਦੇਖੀ? ਡਾਕਟਰ ਇੱਕ ਬੈਠਿਆ, ਮੈਂ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਿਹਾ ਵੈਸੇ। ਪੇਸ਼ੈਂਟ ਨੂੰ ਦੱਸ ਰਿਹਾ ਕਿ ਡਾਈਟ ਕੋਕ ਨਹੀਂ ਪੀਣਾ, ਤੁਸੀਂ ਬਰੋਕਲੀ ਖਾਣੀ ਹੈ, ਤੁਸੀਂ 버ਗਰ ਨਹੀਂ ਖਾਂਦੇ। ਫਿਰ ਡਾਕਟਰ ਅੰਦਰ ਜਾਂਦਾ ਹੈ, ਅੰਦਰ ਜਾ ਕੇ ਡਾਈਟ ਕੋਕ ਤੇ 버ਗਰ ਵੈਸੇ ਮੈਂ ਵੀ ਖਾਂਦੀ ਹਾਂ। ਮੈਂ ਪੇਸ਼ੈਂਟ ਨੂੰ ਕਹਿੰਦੀ ਹਾਂ ਚਿਪਸ ਨਾ ਖਾਓ, ਨਾ ਖਾਓ। ਮੈਂ ਜਾ ਕੇ ਪਹਿਲਾਂ ਬਾਹਰ ਨਾ ਚਾਹ ਵਾਲੀ ਦੁਕਾਨ ਤੋਂ ਚਿਪਸ ਦਾ ਪੈਕਟ ਲੈਂਦੀ ਹਾਂ ਤੇ ਇੱਕ ਡਾਈਟ ਕੋਕ ਲੈਂਦੀ ਹਾਂ। ਡਿਪੈਂਡ ਕਰਦਾ ਹੈ। ਪਰ ਤੁਸੀਂ ਉਹ ਚੀਜ਼ ਸੁਣੀ ਹੈ, ਇੱਕ ਨਾ ਬੱਚੇ ਨੂੰ ਲੈ ਕੇ ਜਾਂਦੇ ਆ, ਉਹ ਪਿੰਡਾਂ ਦੇ ਵਿੱਚ ਪੁਰਾਣੀ ਕਹਾਵਤ ਹੈ ਵੀ ਇੱਕ ਬਾਬੇ ਕੋਲ ਲੈ ਕੇ ਜਾਂਦੇ ਆ ਵੀ ਬਾਬਾ ਜੀ ਇਹ ਗੁੜ ਨਹੀਂ ਖਾਣਾ ਛੱਡਦਾ, ਗੁੜ ਬਹੁਤ ਖਾਂਦਾ। ਉਹ ਕਹਿੰਦਾ ਠੀਕ ਹੈ, ਤੁਸੀਂ ਬਾਬਾ ਕਹਿੰਦਾ 15 ਕੁ ਦਿਨਾਂ ਬਾਅਦ ਇਸ ਬੱਚੇ ਨੂੰ ਲੈ ਕੇ ਆਇਓ ਮੇਰੇ ਕੋਲੇ। ਉਹ ਕਹਿੰਦੇ ਠੀਕ ਹੈ। 15 ਦਿਨਾਂ ਬਾਅਦ ਉਹ ਲੈ ਕੇ ਜਾਂਦੇ ਆ ਬੱਚੇ ਨੂੰ ਬਾਬੇ ਦੇ ਕੋਲ, ਤਾਂ ਉਹ ਕਹਿੰਦੇ ਕਿ ਬੇਟਾ ਤੂੰ ਗੁੜ ਨਾ ਖਾਇਆ ਕਰ, ਇਹ ਸਿਹਤ ਦੇ ਲਈ ਹਾਨੀਕਾਰਕ ਹੈ, ਤੇਰੇ ਦੰਦ ਖਰਾਬ ਹੋ ਜਾਣਗੇ, ਤੂੰ ਛੋਟਾ ਹਜੇ, ਕੀੜੇ ਲੱਗ ਜਾਣਗੇ ਦੰਦਾਂ ਦੇ ਵਿੱਚ। ਉਹ ਕਹਿੰਦੇ ਠੀਕ ਹੈ ਜੀ।
ਉਹ ਕਹਿੰਦੇ ਬਾਬਾ ਜੀ ਤੁਸੀਂ ਜੇ 15 ਦਿਨ ਪਹਿਲਾਂ ਜਦੋਂ ਆਏ ਅਸੀਂ ਇੰਨੀ ਦੂਰੋਂ ਉਦੋਂ ਹੀ ਇਹ ਗੱਲ ਕਹਿ ਦਿੰਦੇ ਵੀ ਗੁੜ ਨਾ ਖਾਇਆ ਕਰ। ਉਹ ਕਹਿੰਦਾ ਉਦੋਂ ਮੈਂ ਵੀ ਖਾਂਦਾ ਸੀਗਾ। ਕਹਿੰਦਾ ਹੁਣ ਮੈਂ ਛੱਡਿਆ ਤਾਂ ਕਰਕੇ, ਕਹਿੰਦਾ ਹੁਣ ਮੈਨੂੰ ਲੱਗਦਾ ਮੇਰੀ ਗੱਲ ਦਾ ਜ਼ਿਆਦਾ ਵਜਨ ਬੱਚੇ ਤੇ ਦੇਖੋ ਹਰ ਚੀਜ਼ ਕਰਨੀ ਚਾਹੀਦੀ ਹੈ ਪਰ ਮੋਡਰੇਸ਼ਨ ਵਿੱਚ। ਮੇਰਾ ਇੱਕ ਚੀਜ਼ ਹੈ, ਮਤਲਬ ਜਿਹੜਾ ਵੀ ਤੁਸੀਂ ਖਾਓ ਇੰਜ ਨਹੀਂ ਕਿ ਬਿਲਕੁਲ ਹੀ ਬੰਦ ਕਰ ਦਿਓ, ਉਹ ਹੋਰ ਸਟ੍ਰੈਸਫੁਲ ਹੁੰਦਾ ਹੈ। ਕਿ ਤੁਸੀਂ ਸਾਰਾ ਦਿਨ ਦੇਖੀ ਜਾਓ ਮੈਂ ਕੀ ਖਾਣਾ ਮੈਂ ਕੀ ਨਹੀਂ ਖਾਣਾ। ਜਿਹੜੀ ਚੀਜ਼ ਖਾਓ ਮੋਡਰੇਸ਼ਨ ਵਿੱਚ ਖਾਓ। ਅੱਜ ਕੱਲ੍ਹ ਜਿਹੜਾ ਡਾਈਟਿੰਗ ਵਾਲਾ ਟ੍ਰੈਂਡ ਚੱਲਿਆ ਕਿ ਹਰ ਬੰਦਾ ਕਹਿੰਦਾ ਠੀਕ ਠਾਕ, ਜਿਹੜੇ ਕੋਈ ਐਕਟਰ ਮਾਡਲ ਉਹ ਤਾਂ ਚਲੋ ਡਾਈਟਿੰਗ ਕੰਸਲਟ ਕਰਦੇ ਆ ਕੋਈ ਡਾਈਟੀਸ਼ੀਅਨ ਦੇ ਕੋਲੋਂ ਕਿ ਆਹ ਚੀਜ਼ਾਂ ਖਾਣੀਆਂ। ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ, ਦੇਖੋ ਹੁਣ ਅੱਜ ਕੱਲ੍ਹ ਨਾ ਇੱਕ ਹੋਰ ਬੜੀ ਪ੍ਰੋਬਲਮ ਹੈ, ਤੁਸੀਂ ਦੇਖਿਆ ਹੋਵੇਗਾ ਆਦਮੀਆਂ ਵਿੱਚ ਜਿਮ ਜਾਣਾ, ਹਰੇਕ ਨੂੰ ਬੋਡੀ ਬਣਾਉਣੀ ਹੈ, ਲੇਡੀਜ਼ ਨੂੰ ਵੀ ਜੈਂਟਸ ਨੂੰ ਵੀ। 6 ਪੈਕ ਐਬਸ ਹੋਣੇ ਚਾਹੀਦੇ ਆ, ਬਿਲਕੁਲ ਐਂਡ ਫਿਟ ਹੋਣਾ ਚਾਹੀਦਾ। ਉਹਦੇ ਵਾਸਤੇ ਸਪਲੀਮੈਂਟਸ ਲੈਣੇ। ਹੁਣ ਲੋਕੀ ਇਹ ਨਹੀਂ ਰਿਅਲਾਈਜ਼ ਕਰਦੇ ਕਿ ਸਪਲੀਮੈਂਟਸ ਵਿੱਚ ਕਿੰਨੇ ਸਟੀਰੋਇਡਸ ਹੈ ਅਤੇ ਉਹ ਬੋਡੀ ਵਿੱਚ ਕੀ ਹਾਰਮ ਕਰਨਗੇ। ਤਾਂ ਮੈਂ ਸਿਰਫ ਪ੍ਰੈਗਨੈਂਸੀ ਬਾਰੇ ਨਹੀਂ ਬਾਕੀ ਵੀ ਕਹਿ ਰਹੀ ਹਾਂ ਕਿ ਲਿਵਰ ਡੈਮੇਜ ਹੋ ਸਕਦਾ ਹੈ, ਤੁਹਾਡਾ ਸਪਰਮ ਕਾਊਂਟ ਡੈਮੇਜ ਹੋ ਸਕਦਾ ਹੈ। ਲੇਡੀਜ਼ ਨੂੰ ਤੁਸੀਂ ਅੱਜ ਕੱਲ੍ਹ ਉਹ ਦੇਖੇ ਹੋਣਗੇ ਟੀਕੇ ਆ ਗਏ ਆ, ਮੰਜਾਰੋ, ਓਜ਼ੰਬਿਕ, ਸਾਰੇ ਕਹਿੰਦੇ ਆ ਬਸ ਮਹੀਨੇ 'ਚ ਪਤਲੇ ਹੋ ਜਾਓ। ਮਤਲਬ ਇਹ ਨਾ ਜਿਹੜੀ ਪ੍ਰੋਬਲਮਸ ਹੈ ਬਹੁਤ ਕਾਮਨ ਹੋ ਗਈਆਂ ਹੁਣ, ਅਤੇ ਇਹਨਾਂ ਦੇ ਨਾਲ ਇਹ ਇਨਫਰਟੀਲਿਟੀ ਵੀ ਕਾਜ਼ ਕਰਦੇ ਆ, ਬਾਂਝਪਨ ਦੀ ਸਮੱਸਿਆ ਵੀ ਕਾਜ਼ ਕਰਦੇ ਆ। ਤੁਸੀਂ ਦੇਖਿਆ ਹੋਗਾ ਬੋਡੀ ਬਿਲਡਰਸ ਆ, ਉਹਨਾਂ ਨੂੰ ਸਡਨ ਹਾਰਟ ਅਟੈਕ ਆਉਣ ਲੱਗ ਗਏ ਆ, ਹੈ ਨਾ, ਬਿਕੋਜ਼ ਇੰਨੇ ਸਟੀਰੋਇਡਸ ਅਤੇ ਸਾਰਾ ਹਾਰਮੋਨਲ ਸਾਈਕਲ ਹੈ। ਖਾਲੀ ਹਾਰਮੋਨਸ ਦੇ ਨਾਲ ਪ੍ਰੈਗਨੈਂਸੀ ਨਹੀਂ, ਸਾਰੀ ਬੋਡੀ ਸਾਡੀ ਬ੍ਰੇਨ ਦੇ ਸਿਗਨਲਸ ਨਾਲ ਚੱਲਦੀ ਹੈ ਅਤੇ ਫਿਰ ਉਹ ਸਾਰਾ ਡਿਸਟਰਬ ਹੋ ਜਾਂਦਾ ਹੈ। ਜਿਹੜਾ ਇਹ ਟ੍ਰੈਂਡ ਹੈ ਖਾਸ ਤੌਰ 'ਤੇ ਬੀਬੀਆਂ ਦੇ ਵਿੱਚ ਬਹੁਤ ਜ਼ਿਆਦਾ ਕਿ ਉਹ ਐਡਸ ਵੀ ਬਹੁਤ ਸਾਰੀਆਂ ਚੱਲਦੀਆਂ ਅੱਜ ਕੱਲ੍ਹ, ਤਾਂ ਗੱਡੀਆਂ ਦੇ ਪਿੱਛੇ ਲਿਖੇ ਹੁੰਦੇ ਆ ਐਡਵਰਟੀਜ਼ਮੈਂਟ ਕਿ ਵਜਨ ਘਟਾਓ 15 ਦਿਨਾਂ ਦੇ ਵਿੱਚ 10 ਕਿਲੋ ਵਜਨ ਘਟਾ ਤਾ। ਨਹੀਂ, ਮੈਂ ਨਹੀਂ ਮੰਨਦੀ ਇਹ ਗੱਲ। ਆਈ ਥਿੰਕ ਤੁਸੀਂ ਇਸ ਪ੍ਰੋਫੈਸ਼ਨ 'ਚ 30 ਸਾਲਾਂ ਤੋਂ ਡਾਕਟਰੀ ਕਿੱਤੇ ਦੇ ਵਿੱਚ, ਤੁਹਾਨੂੰ ਲੱਗਦਾ ਹੈ ਕਿ ਸਭ ਝੂਠ ਹੈ? ਮਤਲਬ 15 ਦਿਨਾਂ ਦੇ 20 ਦਿਨਾਂ 'ਚ ਮਹੀਨੇ 'ਚ 10-15 ਕਿਲੋ ਵਜਨ ਨਹੀਂ ਘਟ ਸਕਦਾ। ਰਿਲੇਟਡ ਟੂ ਇਨਫਰਟੀਲਿਟੀ, ਬਟ ਫਿਟਨੈਸ ਦੇ ਹਿਸਾਬ ਨਾਲ ਆਈਡਲੀ ਤੁਸੀਂ ਮੰਥ ਵਿੱਚ 2 ਜਾਂ 3 ਕਿਲੋ ਹੀ ਲੂਜ਼ ਕਰੋ। ਉਹਦੇ ਨਾਲ ਹੁਣ ਜੇ ਤੁਸੀਂ ਅਚਾਨਕ ਇੰਨਾ ਵਜ਼ਨ ਘਟਾਓਗੇ ਤਾਂ ਸਾਈਡ ਇਫੈਕਟ ਵੀ ਹੋਣਗੇ। ਬਿਲਕੁਲ, ਹੁਣ PCOD ਹੈ, ਮਤਲਬ ਕਿ ਇਰੈਗੂਲਰ ਬਹੁਤ ਕਾਮਨ ਹੋ ਗਈ ਹੈ, ਅਨਮੈਰਿਡ ਗਰਲਸ ਵਿੱਚ ਵੀ ਹੋ ਗਈ ਹੈ। ਬਾਂਝਪਨ ਦਾ ਇੱਕ ਮੇਜਰ ਕਾਰਨ ਵੀ ਹੈ ਉਹ, ਠੀਕ ਹੈ। ਉਹਦੇ ਵਾਸਤੇ ਉਹਦੇ ਵਿੱਚ ਵੇਟ ਵਧੀ ਜਾਂਦਾ ਹੈ, ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ, ਘਟਦਾ ਨਹੀਂ ਹੈ। ਅਤੇ ਉਸ ਟਾਈਮ ਲੇਡੀਜ਼ ਨੂੰ ਹੁੰਦਾ ਵੇਟ ਘਟਾਓ, ਪਰ ਉਹ ਜਿਹੜੀ ਮੇਨ ਸਮੱਸਿਆ ਹੈ ਹਾਰਮੋਨਲ ਇੰਬੈਲੈਂਸ ਦੀ, ਜਦ ਤੱਕ ਉਹ ਨਹੀਂ ਠੀਕ ਹੋਏਗੀ ਨਾ ਕੁਝ ਨਹੀਂ ਹੋ ਸਕਦਾ। ਉਹ ਮਤਲਬ ਕਿ 15 ਦਿਨ ਵਿੱਚ ਨਹੀਂ ਹੋ ਸਕਦੀ, ਹਫਤੇ ਵਿੱਚ ਨਹੀਂ ਹੋ ਸਕਦੀ, ਠੀਕ ਹੈ। ਹੌਲੀ ਹੌਲੀ ਹਰ ਜਰਨੀ ਟਾਈਮ ਲੈਂਦੀ ਹੈ। ਕੁੜੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਲੱਗੀਆਂ ਕਿਉਂਕਿ ਇਸ ਦਾ ਐਡਵਰਟੀਜ਼ਮੈਂਟ ਵੀ ਦੇਖਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ, ਡਾਕਟਰਸ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ PCOD ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਆਉਣ ਲੱਗੀਆਂ। ਇਹ ਵਿਗੜਦਾ ਲਾਈਫ ਸਟਾਈਲ ਹੀ ਹੈ ਜਾਂ ਜਦੋਂ ਤੁਸੀਂ ਸਟਾਰਟ ਕੀਤਾ 30 ਸਾਲ ਪਹਿਲਾਂ ਉਦੋਂ ਵੀ ਸੇਮ ਪ੍ਰੋਬਲਮਸ ਹੈਗੀਆਂ ਸੀ ਜਾਂ ਹੁਣ ਜ਼ਿਆਦਾ ਹੋਈਆਂ? ਪਰ ਹੁਣ ਬਹੁਤ ਜ਼ਿਆਦਾ ਹੋ ਗਈ ਹੈ। ਸਾਡਾ ਲਾਈਫ ਸਟਾਈਲ ਹੀ, ਤੁਸੀਂ ਦੇਖੋ ਖਾਣਾ ਖਾਂਦੇ ਆ ਸਾਰੇ ਜਣੇ, ਸਾਰੇ ਪਾੜੀ ਦੀ ਜਿਹੜਾ ਲਾਈਫ ਸਟਾਈਲ ਹੈ ਸਾਡਾ। ਬਿਲਕੁਲ ਮੋਬਾਈਲ ਦਾ ਕਿੰਨਾ ਯੂਜ਼ੇਜ ਹੋ ਗਿਆ। ਪਹਿਲੇ ਤੁਸੀਂ ਸੋਚ ਸਕਦੇ ਸੀ ਤੁਸੀਂ 4 ਜਣੇ ਘਰੇ ਬਹਿ ਕੇ ਖਾਣਾ ਖਾ ਰਹੇ ਹੋ ਤਾਂ ਕੋਈ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਸਾਰੇ ਮੋਬਾਈਲ ਚਲਾਉਂਦੇ ਆ। ਅਸੀਂ ਵੀ ਤਾਂ ਇਹੋ ਹੀ ਕਰਦੇ ਹਾਂ, ਇਫ ਯੂ ਸੀ। ਸੋ ਲਾਈਫ ਸਟਾਈਲ ਬਹੁਤ ਖਰਾਬ ਹੋ ਗਿਆ ਹੈ। ਮਤਲਬ ਉਹ ਇੱਕ ਨਾ ਸਟੋਰੀ ਆਉਂਦੀ ਹੈ, ਪਹਿਲੇ ਬੰਦਾ ਸਾਈਕਲ ਲੈਂਦਾ ਹੈ, ਫਿਰ ਉਹਨੂੰ ਕਾਰ ਦੀ ਚਾਹਤ ਆਉਂਦੀ ਹੈ, ਕਾਰ ਆਉਂਦੀ ਹੈ, ਫਿਰ ਉਹਦਾ ਪੇਟ ਵੱਧ ਜਾਂਦਾ ਹੈ, ਫਿਰ ਉਹ ਸਾਈਕਲ ਚਲਾਉਂਦਾ ਵੇਟ ਲੂਜ਼ ਕਰਨ ਨੂੰ, ਬੈਕ ਟੂ ਸਕੁਅਰ ਵਨ। ਫਿਰ ਉੱਥੇ ਸਾਈਕਲ, ਪਰ ਹੁਣ ਸਾਈਕਲ ਬਦਲ ਗਿਆ, ਹੁਣ ਸਾਈਕਲ ਘਰ ਦੇ ਅੰਦਰ ਓਬਵੀਅਸਲੀ। ਸੋ ਫਿਜ਼ੀਕਲ ਫਿਟਨੈਸ, ਪਹਿਲਾਂ ਸਾਈਕਲ ਚੱਲਦਾ ਸੀ, ਫਰੈਸ਼ ਏਅਰ ਆ ਜਾਂਦੀ ਸੀ, ਬੰਦਾ ਇੱਧਰ ਉੱਧਰ ਗਲੀਆਂ 'ਚ ਘੁੰਮਦਾ ਸੀ, ਫਰੈਸ਼ ਏਅਰ ਹੁੰਦੀ। ਸੋ ਤੁਸੀਂ ਮਤਲਬ ਹੈਲਦੀ ਲਾਈਫ ਸਟਾਈਲ, ਅਸੀਂ ਕੁਝ ਚੀਜ਼ਾਂ ਨਹੀਂ ਚੇਂਜ ਕਰ ਸਕਦੇ। ਮੈਂ ਕੁਝ ਚੀਜ਼ਾਂ ਚੈਟ GPT ਨੂੰ ਪੁੱਛ ਰਿਹਾ ਸੀਗਾ IVF ਦੇ ਸੰਬੰਧਿਤ। ਚੈਟ GPT ਕਹਿ ਰਿਹਾ ਕਿ ਮੋਬਾਈਲ ਦਾ ਜ਼ਿਆਦਾ ਯੂਜ਼ ਵੀ ਬਾਂਝਪਨ ਨੂੰ ਵਧਾਉਂਦਾ, ਸਕਰੀਨ ਟਾਈਮਿੰਗ। ਦੇਖੋ ਡੈਫੀਨੇਟਲੀ ਸਕਰੀਨ ਟਾਈਮ, ਬਹੁਤ ਸਟੱਡੀਜ਼ ਹੋਈਆਂ ਕਿ ਤੁਸੀਂ ਸਾਰਾ ਦਿਨ ਮੋਬਾਈਲ ਸੁਣੋਗੇ, ਬੰਦਾ ਇੱਕ ਤਾਂ ਤੁਹਾਡੇ ਆਪਣੇ ਵਾਈਫ ਨਾਲ ਹੀ ਰਿਲੇਸ਼ਨ ਖਰਾਬ ਹੋ ਜਾਣਗੇ, ਤੁਹਾਡੀ ਜਿਹੜੀ ਫਿਜ਼ੀਕਲ ਇੰਟੀਮੇਸੀ ਹੈ ਉਹ ਹੀ ਘੱਟ ਜਾਣੀ ਹੈ, ਤੁਸੀਂ ਸਾਰਾ ਟਾਈਮ ਮੋਬਾਈਲ ਹੀ ਚਲਾਓਗੇ। ਦੂਜਾ, ਕੁਝ ਸਟੱਡੀਜ਼ ਆਈਆਂ ਕਿ ਹਾਰਮਫੁਲ ਰੇਜ਼ ਨਿਕਲਦੀਆਂ, ਉਹ ਡੈਮੇਜ ਕਰਦੀਆਂ। ਜਿਵੇਂ ਕਹਿੰਦੇ ਆ ਕਿ ਲੈਪਟਾਪ ਤੁਸੀਂ ਕਦੇ ਥਾਈ 'ਤੇ ਨਾ ਰੱਖੋ, ਮਤਲਬ ਜਦ ਤੁਸੀਂ ਲੇਟੇ ਹੋਏ ਹੋ ਨਾ ਰੱਖੋ, ਉਹਦੇ ਨਾਲ ਟੈਸਟੀਕੂਲਰ ਡੈਮੇਜ ਵੀ ਹੋ ਸਕਦਾ ਹੈ। ਬਹੁਤ ਵੈਸੇ ਇਹ ਗੱਲ ਰਿਸਰਚ ਸਟੱਡੀਜ਼ ਚੱਲ ਰਹੀਆਂ ਕਿ ਥੋੜਾ ਸਪਰਮ ਕਾਊਂਟ ਹੋ ਸਕਦਾ ਹੈ,
ਬਟ ਮੇਨ ਹੈ ਕਿ ਜਦ ਤੁਸੀਂ ਸਿਰਫ ਸਾਰਾ ਦਿਨ ਇੰਟਰਨੈਟ ਤੇ ਰਹੋਗੇ, ਸਾਰਾ ਦਿਨ ਮੋਬਾਈਲ ਚਲਾਓਗੇ, ਤੁਹਾਡੀ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਜਾਏਗੀ। ਉਹ ਇਟਸੈਲਫ ਇਨਫਰਟੀਲਿਟੀ ਕਾਜ਼ ਕਰ ਦੇਗੀ। 6 ਤੋਂ 8 ਘੰਟੇ ਕਹਿੰਦੇ ਨੀਂਦ ਲੈਣੀ ਲਾਜ਼ਮੀ ਹੈ, ਬਿਲਕੁਲ ਬਹੁਤ ਜ਼ਰੂਰੀ ਹੈ। ਪਰ ਅੱਜ ਕੱਲ੍ਹ ਤਾਂ ਨੀਂਦ ਆਉਂਦੀ ਨਹੀਂ ਲੋਕਾਂ ਨੂੰ। ਨਹੀਂ ਆਤੀ ਹੈ, ਬੇਟਾਈਮ ਆਤੀ ਹੈ। ਇਹ ਟਾਈਮ ਇਹ ਸਾਡਾ ਜਿਹੜਾ ਗੱਲ ਫਿਰ ਆਪਾਂ ਲਾਈਫ ਸਟਾਈਲ ਤੇ ਜ਼ਿਆਦਾ ਇਸ ਕਰਕੇ ਕਰ ਰਹੇ ਹਾਂ, ਕਿਉਂਕਿ ਮੈਨੂੰ ਲੱਗਦਾ ਸਾਰੇ ਸਿਆਪੇ ਦੀ ਜੜ ਸਾਡਾ ਲਾਈਫ ਸਟਾਈਲ ਹੈ, ਕਿਉਂਕਿ ਲੋਕਾਂ ਨੂੰ ਲੇਟ ਤੱਕ ਜਾਗਣ ਦੀ ਆਦਤ ਪੈ ਗਈ ਹੈ। ਇਹਦੇ ਕਰਕੇ ਵੀ ਦਿੱਕਤਾਂ ਹੋਈਆਂ ਨੇ। ਬਿਲकुल होता ही है। क्योंकि बाहर लाइक का कल्चर जेड़ा साडा, क्योंकि मैं आपको ना बात बताती हूँ लाइफस्टाइल की। चलो हम बात करें, मतलब कोविड विच की होया कि लोकी वेले हो गए, ठीक है ना, घरे बैठे किन्ना को मोबाइल चला लोगे, हस्बैंड वाइफ है। मेरे इन्ने पेशेंट्स ना प्रेगनेंट हो गए। बड़ी स्ट्रेंज गल है, क्योंकि स्ट्रेस नहीं सी, स्पर्म काउंट बेटर हो गया, सारा कुछ बंद है। ਹਸਬੈਂਡ ਨੂੰ ਕੋਈ ਟੈਨਸ਼ਨ ਨਹੀਂ ਕੰਮ ਕਾਜ ਦੀ, ਜਿਵੇਂ ਕੋਈ ਬੈਂਕਰ ਹੈ, ਕੋਈ IT ਸੈਕਟਰ ਦਾ ਹੈ, ਉਹ ਘਰੇ ਕੰਮ ਕਰ ਰਿਹਾ। ਜਿਹੜਾ ਤਣਾਅ ਜਿਹੜਾ ਹੈ ਘਟ ਗਿਆ। ਕਿੰਨੇ ਪੇਸ਼ੈਂਟ ਨੋਰਮਲ IVF ਵਿੱਚ ਉਹਨਾਂ ਦਾ ਸਪਰਮ ਕਾਊਂਟ ਵੀ ਇਨਕਰੀਜ਼ ਹੋ ਗਿਆ। ਮਤਲਬ ਤੁਸੀਂ ਦੇਖੋ ਕਿ ਲਾਈਫ ਸਟਾਈਲ ਸਟ੍ਰੈਸ ਵਗੈਰਾ ਕਿੰਨਾ ਕਰਦਾ ਹੈ। ਪਰ ਹਾਂ, ਅਗਰ ਆਪਾਂ ਸੋਚੀ ਜਾਈਏ ਕਿ ਅਸੀਂ ਸਟ੍ਰੈਸ ਠੀਕ ਕਰ ਲਈਏ, ਬੱਚਾ ਫੇਰ ਹੋ ਜਾਊਗਾ, ਉਹ ਵੀ ਨਹੀਂ ਹੁੰਦਾ। ਕੁਝ ਲਿਮਿਟ ਤੱਕ ਤੁਸੀਂ ਵੇਟ ਕਰ ਸਕਦੇ ਹੋ, ਉਸ ਤੋਂ ਬਾਅਦ ਨਹੀਂ। ਕੰਬੀਨੇਸ਼ਨ ਸਾਰੀਆਂ ਚੀਜ਼ਾਂ ਦਾ ਹੋਣਾ ਬਿਲਕੁਲ ਕੰਬੀਨੇਸ਼ਨ। ਕੋਈ ਹੋਰ ਸਲਾਹ ਕੀ ਦੇਣਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਹਾਂ ਬਿਲਕੁਲ, ਦੇਖੋ ਕਿ ਕੋਈ ਵੀ ਜਿਹੜਾ ਬਾਂਝਪਨ ਦਾ ਜੋੜਾ ਹੈ, ਬੇਔਲਾਦ ਜੋੜਾ ਹੈ, ਉਹਨੂੰ ਕਦੇ ਹਤਾਸ਼ ਨਹੀਂ ਹੋਣਾ ਚਾਹੀਦਾ, ਉਮੀਦ ਨਹੀਂ ਛੱਡਣੀ ਚਾਹੀਦੀ। ਉਮੀਦ ਤੇ ਦੁਨੀਆ ਕਾਇਮ ਹੈ। ਜੇ ਚਾਹਤ ਹੈ ਕਿਸੇ ਚੀਜ਼ ਦੀ, ਡੈਫੀਨਿਟਲੀ ਉਹ ਰੱਬ ਦੀ ਮਿਹਰ ਨਾਲ ਪੂਰੀ ਹੋਏਗੀ। ਬਸ ਇੱਕ ਸਮੇਂ ਲੈ ਕੇ ਆਉਣਾ ਹੈ ਰੱਬ ਨੇ, ਉਹਨੇ ਹੀ ਰਾਹ ਦੱਸਣਾ ਹੈ। ਇੱਕ ਮੈਂ ਮੇਰੇ ਜ਼ਿਹਨ 'ਚ ਪਹਿਲਾਂ ਸੀਗਾ ਇੱਕ ਸਵਾਲ, ਜਦੋਂ ਮੈਨੂੰ ਤੁਸੀਂ ਦੱਸ ਰਹੇ ਸੀ ਕਿ ਮੈਂ ਤੁਹਾਨੂੰ ਪੁੱਛਿਆ ਕਿ ਕਿੰਨੇ ਸਾਲ ਪਹਿਲਾਂ ਤੁਸੀਂ ਸ਼ੁਰੂ ਕੀਤਾ, ਤੁਸੀਂ ਕਿਹਾ 30 ਦੇ ਅਰਾਊਂਡ, 3 ਦਹਾਕੇ ਹੋ ਗਏ, ਬਹੁਤ ਲੰਬਾ ਟਾਈਮ ਹੈ। ਜਿਹੜੇ ਪੇਸ਼ੈਂਟ ਤੁਹਾਡੇ ਕੋਲੇ ਪਹਿਲੇ ਆਏ, ਦੂਜੇ ਆਏ, ਜਾਂ ਉਹ ਤਾਂ ਚੀਜ਼ਾਂ ਯਾਦ ਰਹਿੰਦੀਆਂ ਬੰਦੇ ਨੂੰ। 30 ਸਾਲ ਪਹਿਲਾਂ ਜਿਹੜਾ ਪੇਸ਼ੈਂਟ ਤੁਹਾਡੇ ਤੋਂ ਬੱਚਾ ਲੈ ਕੇ ਗਿਆ IVF ਦੇ ਥਰੂ, ਔਰ ਉਹ ਪੇਸ਼ੈਂਟ ਜਾਂ ਉਹਨਾਂ ਦੇ ਬੱਚੇ ਹੁਣ ਵੀ ਮਿਲਦੇ ਆ, ਸੰਪਰਕ ਦੇ ਵਿੱਚ ਹੁੰਦੇ ਆ? ਕੁਛ ਹੈ, ਕੁਛ ਨਹੀਂ है, कुछ बाहर चले गए, कुछ है, पर पेशेंट हमेशा याद रखता है। कई बार आ जाते हैं, कुछ तो पहचान भी जाता है ਆਪਾਂ। ਤੁਹਾਨੂੰ ਗੱਲ ਦੱਸਦੀ ਹਾਂ, ਮਾਲ ਵਿੱਚ ਚੱਲ ਰਹੇ ਸੀ, ਘੁੰਮ ਰਹੇ ਸੀ, ਇੱਕ ਪੇਸ਼ੈਂਟ ਮਤਲਬ ਆਇਆ ਬੰਦਾ, ਉਹ ਬੱਚਾ ਫੜਾ ਦਿੱਤਾ, ਤੁਹਾਡਾ ਬੱਚਾ ਹੈ। ਮੈਂ 2 ਮਿੰਟ ਦੇਖਾ ਕੀ ਹੋ ਗਿਆ, ਫਿਰ ਉਹਨਾਂ ਨੇ ਦੱਸਿਆ ਕਿ ਤੁਹਾਡੇ ਤੋਂ ਹੋਇਆ। ਓਕੇ, ਪਰ ਇਹ ਪੇਸ਼ੈਂਟ ਨੂੰ ਤਾਂ ਯਾਦ ਰਹਿਣਾ ਹੀ ਹੈ, ਕਿਉਂਕਿ 10 ਸਾਲ 5 ਸਾਲ ਜਿਹਦੇ ਨਹੀਂ ਬੱਚਾ ਹੋ ਰਿਹਾ, ਸਭ ਤੋਂ ਵੱਡਾ ਸਟ੍ਰੈਸ ਹੀ ਇਹ ਹੁੰਦਾ। ਜਿਹੜੀ ਮਿਹਨਤ ਉਹਨਾਂ ਨੇ ਕੀਤੀ ਹੈ, ਜਿਹੜੀ ਸ਼ਿੱਦਤ ਨਾਲ ਉਹ ਪਾਈ ਹੈ ਚੀਜ਼, ਉਹ ਹਮੇਸ਼ਾ ਯਾਦ ਰੱਖਣਗੇ। ਥੈਂਕ ਯੂ ਮੈਮ, ਤੁਸੀਂ ਬਹੁਤ ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤਾਂ ਡਾਕਟਰ, ਬਹੁਤ ਸਾਰੇ ਸਵਾਲ ਮੇਰਾ ਖਿਆਲ ਕਵਰ ਹੋ ਗਏ ਹੋਣਗੇ, ਕਿਉਂਕਿ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆ IVF ਨੂੰ ਲੈ ਕੇ ਖਾਸ ਤੌਰ ਤੇ, ਕਿਉਂਕਿ ਪਿੰਡਾਂ ਦੇ ਲੋਕ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਕਰਦੇ ਆ। ਤਾਂ 30 ਸਾਲਾਂ ਦੇ ਵਿੱਚ ਬਦਲਾਅ ਬਹੁਤ ਸਾਰੇ ਆਏ, ਟੈਕਨੀਕ ਬਹੁਤ ਬਦਲੀ ਹੈ, ਔਰ ਅਸੀਂ ਮੈਡਮ ਹੋਣਾ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ 30 ਸਾਲਾਂ ਦੀ ਜਰਨੀ ਉਹਨਾਂ ਦੀ ਕਿਹੋ ਜਿਹੀ ਰਹੀ ਹੈ, ਕਿਉਂਕਿ ਮੰਨੇ ਪ੍ਰਮੰਨੇ ਡਾਕਟਰ ਨੇ ਔਰ ਲਗਾਤਾਰ 30 ਸਾਲਾਂ ਤੋਂ ਆਪਣੇ ਫੀਲਡ ਦੇ ਵਿੱਚ ਸੇਵਾਵਾਂ ਵੀ ਦੇ ਰਹੇ ਆ। ਇਸ ਕਰਕੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰੀਏ ਔਰ ਇਹਨਾਂ ਦੀ ਜਰਨੀ ਨੂੰ ਜਾਣੀਏ। ਆਸ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਦੇਖਦੇ ਰਹੋ ਬੋਲਡ ਪੰਜਾਬ TV। ਸਤਿ ਸ਼੍ਰੀ ਅਕਾਲ।